ਅਸਲਾਮੁਅਲੈਕਮ ਜੀ। ਕੀ ਹਾਲ ਨੇ? ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਜਿਹੜੇ ਸਾਡੇ ਸ਼ੌਕੀਨ ਭਰਾ ਨੇ, ਕਬੂਤਰਬਾਜ਼ ਵੀਰ ਨੇ ਸਾਡੇ, ਖਾਸ ਕਰ ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਸਾਡੇ ਮਿੱਤਰ ਵੀਰ ਨੇ, ਸਰਦਾਰ ਵੀਰ ਨੇ, ਉਹਨਾਂ ਨੂੰ ਸਤਿ ਸ੍ਰੀ ਅਕਾਲ। ਤੇ ਜਿਹੜੇ ਲਹਿੰਦੇ ਦੇ ਸਾਡੇ ਮੁਸਲਮਾਨ ਵੀਰ ਨੇ, ਉਹਨਾਂ ਨੂੰ ਅਸਲਾਮੁਅਲੈਕਮ। ਤੇ ਵੀਰ ਜੀ, ਗੱਲ ਇਹ, ਅੱਜ ਅਸੀਂ ਆਏ ਇੱਥੇ 95 ਦੇ ਵਿੱਚ, 95 ਗਹਿਰੀ ਜੀਂਦੇ, ਤੇ ਇਨਸ਼ਾਅੱਲਾ ਅੱਲਾ ਖੈਰ ਕਰੇ ਜੱਟ ਸਾਹਿਬ ਉਹਨਾਂ ਦਾ ਇੰਟਰਵਿਊ ਕਰਾਂਗੇ। ਤੇ ਬਾਕੀ ਗੱਲਾਂ ਸਾਰੀਆਂ ਤੁਹਾਨੂੰ ਜੱਟ ਹੀ ਦੱਸੇਗਾ। ਸ਼ੌਕ ਸ਼ਿਕਾਰ ਮਾਸ਼ਾਅੱਲਾ ਇਹਨਾਂ ਦਾ ਬਹੁਤ ਅੱਛਾ ਵਾ। ਤੇ ਨਾਲ ਨਾਲ ਅੱਜ ਤੁਹਾਨੂੰ ਕਬੂਤਰਾਂ ਦਾ ਵੀ ਸ਼ੌਕ ਕਰਾਵਾਂਗੇ। ਬਹੁਤ ਸਾਰੇ ਵੀਰਾਂ ਸਾਡਿਆਂ ਦੇ ਇਸ਼ੂ ਆਉਂਦੇ ਨੇ ਕਿ ਜੱਟ ਸਾਹਿਬ ਕਬੂਤਰ ਵੀ ਵਿਖਾਇਆ ਕਰੋ, ਤੇ ਅੱਜ ਤੁਹਾਨੂੰ ਜੱਟ ਦੇ ਕਬੂਤਰ ਵੀ ਵਿਖਾਵਾਂਗੇ। ਅੱਜ ਅੱਗੋਂ ਕਾਬੂ ਵੀ ਜੱਟ ਭਰਾ ਹੀ ਆ ਗਿਆ, ਅੱਲਾ ਖੈਰ ਕਰੇ। ਤੇ ਮਾਸ਼ਾਅੱਲਾ ਬਹੁਤ ਅੱਛਾ ਸ਼ੌਕ ਆ ਵੀਰ ਸਾਡੇ ਦਾ। ਤੇ ਕੀ ਹਾਲ ਨੇ ਜੱਟ ਸਾਹਿਬ? ਅਲਹਮਦੁਲਿਲਾ ਜੀ ਭਾਈ ਸ਼ਾਹ, ਤੁਸੀਂ ਸੁਣਾਓ, ਠੀਕ ਹੋ? ਅੱਲਾ ਪਾਕ ਦਾ ਸ਼ੁਕਰ, ਦੁਆਵਾਂ ਵੀਰ ਦੀਆਂ। ਹੋਰ ਸਿਹਤਾਂ ਤਬੀਅਤਾਂ ਠੀਕ ਨੇ? ਬੜਾ ਹੀ ਮੌਲਾ ਦਾ ਕਰਮ ਆ ਜੀ, ਸ਼ੁਕਰ ਅਲਹਮਦੁਲਿਲਾ ਜਿਸ ਮਾਲਕ ਨੇ ਜੱਟ ਪੈਦਾ ਸਾਹਿਬ, ਗੱਲ ਇਹ ਵਾ ਕਿ ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਦੱਸੋ ਕਿ ਇਹ ਤੁਹਾਨੂੰ ਸ਼ੌਕ, ਕਬੂਤਰ ਬੰਦੇ ਤੁਸੀਂ ਸੁਲਝੇ ਜੇ ਲੱਗਦੇ ਜੇ, ਕਬੂਤਰਬਾਜੀ ਦੇ ਸ਼ੌਕ ਨੂੰ ਲੋਕ ਚੰਗਿਆ ਨਹੀਂ ਕਹਿੰਦੇ, ਤੇ ਸਭ ਤੋਂ ਪਹਿਲਾਂ ਤੁਹਾਨੂੰ ਸ਼ੌਕ ਕਬੂਤਰਬਾਜੀ ਦਾ ਲੱਗਾ ਕਿੱਦਾਂ? ਪਹਿਲਾਂ ਤੇ ਭਾਈ ਸ਼ਾਹਦ, ਜਿਹੜੇ ਮੁਸਲਮਾਨ ਭਰਾ ਸਾਡੇ ਵੇਖ ਰਹੇ ਆ, ਹਾਂਜੀ, ਉਹਨਾਂ ਨੂੰ ਸਾਡੀ ਤਰਫੋਂ ਅਸਲਾਮ ਅਲੈਕੁਮ ਜੀ। ਜੀ ਬਾਕੀ ਜਿਹੜੇ ਚੜ੍ਹਦੇ ਪੰਜਾਬ ਵਾਲੇ ਸਾਡੇ ਸਿੱਖ ਭਰਾ ਨੇ, ਜੀ, ਉਹਨਾਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਮੇਰਾ ਨਾਮ ਜੀ ਪੂਰਾ ਸਰਦਾਰ ਰੱਬ ਨਵਾਜ਼ ਆ। ਗਹਿਰੀ 95 ਮੇਰਾ ਪਿੰਡ ਆ, 65 ਰੋਡ ਤੇ ਗੋਜਰਿਓ। ਠੀਕ ਹੋ ਗਿਆ ਜੀ। ਤੇ ਸਰਕਾਰੇ ਦੋ ਆਲਮ ਤੇ ਦਰੂਦ ਪੜਨ ਤੋਂ ਬਾਅਦ ਸਰਕਾਰ ਦੀ ਆਲ ਤੇ ਅੱਲਾਹ ਤਾਲਾ ਸਾਨੂੰ ਸੱਚ ਬੋਲਣ ਦੀ ਤੌਫੀਕ ਦੇਵੇ ਜੀ, ਆਮੀਨ। ਮਾਲਕ ਦੀ ਜ਼ਾਤ। ਤੇ ਸ਼ੌਕ ਸਾਨੂੰ ਭਾਈ ਸ਼ਾਹਦ ਕਬੂਤਰਬਾਜੀ ਦਾ ਇਦਾਂ ਮੈਂ ਸਾਡੇ ਘਰ ਦੇ ਵਿੱਚ ਹੀ ਸੀਗੇ। ਅੱਛਾ, ਮੇਰੇ ਵੱਲ ਸਾਹਿਬ ਨੇ ਕਬੂਤਰ ਰੱਖੇ ਸੀ ਉੱਚੀ ਵਾਲੇ, ਪਹਿਲਾਂ ਕਾਲ ਸਿਰੇ। ਅੱਛਾ, ਉਹ ਨਾ ਮੈਂ ਛੋਟਾ ਹੀ ਸੀਗਾ ਤੇ ਮੰਨਤਾਂ ਮੁਰਾਦਾਂ ਨਾਲ ਮੇਰੇ ਘਰਦਿਆਂ ਨੇ ਦੁਆਵਾਂ ਨਾਲ ਯਾਨੀ ਮੈਨੂੰ ਲਿਆ ਸੀ ਅੱਲਾ ਕੋਲੋਂ। ਹਾਂ, ਉਹ ਸੁਖਣਾ ਸੁੱਖ ਲਿਆ। ਹਾਂਜੀ। ਅੱਛਾ, ਉਹ ਜਦੋਂ ਮੈਂ ਨਾ ਖੁੱਡੇ 'ਚ ਵੜਨ ਲੱਗ ਪਿਆ ਨਾ, ਹਾਂਜੀ, ਮੇਰੀ ਦਾਦੀ ਮੇਰੇ ਵੱਲ ਸਾਹਿਬ ਨੂੰ ਨਾ ਮਤਲਬ ਕਿ ਮਾਵਾਂ ਗਾਲਾਂ ਕੱਢਦੀਆਂ ਹੁੰਦੀਆਂ ਕਿ ਮੇਰੇ ਪੋਤੇ ਖਰਾਬ ਕਰ ਦੇਣੇ ਆ। ਹਾਂ, ਤੇ ਮੇਰੇ ਅੱਬੂ ਨੇ ਨਾ ਫਿਰ ਮੇਰੀ ਦਾਦੀ ਦੀ ਵਜ੍ਹਾ ਤੋਂ ਨਾ ਉਹ ਕਬੂਤਰ ਜਿਹੜੇ ਉੱਚੀ ਵਾਲੇ ਰੱਖੇ ਸੀ ਨਾ, ਬਹੁਤ ਅੱਛਾ ਸ਼ੌਕ ਕੀਤਾ। ਮੇਰੇ ਵਾਲ ਸਾਹਿਬ ਨੇ ਪਿੰਡ ਦੇ ਵਿੱਚੋਂ ਬਾਜ਼ੀਆਂ ਬੜੀਆਂ ਜਿੱਤੀਆਂ ਕਾਲ ਸਿਰਿਆਂ ਨਾਲ। ਅੱਛਾ ਜੀ। ਵੀ ਏਦਾਂ ਸ਼ੌਕ ਕੀਤਾ ਵੀ ਚੈਲੰਜ ਨਾਲ ਬਾਜ਼ੀਆਂ ਵੀ ਜਿੱਤੀਆਂ ਆਪਣੇ ਵਕਤ ਦੇ ਵਿੱਚ ਮੇਰੇ ਵਾਲ ਸਾਹਿਬ ਨੇ, ਉੱਚੀਆਂ ਵਾਲੀਆਂ। ਅੱਛਾ, ਇਹ ਬਹੁਤ ਚੰਗਾ ਆ ਗਿਆ। ਬਾਬੇ ਹੁਣਾਂ ਨੂੰ ਵੀ ਲਾਜ਼ਮੀ ਉੱਚੀ ਦਾ ਵੀ ਸਾਨੂੰ ਸਟੋਰੀ। ਹਾਂਜੀ, ਇਨਸ਼ਾਅੱਲਾ ਤੁਹਾਨੂੰ ਸਾਰੀ ਸੁਣਾਉਣਗੇ ਵਾਲ ਸਾਹਿਬ। ਹਾਂ, ਉਹ ਜੀ ਮੁੜ ਕੇ ਜਦੋਂ ਮੈਂ ਖੁੱਡੇ 'ਚ ਵੜਨ ਲੱਗ ਪਿਆ, ਉਹ ਫਿਰ ਕਾਬੂ ਉਹਨਾਂ ਨੇ ਨਾ ਚੁਕਾਤੇ ਵੀ ਸਾਡਾ ਮੁੰਡਾ ਨਾ ਖਰਾਬ ਹੋ ਜਾਵੇ। ਅੱਛਾ, ਪਰ ਤੁਹਾਨੂੰ ਪਤਾ ਵੀ ਇਹ ਐਸੇ ਜਰਾਸੀਮ ਆ, ਇਹ ਖਾਨਦਾਨ ਚੋਂ ਜਾਂਦੇ ਨਹੀਂ, ਇਹ ਰਚ ਜਾਂਦੇ ਆ, ਇਹ ਵਿੱਚ ਰਚ ਜਾਂਦੇ ਆ ਜੀ। ਹਾਂਜੀ, ਅਸੀਂ ਥੋੜੇ ਥੋੜੇ ਤਗੜੇ ਹੋਏ ਜੀ। ਮੈਨੂੰ ਵੀ ਐਡਾ ਸ਼ੌਕ ਨਹੀਂ ਸੀਗਾ। ਅੱਛਾ, ਮੇਰਾ ਛੋਟਾ ਭਾਈ ਆ ਜੀ, ਉਹ ਖਾਲਦ ਨਵਾਜ਼ ਉਹਦਾ ਨਾਮ ਆ। ਅੱਛਾ, ਫੈਸਲਾਬਾਦ ਰਹਿੰਦਾ, ਉੱਥੇ ਕੰਮ ਕਰਦਾ ਉਹ। ਅੱਛਾ, ਉਹ ਨਾ 115 ਡਾਕਟਰ ਵਾਲੀ ਜੜ੍ਹਾਂ ਵਾਲੇ, ਹਾਂਜੀ, ਬੂਟੇ ਵਾਲੀ ਝਾਲ ਦੇ ਨਾਲ ਉੱਥੇ 115 ਡਾਕਟਰ ਵਾਲੀ ਪਿੰਡ ਆ ਜੀ। ਅੱਛਾ, ਉੱਥੇ ਮੇਰੀ ਫੁੱਫੋ ਰਹਿੰਦੀ ਆ। ਮੇਰੀ ਫੁੱਫੋ ਦੇ ਮੁੰਡੇ ਨੂੰ ਸ਼ੌਕ ਸੀ ਉਹ। ਅੱਛਾ, ਉੱਚੀ ਵਾਲਿਆਂ ਦਾ? ਨਹੀਂ, ਨੀਵੀਂ ਵਾਲਿਆਂ ਦਾ। ਮੇਰੇ ਫੁੱਫੜ ਨੇ ਉੱਥੇ ਤਕਰੀਬਨ ਜਦੋਂ ਦਾ ਪਾਕਿਸਤਾਨ ਇਧਰੋਂ ਆਏ ਉਦੋਂ ਦੇ ਉੱਥੇ ਰੱਖੇ ਸੀ ਕਬੂਤਰ। ਅੱਛਾ, ਯਾਨੀ ਉਹਨਾਂ ਨੂੰ ਬਹੁਤ ਸ਼ੌਕ ਸੀ ਨੀਵੀਂ ਵਾਲੇ ਕਬੂਤਰਾਂ ਦਾ। ਅੱਛਾ, ਫੁੱਫੜ ਤੇਰਾ ਉਧਰੋਂ ਆਇਆ ਸੀ? ਫੁੱਫੜ ਮੇਰਾ ਉਧਰੋਂ ਆਇਆ ਸੀ। ਕਿਹੜੇ ਉਧਰੋਂ ਜ਼ਿਲ੍ਹੇ ਚੋਂ ਆਏ ਸਨ? ਜ਼ਿਲ੍ਹਾ ਸਾਡਾ ਤਕਰੀਬਨ ਉੱਥੇ ਜਲੰਧਰ ਹੀ ਸੀਗਾ ਜੀ। ਜਲੰਧਰ? ਹਾਂਜੀ। ਅੱਛਾ, ਸਾਡਾ ਜਿਹੜਾ ਜ਼ਾਤੀ ਪਿੰਡ ਆ ਉੱਥੇ, ਜ਼ਿਲ੍ਹਾ ਸਾਡਾ ਜਲੰਧਰ ਆ ਜੀ, ਰਿਆਸਤ ਕਪੂਰਥਲਾ ਜੀ ਉੱਥੇ। ਅੱਛਾ, ਪਿੰਡ ਸਾਡਾ ਬਰਿਆਰਾਂ ਸੀਗਾ ਜੀ। ਅੱਛਾ, ਤੇ ਉਹ ਅਸੀਂ ਉੱਥੋਂ ਹੀ ਆਏ ਸੀ, ਸਾਡੇ ਵਡੇਰੇ ਉੱਥੋਂ ਹੀ ਆਏ ਸੀ। ਅੱਛਾ, ਉਹ ਗੱਲ ਏਦਾਂ ਕਿ ਮੇਰਾ ਭਾਈ ਉੱਥੇ ਗਿਆ ਕਿਸੇ ਵਜ੍ਹਾ ਤੋਂ, ਤੇ ਉੱਥੋਂ ਨਾ ਉਹ ਮੇਰੀ ਫੁੱਫੋ ਦੇ ਮੁੰਡੇ ਕੋਲੋਂ 2 ਕਬੂਤਰ ਸ਼ੌਕੀਆ ਤੌਰ ਤੇ ਲੈ ਆਇਆ। ਭਾਈਆ ਮੇਰਾ ਛੋਟਾ ਖਾਲਦ ਨਵਾਜ਼। ਅੱਛਾ, ਉਹ ਲੈ ਆਇਆ। ਅਸੀਂ ਨਾ ਸਮਾਂ ਮੇਰੇ ਅੱਬੂ ਨੇ ਨਾ ਸਾਨੂੰ ਕਦੀ ਮਨਾ ਨਹੀਂ ਕੀਤਾ ਵੀ ਮੈਂ ਲੋਕਾਂ ਦੇ ਜਾਂਦਾ ਸੀਗਾ। ਤੇ ਉਹ ਬੁੜੇ ਮੇਰੇ ਅੱਬੂ ਮੇਰੇ ਨੇ ਵਾਲ ਸਾਹਿਬ ਨੇ ਕਿਹਾ ਯਾਰ ਤੂੰ ਨਾ ਘਰੇ ਰੱਖ ਕੇ ਸ਼ੌਕ ਕਰਿਆ ਕਰੋ, ਆਪਣਾ ਕੋਈ ਵੀ ਸ਼ੌਕ ਹੁੰਦਾ ਘਰੇ ਹੀ ਰੱਖੀਦਾ ਹੁੰਦਾ, ਆਪਣੀ ਦਿਲਦਾਰੀ ਬਣਾਈ ਦੀ ਆ। ਬੜੀ ਗੱਲ ਆ ਵੀ ਕਿਸੇ ਕੋ ਜਾ ਕੇ ਨਹੀਂ ਬਈਦਾ ਹੁੰਦਾ, ਹਾਂ, ਕੋਈ ਤੁਹਾਡੇ ਕੋਲ ਆਣ ਕੇ ਬਵੇ। ਅੱਛਾ, ਅਸੀਂ ਕਿਹਾ ਜੀ ਠੀਕ ਆ। ਉਹ ਮੇਰੇ ਭਾਈ ਨੇ ਜਦੋਂ ਕਬੂਤਰ ਲੈਣ ਦੇਣਾ ਤੇ ਖੈਰ ਕਿਸੇ ਨੇ ਵੀ ਨਹੀਂ ਘਰੋਂ ਕਿਹਾ ਵੀ ਯਾਰ ਤੂੰ ਕਿਉਂ ਲਿਆਂਦੇ। ਮੇਰੀ ਜਿਹੜੀ ਦਾਦੀ ਸੀ ਉਹ ਫੌਤ ਹੋ ਗਈ ਸੀਗੀ। ਅੱਛਾ, ਫਿਰ ਕਿਹਨੇ ਕਹਿਣਾ ਸੀਗਾ? ਕਹਿਰ ਵਾਲੇ ਤੇ ਜਾਂਦੇ ਰਹੇ। ਕਹਿਰ ਵਾਲੇ ਜਾਂਦੇ ਰਹੇ। ਵਾਲਾ ਸਾਹਿਬ ਨੂੰ ਸ਼ੌਕ ਸੀਗਾ, ਉਹਨਾਂ ਦੀ ਸਮਾਂ ਮੁਰਾਦ ਪੂਰੀ ਹੋ ਗਈ ਵੀ ਗਾਣੇ ਆਣਿਆ ਰੱਖ ਲੈ। ਉਹ ਜੀ ਅਸੀਂ ਕਬੂਤਰ, ਉਹ ਜਿਹੜਾ ਜੋੜਾ ਲਿਆਂਦਾ ਸੀਗਾ ਨਾ, ਉਹ ਇੱਕ ਕਬੂਤਰ ਸੀ ਇੱਕ ਕਬੂਤਰੀ ਸੀ। ਉਹ ਕਬੂਤਰ ਨੂੰ ਨਾ ਬਿੱਲੀ ਖਾ ਗਈ। ਅੱਛਾ, ਕਬੂਤਰ ਨੂੰ ਬਿੱਲੀ ਖਾ ਗਈ, ਕਬੂਤਰੀ ਇਕੱਲੀ ਰਹਿ ਗਈ। ਉਹ ਮੇਰੇ ਨਾਲ ਵਾਲਾ ਸਾਹਿਬ ਨੇ ਪਿੰਡ 'ਚ ਇੱਕ ਮੁੰਡੇ ਨੂੰ ਸ਼ਿਕਾਰੀ ਸੀਗਾ ਸਾਡੇ ਪਿੰਡ ਦੇ ਵਿੱਚ, ਉਹਦਾ ਨਾਂ ਆਫਤਾਬ ਆ ਤੇ ਮਦਾਰੀ ਕਹਿੰਦੇ ਆ। ਅੱਛਾ, ਅੱਬੂ ਮੈਨੂੰ ਉਹਨੂੰ ਕਿਹਾ ਵੀ ਉਹ ਵੀ ਅੱਬੂ ਨੇ ਕਿਹਾ ਵੀ ਭਤੀਜਾ ਕਿਤੇ ਕੋਈ ਕਬੂਤਰ ਲਿਆਣ ਦੇ ਯਾਰ, ਕੋਈ ਕਬੂਤਰੀ ਇਕੱਲੀ ਰਹਿ ਗਈ ਆ, ਮੇਰੇ ਨਿਆਣਿਆਂ ਦਾ ਸ਼ੌਕ ਆ। ਅੱਛਾ, ਉਹਨੇ ਸਾਨੂੰ ਕਬੂਤਰ ਖੈਰ ਦਿੱਤਾ, ਉਹ ਚੰਗਾ ਕਬੂਤਰ ਸੀ। ਅੱਛਾ,
ਉਹ ਥੋੜੇ ਦਿਨ ਪਏ ਤੇ ਉਹ ਕਬੂਤਰ ਨੂੰ ਨਾ ਉਹਨੂੰ ਵੀ ਬਿੱਲੀ ਖਾ ਗਈ। ਅੱਛਾ, ਬਿੱਲੀ ਟੱਕ ਰੱਖ ਲਿਆ ਕਬੂਤਰ, ਬਿੱਲੀ ਨੇ ਕਿਹਾ ਵੀ ਹੁਣ ਤਾਂ ਮੂੰਹ 'ਚ ਪੈ ਗਿਆ, ਖਾਣਾ ਵੀ ਕਬੂਤਰ ਹੀ, ਖਾਣਾ ਵੀ ਕਬੂਤਰ ਹੀ, ਉਹ ਕਬੂਤਰ ਹੀ ਘੱਲੀ ਰਹਿ ਗਈ। ਹਾਂ, ਉਹ ਅਸੀਂ ਨਾ ਏਦਾਂ ਕਰਦਿਆਂ ਨਾ ਕਹਿੰਦੇ ਵੀ ਸਟਾਰਟ ਕੰਮ ਹੋ ਗਿਆ ਘਰ ਦੇ ਵਿੱਚ। ਫਿਰ ਅਸੀਂ ਹੋਰ ਇਕੱਠੇ ਕਰਨੇ ਸ਼ੁਰੂ ਕਰਤੇ, ਕੋਈ ਇਧਰੋਂ ਲੈਣ ਦਾ, ਕੋਈ ਇਧਰੋਂ ਲੈਣ ਦਾ। ਉਹ ਫਿਰ ਜਿਨ੍ਹਾਂ ਮੁੰਡਿਆਂ ਕੋਲ ਮੈਂ ਪਿੰਡ ਦੇ ਵਿੱਚ ਬਹਿੰਦਾ ਸੀਗਾ ਨਾ ਜੀ, ਉਹ ਪਿੰਡ ਦੇ ਵਿੱਚ ਮੈਨੂੰ ਜੁਗਤਾਂ ਕਰਾਉਣ ਲੱਗ ਪਏ। ਅੱਛਾ, ਉਹਨਾਂ ਦਾ ਸ਼ੌਕ ਚੰਗਾ ਸੀ। ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਵਲੈਤੀਆਂ ਕਬੂਤਰਾਂ ਦਾ ਬਿਲਕੁਲ ਨਹੀਂ ਸੀ ਪਤਾ। ਅੱਛਾ, ਉਹਨਾਂ ਮੁੰਡਿਆਂ ਨੇ ਸ਼ੁਰੂ ਤੋਂ ਵਲੈਤੀ ਰੱਖੇ ਸੀ, ਪਹਿਲਾਂ ਉਹਨਾਂ ਖਿਆਲ ਦੇਸੀ ਵੀ ਰੱਖੇ ਸੀ, ਮੁੜ ਕੇ ਉਹਨਾਂ ਵਲੈਤੀ ਰੱਖ ਲਏ। ਉਹ ਨਾ ਬਾਹਰੋਂ ਅੰਦਰੋਂ ਜਿੱਦੇ ਸੀ ਭਾਈ ਸ਼ਾਹਦ, ਅਸੀਂ ਉਹਨਾਂ ਕੋਲ ਬਹਿੰਦੇ ਸੀ, ਉਹਨਾਂ ਨੇ ਮੈਨੂੰ ਗੱਲਾਂ 'ਚ ਕਹਿਣਾ ਵੀ ਤੁਸੀਂ ਸਾਰੀ ਜ਼ਿੰਦਗੀ ਸ਼ਿਕਾਰੀ ਨਹੀਂ ਬਣ ਸਕਦੇ। ਅੱਛਾ, ਮੈਂ ਯਾਰ ਆਣ ਕੇ ਆਪਣੇ ਵਾਲਾ ਸਾਹਿਬ ਨੂੰ ਕਿਹਾ, ਮੈਂ ਕਿਹਾ ਹੈ ਵੀ ਮੇਰੇ ਸੱਜਣ ਆ ਤੇ ਏਦਾਂ ਗੱਲਾਂ 'ਚ ਗੱਲਾਂ ਵੀ ਕਰਦੇ ਆ। ਅੱਛਾ, ਤੇ ਅੱਬੂ ਜੀ ਆਪਾਂ ਨੂੰ ਕੋਈ ਗੱਲ ਵੀ ਯਾਰ ਲੋਕਾਂ ਦੱਸਦੇ ਨਹੀਂ ਸੁਣਿਆ ਵਾ ਵੀ ਉਸਤਾਦ ਲੋਕ ਗੱਲ ਨਹੀਂ ਦੱਸਦੇ। ਅੱਬੂ ਮੈਨੇ ਕਿਹਾ ਵੀ ਪੁੱਤ ਜੇ ਤੂੰ ਇਹ ਸ਼ੌਕ ਕਰਨਾ ਹੀ ਆ ਨਾ ਤੇ ਕੋਈ ਨਹੀਂ, ਮੈਂ ਤੇਰੇ ਨਾਲ ਆ, ਮੇਰੀਆਂ ਦੁਆਵਾਂ ਤੇਰੇ ਨਾਲ ਆ। ਅੱਛਾ, ਆਪਾਂ ਅੱਲਾ ਦਾ ਨਾਮ ਲੈ ਕੇ ਨਿਕਲਦੇ ਆਂ ਬਾਹਰ ਨੂੰ। ਅਸੀਂ ਭਾਈ ਸ਼ਾਹਦ ਨਿਕਲ ਗਏ ਬਾਹਰ, ਮੋਟਰਸਾਈਕਲ ਦਾ 125 ਸਾਡੇ ਕੋਲ ਸੀਗਾ। ਅਸੀਂ ਜਿੱਧਰੋਂ ਕਿਸੇ ਸੁਣਨਾ ਵੀ ਫਲਾਨਾ ਉਸਤਾਦ ਤਕੜਾ ਵਾ, ਮੋਟਰਸਾਈਕਲ ਨੂੰ ਮਾਰ ਨਹੀਂ ਕੇ ਕੌਣ ਤੁਰ ਪੈਣਾ। ਅੱਛਾ, ਇਹ ਦੌਰ ਐਸਾ ਜਾ ਰਿਹਾ ਭਾਈ ਸ਼ਾਹਦ ਕਿ ਕੋਈ ਬੰਦਾ ਨਾ ਇੰਨੀ ਕੁ ਗੱਲ ਦੱਸਦਾ ਵਾ, ਕੋਈ ਇੰਨੀ ਕੁ ਦੱਸਦਾ ਵਾ, ਕੋਈ ਥੋੜੀ ਜਿਹੀ ਜ਼ਿਆਦਾ ਦੱਸ ਦਿੰਦਾ, ਕੋਈ ਦੱਸਦਾ ਹੀ ਨਹੀਂ, ਯਾਨੀ ਕਿ ਕੋਈ ਪੂਰੀ ਗੱਲ ਨਹੀਂ ਦੱਸਦਾ। ਰਾਹ 'ਚ ਗੱਲਾਂ ਰੱਖਦੇ ਆ। ਉਹ ਜੀ ਅੱਲਾ ਦੀ ਕਰਨੀ ਹੋਈ। ਅੱਛਾ, ਅਸੀਂ ਉਹ ਕੁਝ ਥੋੜਾ ਹਾਸਲ ਕਰਦੇ ਹਾਂ ਜਿੰਨਾ ਸਾਨੂੰ ਲੱਭਦਾ ਗਿਆ। ਉਹ ਪਿੰਡ ਨਾਲ ਮੈਂ ਉਹਨਾਂ ਮੁੰਡਿਆਂ ਨਾਲ ਆਪਣੇ ਉਹ ਜਿਹੜੇ ਯਾਰ ਬੇਲੀ ਜਿਹਨਾਂ ਕੋਲ ਬਹਿੰਦਾ ਸੀ ਨਾ, ਉਹਨਾਂ ਨਾਲ ਮੇਰੀਆਂ ਬਾਜ਼ੀਆਂ ਲੱਗ ਗਈਆਂ। ਅੱਛਾ, ਪਿੰਡ ਦੇ ਵਿੱਚ ਜਿਹੜਾ ਬਾਜ਼ੀਆਂ ਦੀ ਗੱਲ ਦੇ ਵਿੱਚ ਫਿਰ ਟੋਕੀ ਦੀ ਮੈਨੂੰ ਬਿਮਾਰੀ ਹੈ ਬੜੀ ਵੱਡੀ। ਹਾਂਜੀ, ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਮੁੜ ਕੇ ਤੁਸੀਂ ਸ਼ੌਕ ਦੇ ਵਿੱਚ ਆਣ ਕੇ ਕੋਈ ਉਸਤਾਦ ਫੜਿਆ ਕਿ ਨਾ ਫੜਿਆ? ਉਹ ਤੁਹਾਨੂੰ ਦੱਸਦਾ ਨਾ ਜੀ। ਉਹ ਏਦਾਂ ਜੀ ਪਹਿਲਾਂ ਕੋਈ ਉਸਤਾਦ ਨਹੀਂ ਸੀਗਾ। ਅੱਛਾ, ਉਹ ਅਸੀਂ ਉਹ ਜਦੋਂ ਬਾਜ਼ੀਆਂ ਲੱਗ ਗਈਆਂ, ਬਾਜ਼ੀਆਂ ਏਦਾਂ ਲੱਗੀਆਂ ਕਿ 8 ਘਰ ਸੀ। ਅੱਛਾ, ਫੀ ਘਰੋਂ ਕਬੂਤਰ ਇੱਕ ਉਡਣਾ ਸੀ, 8 ਕਬੂਤਰ ਉੜਿਆ ਕਰਨੇ ਸੀ। 8 ਕਬੂਤਰ ਉੜਨੇ, 8 ਉੜਨੇ ਸੀ। ਉਹ ਜਿਨ੍ਹਾਂ ਮੁੰਡਿਆਂ ਕੋਲ ਮੈਂ ਬਹਿੰਦਾ ਸੀ ਨਾ ਜੀ, ਮਿੱਥਵੇਂ ਯਾਨੀ ਕਬੂਤਰ ਹੋ ਗਏ। ਹਾਂਜੀ, ਵੀ ਕੱਲੇ ਦਾ ਦੜਾ ਤੇ ਬਾਜੀ ਦੀ ਬਾਜੀ ਵੀ ਕੱਲੇ ਨਾਲ ਕੱਲਾ ਨਹੀਂ ਲੱਗੀ, 8 ਉੜਿਆ ਕਰਨੇ ਸੀ। ਅੱਛਾ, ਉਹ ਜਿਨ੍ਹਾਂ ਮੁੰਡਿਆਂ ਕੋਲ ਮੈਂ ਬਹਿੰਦਾ ਸੀ, ਉਹ 3 ਬਾਜ਼ੀਆਂ ਜੀ ਪਹਿਲੀਆਂ 2 ਜਿੱਤ ਗਏ ਤੇ ਐਂਡ ਵਾਲੀ ਜਿੱਤ ਗਏ। ਸਾਡੇ ਹਿੱਸੇ ਕੋਈ ਨਹੀਂ ਆਈ, 5 ਬਾਜ਼ੀਆਂ ਸੀ, ਜਾਨੀ ਉਹ ਹਾਰ ਗਏ। ਲੋਕ ਜਿੱਤੀਆਂ ਦੱਸਦੇ, ਜੱਟਾ ਤੂੰ ਹਰੀਆਂ ਦੱਸੀ ਉਹਨਾਂ। ਦੇਖੋ ਜੀ, ਗੱਲ ਸੱਚੀ ਕਰਨੀ ਚਾਹੀਦੀ, ਝੂਠ ਨਹੀਂ ਮਾਰਨਾ ਚਾਹੀਦਾ। ਪਹਿਲਾਂ ਅਸੀਂ ਇਸ ਗੱਲ ਦਾ ਇੰਟਰਵਿਊ ਸ਼ੁਰੂ ਹੋਣ ਤੇ ਅਸੀਂ ਕਿਹਾ ਸੀ ਅੱਲਾਹ ਤਾਲਾ ਸੱਚ ਬੋਲਣ ਦੀ ਤੌਫੀਕ ਦੇਵੇ। ਆਮੀਨ। ਅੱਛਾ, ਉਹ ਜੀ ਬਾਜ਼ੀਆਂ ਅਸੀਂ ਹਾਰ ਗਏ। ਵੀ ਸਾਡੇ ਨਾਲ ਕੋਈ, ਅਸੀਂ ਇਕੱਲੇ ਨਹੀਂ ਹਰੇ, ਨਾਲ 6 ਘਰ ਹੋਰ ਵੀ ਹਰੇ। ਵੀ ਤੁਸੀਂ ਇਕੱਲੇ ਨਹੀਂ ਹਰੇ। ਉਹ ਸਾਡੀ ਦਿਲ ਨੂੰ ਹੈ ਸੀ ਵੀ ਵਾਮ ਹੋਰ ਵੀ ਹਰੀ ਖਾ ਰਿਹਾ। ਅਸੀਂ ਨਾ ਜੀ ਉਹ ਮਿਹਨਤ ਕਰਨੀ ਸ਼ੁਰੂ ਕਰਤੀ। ਅੱਛਾ, ਹੋਰ ਜਨੂਨ ਹੋ ਗਿਆ ਜੀ। ਹੁਣ ਵੀ ਮਤਲਬ ਕਿ ਨਾ ਜਦੋਂ ਕਿਸੇ ਬੰਨੇ ਕੰਢੇ ਗੱਲ ਆਈ, ਉਦੋਂ ਹੀ ਸ਼ੌਕ ਨੂੰ ਕਿਸੇ ਸਾਈਡ ਤੇ ਲਾਉਣਾ। ਅਸੀਂ ਨਿਕਲ ਗਏ, ਮੈਂ ਤੇ ਮੇਰੇ ਵਾਲ ਸਾਹਿਬ, ਕਦੀ ਕਿਸੇ ਕੋ ਜਾਈਏ, ਕਬੂਤਰ ਵੀ ਅੱਛੇ ਇਕੱਠੇ ਕਰਨੇ ਸ਼ੁਰੂ ਕਰਤੇ। ਤੁਹਾਨੂੰ ਪਤਾ ਫਿਰ ਜਨੂਨ ਜੂ ਹੋ ਗਿਆ। ਉਹ ਨਾ ਅਸੀਂ ਏਦਾਂ ਗਏ ਤੇ ਮੇਰੇ ਅੱਬੂ ਨਾ, ਮਤਲਬ ਕਿ ਮੇਰੇ ਅੱਬੂ ਦਾ ਸੱਜਣਗੀਰੀ ਸੀਗੀ ਪੀਰ ਮਹੱਲ ਕਿਸੇ ਬੰਦੇ ਦੇ ਥਰੂ। ਅੱਛਾ, ਉਹ ਬੰਦੇ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਐਵੇਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੀਦਾ। ਅੱਛਾ, ਉਹਦਾ ਕਿਸੇ ਦੇ ਥਰੂ ਸਾਡੀ ਉੱਥੇ ਤਲਕ ਵਾਸਤਾ ਬਣ ਗਿਆ, ਪੀਰ ਮਹੱਲ 33 ਕਾਲਜ ਵਾਲੀ ਦੇ ਵਿੱਚ। ਅੱਛਾ ਜੀ। ਉਹ ਬੰਦੇ ਨਾਲ ਅਸੀਂ ਕੋਈ ਕੰਮ ਕੱਢਿਆ ਸੀਗਾ, ਮੇਰੇ ਵਾਲ ਸਾਹਿਬ ਨੇ ਕੋਈ ਕੰਮ ਉਹਦਾ ਕੱਢਿਆ ਸੀ। ਉਹਨੇ ਕਿਹਾ ਵੀ ਮੰਗੋ, ਕੀ ਮੰਗਦੇ? ਮੇਰੇ ਅੱਬੂ ਨੇ ਕਿਹਾ ਜੀ ਸਾਨੂੰ ਨਾ ਆਪਣੇ ਕਬੂਤਰਾਂ ਚੋਂ ਸਾਨੂੰ ਕੋਈ ਜਾਨਵਰ ਦੇ ਦੇ। ਅੱਛਾ, ਉਹਨੇ ਕਿਹਾ ਜੀ ਮੈਂ ਜਾਨਵਰ ਤੈਨੂੰ ਦਊਂਗਾ, ਕਬੂਤਰੀ ਮੇਰੀ ਬਹੁਤ ਜਿੱਤੀ ਜਿਤਾਈ ਆ, ਲੇਕਿਨ ਇਹਨੂੰ ਹੋ ਗਿਆ ਝੋਲਾ ਕਿਸੇ ਵਜ੍ਹਾ ਨਾਲ, ਇਹ ਲੈ ਜਾਓ ਤੇ ਜ਼ਿੰਦਗੀ 'ਚ ਕਰੋਗੇ ਯਾਦ। ਅੱਛਾ, ਉਹਨੇ ਕਿਹਾ ਜ਼ਿੰਦਗੀ 'ਚ ਕਰੋਗੇ ਯਾਦ। ਅੱਛਾ, ਅਸੀਂ ਨਾ ਜੀ ਉਹ ਕਬੂਤਰੀ ਲੈਣ ਦੀ, ਕਾਲੀ ਚੀਨੀ ਉਹ ਕਬੂਤਰੀ ਹੋਵੇ। ਅੱਛਾ, ਮੀਆਂ ਨਦੀਮ ਉਹਦਾ ਨਾਂ ਜੀ, ਜਿਸ ਬੰਦੇ ਕੋਲ ਅਸੀਂ ਲਿਆਂਦੀ, ਉਹ 33 ਕਾਲਜ ਵਾਲੀਆਂ, ਉਹਦੇ ਕਾਲਨੋਕੇ ਬੜੇ ਮਸ਼ਹੂਰ ਸੀ। ਅੱਛਾ, ਉਹ ਜੀ ਅਸੀਂ ਲੈਣ ਦੀ, ਇੱਥੇ ਲਿਆਣ ਕੇ ਨਾ ਜੀ ਅਸੀਂ ਉਹ ਕਬੂਤਰ ਸਾਡੇ ਕੋਲ ਪੀਲੀਆਂ ਅੱਖਾਂ ਦਾ ਫਿਰਦਾ ਸੀਗਾ ਜੀ। ਅੱਛਾ, ਅਸੀਂ ਉਹਨਾਂ ਟੱਚ ਕਰ ਦਿੱਤੀ, ਪੱਠਾ ਹੀ ਸਾਡੇ ਘਰ ਦਾ ਹੀ ਸੀ, ਜੋੜੇ ਲਾਤੀ ਉਹ। ਉਸ ਬੰਦੇ ਦਾ ਸਾਨੂੰ ਇਹ ਕਹਿਣ ਸੀ ਵੀ ਜਿਹੜਾ ਬੱਚਾ ਇਹ ਲਾਲਚੀ ਨਾ ਕੱਢੇ ਨਾ ਜੀ, ਉਹ ਤੁਸੀਂ ਕੱਟ ਲੈਣਾ, ਡਾਉਣਾ ਨਹੀਂ। ਹਾਏ ਹਾਏ, ਕੋਈ ਉਹਦੀ ਨਸਲ ਹੋਊਗੀ। ਪੂਰੀ ਨਿਸ਼ਾਨੀ ਦੱਸੀ। ਪੂਰੀ ਉਹਨੇ ਨਿਸ਼ਾਨੀ ਦੱਸੀ। ਉਹਨੇ ਜੀ ਪਹਿਲੇ ਬੱਚੇ ਦੋਨੇ ਲਾਲਚੀ ਨੇ ਪਾਤੇ। ਇੱਕ ਚਿੱਟੀਆਂ ਅੱਖਾਂ ਦਾ ਹੋਵੇ, ਇੱਕ ਖੱਟੀਆਂ ਦਾ ਹੋਵੇ। ਅੱਛਾ, ਉਹ ਜੀ ਅਸੀਂ ਬੱਚੇ ਉਹਨਾਂ ਦੇ 5 ਕਢਾਏ ਟੋਟਲ। ਉਹ ਜਿਹੜੇ ਦੋਨੇ ਸੀ ਨਾ ਜਿਹੜੇ ਪਹਿਲੇ ਕੱਢੇ ਸੀਗੇ, ਉਹ ਅਸੀਂ ਨਾ 3 ਬੱਚੇ ਕੱਖਾਂ 'ਚ ਭੇਜ ਦਿੱਤੇ, ਜਿਸ ਬੰਦੇ ਦੇ ਥਰੂ ਸਾਡਾ ਉਹਨਾਂ ਤਲਕ ਬਣਿਆ ਸੀ ਉਹਨੂੰ ਭੇਜ ਦਿੱਤੇ। ਤੇ ਜਿਹੜੇ 2 ਬੱਚੇ ਅਸੀਂ ਪਹਿਲੇ ਸੀ ਨਾ ਉਹ ਰੱਖ ਲਏ ਕੋਲ ਹੀ। ਜਿਹੜੇ ਪਹਿਲੇ ਲਾਲਚੀ ਨੇ 2 ਨਿਕਲੇ, ਉਹ ਦੋਨੇ ਨਿਕਲੇ ਵੀ ਪੱਠੇ, ਉਹ ਆਪਸ ਵਿੱਚ ਅਟੈਚ ਹੋ ਗਏ। ਅੱਛਾ, ਉਹ ਯਾਨੀ ਇੱਕ ਦੂਜੇ ਨਾਲ ਕ੍ਰਾਸ ਕਰਨ ਲੱਗ ਪਏ, ਪੱਠੇ ਹੀ ਦੋਨੇ। ਅੱਛਾ, ਤੇ ਭਾਈ ਦੋਨੇ। ਉਹ ਭਾਈ ਸ਼ਾਹਦ ਉਹਨਾਂ ਦਾ ਅਸੀਂ ਨਾਂ ਰੱਖਤਾ ਛੜੇ। ਅੱਛਾ,
ਉਹਨਾਂ ਦਾ ਨਾਂ ਕੀ ਰੱਖਤਾ? ਛੜੇ। ਉਹ ਹੈ ਹੀ ਛੜੇ ਸੀਗੇ, ਜ਼ਾਹਰੀ ਗੱਲ ਆ। ਉਹ ਛੜੇ ਨਾਂ ਰੱਖਤਾ ਤੇ ਮੈਂ ਨਾ ਆਪਣੇ ਵਾਲ ਸਾਹਿਬ ਨੂੰ ਕਹਣਾ ਇਹਨਾਂ ਦੇ ਏਡੇ ਵਿਡ ਆ, ਉਹ ਯਾਰ ਕੋਈ ਆਪਾਂ ਚੰਗੇ ਬਣਾ ਲਈਏ। ਇੱਥੇ ਮੇਰਾ ਇੱਕ ਦੋਸਤ ਸੀ, ਅੱਲਾਹ ਤਾਲਾ ਉਹਨੂੰ ਜੰਨਤ ਚ ਘਰ ਦੇਵੇ, ਮੁਦੱਸਰ ਨਾਂ ਸੀ ਉਹਦਾ, 94 ਦਾ। ਉਹਨੇ ਮੈਨੂੰ ਕਿਹਾ ਯਾਰ ਜੱਟਾ ਤੈਨੂੰ ਕੋਈ ਚੰਗੇ ਕਬੂਤਰ ਦਿਨਾ ਮੈਂ, ਇਹਨਾਂ ਨੂੰ ਘਰੋਂ ਕੱਢ, ਇਹਨਾਂ ਤੇ ਖੋਤੇ ਜਿਹੜੇ ਕਰਦਾ। ਉਹ ਖੈਰ ਸਾਡੀਆਂ ਬਾਜ਼ੀਆਂ ਉਸੇ ਤਰੀਕੇ ਨਾਲ ਫਿਰ ਲੱਗ ਗਈਆਂ ਅਗਲੇ ਸਾਲ। ਅਗਲੇ ਸਾਲ ਫੇਰ ਉਹ ਲੱਗ ਗਈਆਂ। ਉਹ ਜਾਨੂੰ ਪੱਲੀ ਸਾਫ ਹੋ ਗਏ ਸੀ ਦੋਨੇ ਛੜੇ। ਅਸੀਂ ਉਹ ਕਬੂਤਰਾਂ ਦੋਨਾਂ ਨੂੰ ਤਿਆਰੀ ਚ ਪਾ ਲਿਆ ਆਪਣੇ ਵਾਲਾ ਸਾਹਿਬ ਦੇ ਕਹਿਣ ਦੀ ਵਜ੍ਹਾ ਤੋਂ। ਸਾਨੂੰ ਨਹੀਂ ਪਸੰਦ ਇੱਕ ਮਿਸਾਲ, ਗੱਲ ਸੱਚੀ ਕਰਨੀ ਚਾਹੀਦੀ ਹੈ, ਲੇਕਿਨ ਵਾਲਦ ਦੀ ਗੱਲ ਨਹੀਂ। ਹਾਂਜੀ ਬੜੀ ਗੱਲ। ਉਹ ਮੇਰੇ ਵਾਲਦ ਨੇ ਕਿਹਾ ਵੀ ਇਹ ਕੁਝ ਕਰਨਗੇ। ਉਹ ਮੈਂ ਕਿਹਾ ਵੀ ਯਾਰ ਗੱਲ ਸੁਣ ਲਾ, ਹੁਣ ਕਹਿੰਦੇ ਤੇ ਹੈਗੇ ਆ ਪਰ ਸਾਨੂੰ ਨਜ਼ਰ ਨਾ ਵੀ ਸੱਚੀ ਗੱਲ ਕਰਨੀ ਚਾਹੀਦੀ ਆ। ਉਹ ਮੈਨੂੰ ਦੱਸਣ ਨੇ ਸਾਨੂੰ ਇੱਕ ਕਬੂਤਰੀ ਦਿੱਤੀ, ਉਹ ਖੈਰ ਅਸੀਂ ਵਰੀ ਛੱਡੀ, ਉਹ ਚੱਲ ਗਈ ਫਿਰ 94। ਉਹ ਸਾਡੇ ਕੋਲ ਫਿਰ ਘਰ ਦੇ ਉਹ ਛੜੇ ਗਏ। ਭਾਈ ਸ਼ਾਹਦ ਉਹ ਕਹਿਣ ਕਰਾਉਣ ਦੀ ਗੱਲ ਲੰਮੀ ਹੋਈ, ਅਸੀਂ ਬਾਜੀ ਦੇ ਵਿੱਚ ਪਹਿਲਾ ਛੜਾ ਛੱਡ ਦਿੱਤਾ, ਕੱਲਾ ਛੱਡਤਾ, ਬਾਕੀ 7 ਕਬੂਤਰਾਂ ਨਾਲ। ਉਦਾਂ ਹੀ 8 ਘਰ ਵੀ 8 ਕਬੂਤਰ ਮੇਥੇ ਸੀ ਨਾ 8 ਘਰਾਂ ਦੇ। ਉਹ ਕਬੂਤਰ ਛੱਡਦਾ ਛੜਾ ਇੱਕ ਪਹਿਲਾਂ ਬਾਜੀ ਦੇ ਵਿੱਚ। ਅੱਲਾਹ ਤਾਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਜੀ, ਉਹਨੇ ਪਹਿਲਾ ਦੜਾ ਹੀ ਉਹ ਪਿੰਡ ਦੇ ਵਿੱਚ ਜਿਹੜਾ ਬਾਜੀ ਸੀ ਜਾਂ ਦੜਾ ਸਮਝ ਲਓ ਉਹਨੂੰ ਜਿੱਤ ਲਿਆ ਛੜੇ ਨੇ। ਲਗਾਤਾਰ ਹੁਣ ਉਹਦੇ ਵਿੱਚ ਵਫਾ ਕੋਈ ਨਹੀਂ ਸੀ। ਅਗਲੇ ਦਿਨ ਅਸੀਂ ਦੂਸਰਾ ਛੱਡ ਦਿੱਤਾ, ਉਹਨੂੰ ਵਫਾ ਦੇਤਾ, ਜਿਹੜਾ ਜਿੱਤਿਆ ਦੂਏ ਦਿਨ ਦੂਆ ਛੱਡ। ਦੂਸਰੇ ਦਿਨ ਫੇਰ ਬਾਜੀ ਸੀ। ਮੈਂ ਕਿਹਾ ਲਗਾਤਾਰ 5 ਬਾਜ਼ੀਆਂ ਸੀ, ਨਾਗਾ ਕੋਈ ਨਹੀਂ ਸੀ। ਸਾਡੇ ਪਿੰਡ ਦਾ ਅਸੂਲ ਸੀਗਾ ਵੀ ਨਾਗਾ ਕੋਈ ਨਹੀਂ ਦੇਣਾ, 5 ਲਗਾਤਾਰ ਡਾਇਆ ਕਰਨੀਆਂ। ਫਿਰ ਬੰਦਾ ਨੇ ਆਪਣੇ ਕੰਮਾਂ ਕਾਰਾਂ ਤੇ ਜਾਣਾ ਹੁੰਦਾ ਸੀਗਾ, ਕੰਮ ਨਿਬੇੜਨ ਵਾਲੀ ਗੱਲ, ਨਾਲੇ ਸ਼ੌਕ ਹੋ ਜਾਂਦਾ ਸੀ। 5 ਡਾ ਕੇ ਸਾਡਾ ਰੱਜ ਹੋ ਜਾਂਦਾ ਸੀ, ਨਵੇਂ ਜੀ ਸ਼ੌਕ ਚ ਪਏ ਸੀ। ਉਹ ਜੀ ਭਾਈ ਸ਼ਾਹਦ ਅਸੀਂ ਨਾ ਦੂਸਰੇ ਦਿਨ ਦੂਆ ਛੱਡਿਆ, ਉਹ ਦੂਏ ਦਿਨ ਜਿੱਤ ਗਿਆ। ਦੂਸਰਾ ਛੜਾ ਵੀ ਜਿੱਤ ਗਿਆ, ਉਹ ਵੀ ਜਿੱਤ ਗਿਆ। ਛੜਿਆ ਤੇ ਬੱਲੇ ਬੱਲੇ ਕਰਾ। ਮੈਂ ਕਹਿੰਦਾ ਜੀ ਛੜੇ ਹੋਣ ਲੱਗ ਪਏ। ਪਿੰਡ ਚੋਂ ਲੋਕ ਜਿਹੜੇ ਸਿਆਣੇ ਬਾਬੇ ਸਨ, ਇਹਨਾਂ ਨੂੰ ਪਤਾ ਵੀ ਨਹੀਂ ਸੀ, ਉਹ ਵੀ ਪੁੱਛਣ ਵੀ ਕੀ ਬਣਿਆ ਛੜਿਆਂ ਦਾ। ਉਹ ਭਾਈ ਮਾਸ਼ਾਅੱਲਾ ਛੜੇ ਜਿੱਤ ਗਏ ਜੀ। ਉਹ ਦੂਸਰੇ ਦਿਨ ਦੂਸਰਾ ਛੜਾ ਜਿੱਤਿਆ, ਤੀਸਰੇ ਦਿਨ ਸੀ ਜਿਹੜਾ ਪਹਿਲੇ ਦਿਨ ਜਿੱਤਿਆ ਸੀ ਉਹ ਫਿਰ ਛੱਡ ਦਿੱਤਾ ਛੜਾ ਨਾਗਾ ਦੇ ਕੇ। ਉਹ ਨਾਗੇਬਾਜ਼ ਬਣ ਗਏ, ਕੁਦਰਤੀ ਤੌਰ ਤੇ ਏਦਾਂ ਰੂਟੀਨ ਬਣ ਗਈ ਉਹਨਾਂ ਦੀ। ਉਹ ਜੀ ਕਰਦਿਆਂ ਕਰਾਉਂਦਿਆਂ ਅਸੀਂ 4 ਲਗਾਤਾਰ ਜਿੱਤ ਗਏ ਜੀ ਬਾਜ਼ੀਆਂ ਛੜਿਆਂ ਨਾਲ। ਪੰਜਵੇਂ ਦਿਨ ਅਸੀਂ ਉਹ ਛੜਾ ਜਿਹੜਾ 2 ਜਿੱਤਿਆ ਸੀ ਨਾ ਜੀ ਬਾਜ਼ੀਆਂ, ਉਹ ਪੰਜਵੇਂ ਵਿੱਚ ਬਣਦਾ ਸੀਗਾ, ਉਹ ਪੰਜਵੇਂ ਚ ਅਸੀਂ ਫਿਰ ਛੱਡ ਦਿੱਤਾ। ਉਹ ਏਦਾਂ ਹੋਈ ਕਿ ਉਹ ਸਾਡੇ ਮੁਖਾਲਫਾਂ ਨੇ ਕਿਹਾ ਜੀ ਅਸੀਂ ਕਬੂਤਰ ਬੰਦ ਵੜ ਗਏ ਸਾਰੇ ਹੀ, ਵਿੱਚੋਂ 2 ਕਬੂਤਰ ਬੈਠੇ ਸੀ, 8 ਦੇ ਵਿੱਚੋਂ 6 ਰਹਿ ਗਏ ਸੀਗੇ, 6 ਦੇ 6 ਕਬੂਤਰ ਬੰਦ ਸੀਗੇ। ਇੱਕ ਸਾਡੇ ਮੁਖਾਲਫਾਂ ਦਾ ਕਬੂਤਰ ਚਮਕਿਆ, ਉਹਨਾਂ ਨੇ ਬਾਕੀ 5 ਕਬੂਤਰਾਂ ਦਾ ਟਾਈਮ ਲਵਾਤਾ। ਉਹ ਟਾਈਮ ਲਵਾਤਾ ਤੇ ਉਹਨਾਂ ਨੂੰ ਪਤਾ ਸੀ ਜੇ ਛੜਾ ਰਹਿ ਗਿਆ ਕੱਲਾ ਵੀ ਜੇ ਅਸੀਂ ਟਾਈਮ ਦੇਤਾ ਤੇ ਇਹਨੇ ਜਿੱਤ ਜਾਣਾ। ਰੁਟੀਨ ਬਣ ਗਈ ਸੀ ਕਬੂਤਰਾਂ ਦੀ, ਉਹ ਬਹਿੰਦੇ ਜੀ ਸ਼ਾਮ ਨੂੰ ਸੀਗੇ। ਉਹ ਭਾਈ ਸ਼ਾਹਦ ਏਦਾਂ ਹੋਈ ਕਿ ਉਹ ਬਾਜ਼ੀ ਉਹਨਾਂ ਨੇ ਸਾਡਾ ਟਾਈਮ ਚੋਂ ਕਬੂਤਰ ਕਟਾਤੇ, ਕਬੂਤਰ ਸਾਰੇ ਨਿਕਲੇ ਪੰਜੇ, ਬਾਕੀ ਵੀ ਨਿਕਲੇ, ਲੇਕਿਨ ਉਹ ਬੰਦੇ ਬਾਜ਼ੀ ਜਿੱਤ ਗਏ ਇਸ ਵਜ੍ਹਾ ਤੋਂ, ਟਾਈਮ ਘਟਾਉਣ ਦੀ ਵਜ੍ਹਾ ਤੋਂ। ਅਸੀਂ 4 ਬਾਜ਼ੀਆਂ ਲਗਾਤਾਰ ਜਿੱਤੇ ਆ ਜੀ। ਹਾਂਜੀ, ਉਹਨਾਂ ਨੇ ਕਿਹਾ 1 ਸੈਕਿੰਡ ਵੀ ਤੁਹਾਨੂੰ ਟਾਈਮ ਨਹੀਂ ਦੇਣਾ। ਅਸੀਂ ਕਿਹਾ ਜੀ ਕੋਈ ਰੌਲਾ ਨਹੀਂ, ਅਸੀਂ ਉਹਨਾਂ ਨੂੰ ਘੰਟਾ ਵੀ ਟਾਈਮ ਦਿੰਦੇ ਰਹੇ ਆ। ਹਾਂਜੀ, ਲੇਕਿਨ ਬਾਜ਼ੀ ਭਾਈ ਸ਼ਾਹ ਦਾ ਹੌਸਲੇ ਦਾ ਨਾਮ ਆ। ਸਾਨੂੰ ਇਹ ਜਿਹੜਾ ਬੰਦਾ ਹੌਸਲਾ ਨਹੀਂ ਨਾ ਜੀ ਕਰਦਾ, ਉਹ ਬੰਦਾ ਜਿੱਤ ਨਹੀਂ ਸਕਦਾ। ਠੀਕ ਹੈ ਨਾ ਜੀ। ਜਿਹੜਾ ਬੰਦਾ ਮੈਂ ਨਾ ਕਿ ਸ਼ੌਕ ਚ ਹਾਰ ਬਰਦਾਸ਼ਤ ਨਹੀਂ ਕਰਦਾ, ਸ਼ਿਕਾਰੀ ਨਹੀਂ ਬਣਦਾ, ਉਹ ਸ਼ਿਕਾਰੀ ਨਹੀਂ ਹੁੰਦਾ। ਅਸੀਂ ਮੁਖਤਸਰ ਗੱਲਾਂ ਕਰਦੇ ਆ। ਉਹ ਜੀ ਅਸੀਂ ਇਸ ਤਰ੍ਹਾਂ ਫਿਰ ਸਾਨੂੰ ਇਹ ਸ਼ੌਕ ਜੀ ਭਾਈ ਸ਼ਾਹਦ ਪੈ ਗਿਆ। ਫਿਰ ਮੈਂ ਬਾਹਰ ਫਿਰਦਾ ਤੁਰਦਾ ਸੀਗਾ, ਫਿਰ ਮੈਂ ਸੋਚਿਆ ਕਿ ਯਾਰ ਕੋਈ ਅੱਛਾ ਉਸਤਾਦ ਵੀ ਹੋਣਾ ਚਾਹੀਦਾ ਵਾ। ਠੀਕ ਹੈ ਨਾ। ਫਿਰ ਅਸੀਂ ਜੀ ਉਸਤਾਦ ਮੇਰਾ ਜੀ 60 ਚੱਕ ਸ਼ਬਾਜਪੁਰ ਦਾ ਉਸਤਾਦ ਸਲੀਮ ਜੱਟ। ਸ਼ਬਾਜਪੁਰ ਇੱਕ ਤੇ ਨਾ ਉਹ ਸਿੱਧੂਪੁਰ ਦੇ ਨਾਲ, ਸਿੱਧੂਪੁਰ ਦੇ ਉਸੇ ਉਹ ਬੰਗਲੇ ਰੋਡ ਦੇ ਉੱਤੇ ਜਾਂ ਫੈਸਲਾਬਾਦ ਅਮੀਪੁਰ ਬੰਗਲੇ ਰੋਡ ਤੇ ਆ ਜੀ। ਉਹਨਾਂ ਨੂੰ ਸਟਾਫ ਵੀ ਪੂਰਾ ਬੰਗਲਾ ਹੀ ਬਣਦਾ ਵਾ। 60 ਚੱਕ ਸ਼ਬਾਜਪੁਰ ਬਹੁਤ ਮਸ਼ਹੂਰ ਪਿੰਡ ਆ ਜੀ, ਬੜੇ ਧੜੇਬਾਜ਼ੀਆਂ ਉੱਥੇ ਹੁੰਦੇ ਨੇ। ਸ਼ਬਾਜਪੁਰ ਮਸ਼ਹੂਰ। ਉਸਤਾਦ ਮੇਰਾ ਜੀ ਉਸਤਾਦ ਸਲੀਮ ਜੱਟ ਆ ਜੀ, ਅੱਲਾਹ ਤਾਲਾ ਉਹਨਾਂ ਦੀ ਜ਼ਿੰਦਗੀ ਕਰੇ। ਅਸੀਂ ਇੱਕੋ ਹੀ ਗੱਲ ਕੀਤੀ, ਮੈਂ ਤੇ ਮੇਰੇ ਵਾਲ ਸਾਹਿਬ ਨਾਲ ਗਏ, ਨਾਲ ਸਾਡੇ ਇੱਕ ਲਾਹੌਰ ਦੇ ਸੈਯਦ ਬਾਦਸ਼ਾਹ ਸੀਗੇ ਦੇ ਸ਼ਿਕਾਰੀ। ਅਸੀਂ ਕਿਹਾ ਜੀ ਅਸੀਂ ਬਾਰ-ਬਾਰ ਨਹੀਂ ਕਦੀ ਆਏ ਉਸਤਾਦ ਮੁਹਤਰਮ, ਜੇ ਅਸੀਂ ਸ਼ਾਗਿਰਦ ਤੁਹਾਡਾ ਇੱਕ ਸ਼ਰਤ ਤੇ ਪੈਣਾ ਵੀ ਜੇ ਸਾਨੂੰ ਤੁਸੀਂ ਟੋਟਲ ਗੱਲ ਦੱਸੋਗੇ ਵੀ ਅਸੀਂ ਬਾਰ-ਬਾਰ ਇਹ ਕਿਉਂ ਕਹੋ ਨਾ ਗੋਲੀਆਂ ਵਾਸਤੇ ਆਓ ਜਾਂ ਗੋਲੀਆਂ ਆਣ ਕੇ ਬਣੀਆਂ ਬਣਾਈਆਂ ਲੈ ਜਾਓ, ਇਹ ਕੰਮ ਸਾਡੇ ਕੋਲ ਨਹੀਂ ਹੁੰਦਾ। ਅਸੀਂ ਜੱਟ ਜੇ ਬੰਦੇ ਆ, ਸਾਫ਼ ਸਿੱਧੀਆਂ ਹੀ ਕਰ ਦਿੱਤੀਆਂ। ਇਹ ਮੇਰੇ ਵਾਲਾ ਸਾਹਿਬ ਦਾ ਕਮਾਲ ਸੀ ਜੀ। ਜੱਟ ਬੰਦੇ ਆ ਜੀ, ਗੱਲ ਖਰੀ ਕਰਨੀ ਸੀਗੀ ਵੀ ਸਾਡੇ ਕੋਲ ਐਵੇਂ ਅਸੀਂ ਲਾਲਚ ਨਾ ਆਈ ਜਾਈਏ ਜਾਂ ਤੁਹਾਡੇ ਕੋਲ ਗੋਲੀਆਂ ਲੈ ਕੇ ਜਾਈਏ, ਉਹ ਸਾਡੇ ਕੋਲ ਕੰਮ ਨਹੀਂ ਹੁੰਦਾ। ਰੋਜ਼ ਸਾਡੇ ਕੋਲ ਗੇੜੇ ਨਹੀਂ ਵੱਜਦੇ, ਆਉਣ ਜਾਣ ਨਹੀਂ ਖੇਡਣਾ, ਆਉਣ ਜਾਣ ਨਹੀਂ ਸਾਡੇ ਕੋਲ ਖੇਡ ਹੁੰਦਾ। ਉਹ ਜੀ ਖੈਰ ਸਾਡੇ ਮੇਰੇ ਉਸਤਾਦ ਨੇ ਕਿਹਾ ਜੀ ਮੈਂ ਜੀ ਤੁਹਾਡੇ ਤੁਸੀਂ ਸ਼ਾਗਿਰਦ ਨਹੀਂ ਵੀ ਪੈਣਾ ਨਾ ਜੀ, ਤੁਹਾਨੂੰ ਮੈਂ ਗੋਲੀਆਂ ਬਣਾਉਣੀਆਂ ਦੱਸ ਦਾਂਗਾ।
ਕਿਆ ਬਾਤਾਂ ਨੇ। ਵੀ ਕੋਈ ਵੱਡੀ, ਉਹ ਵੀ ਜੱਟ ਸੀ ਅੱਗੇ, ਤੁਹਾਨੂੰ ਪਤਾ ਫਿਰ ਪੂਰੇ ਭਾਈ ਸੀ ਅੱਗੇ ਹੈ। ਅੱਛਾ, ਉਹਨੇ ਵੀ ਫਿਰ ਪੂਰੀ ਗੱਲ ਉਹਨੇ ਵੀ ਭਾਈਆਂ ਵਾਲੀ ਗੱਲ ਕੀਤੀ। ਹਾਂ ਅਗਲੀ ਵਾਰੀ ਅਸੀਂ ਗਏ ਆ ਜੀ, ਸਾਫਾ ਸੂਫਾ ਲੈ ਕੇ ਗਏ, ਜਿੱਦਣ ਮਠਿਆਈ ਪਹਿਲਾਂ ਵੀ ਮਤਲਬ ਆਪਣੇ ਸਹੀ ਤਰੀਕੇ ਨਾਲ ਗਏ ਸੀਗੇ, ਅੱਛਾ। ਮੁੜ ਕੇ ਅਸੀਂ ਫਿਰ ਪ੍ਰੋਪਰ ਸ਼ਗਿਰਦੀ ਦੇ ਤਰੀਕੇ ਨਾਲ ਗਏ। ਤੇ ਹੁਣ ਪੈਣਾ ਆ ਪੈਣਾ ਸ਼ਗਿਰਦ ਤੁਲ ਕੇ ਗਏ, ਹਾਂ ਰਿਜ਼ਲਟ ਨਹੀਂ ਅਜੇ ਕੋਈ ਦੇਖਿਆ, ਹਾਂ ਸ਼ਗਿਰਦ ਪੈਣ ਚੱਲ ਗਏ। ਅੱਛਾ, ਕੋਈ ਪਤਾ ਨਹੀਂ ਉਸਤਾਦ ਦਾ ਮਤਲਬ ਕਿ ਕੀ ਉਸਤਾਦ ਰਿਜ਼ਲਟ। ਕੀ ਕਾਰਨਾਮੇ। ਹਾਂਜੀ, ਹਾਂ ਵੀ ਸਾਨੂੰ ਇੰਨਾ ਪਤਾ ਸੀਗਾ ਵੀ ਕੋਈ ਨਹੀਂ, ਸਾਨੂੰ ਮਾੜਾ ਚੰਗਾ ਹੁਣ ਕੋਈ ਪਤਾ ਵੀ ਲੱਗਣ ਲੱਗ ਪਿਆ ਵਾ। ਹਾਂ। ਉਸਤਾਦ ਤੇ ਫਿਰ ਦੁਨੀਆਦਾਰੀ ਦੇ ਵਿੱਚ ਲਾਜ਼ਮੀ ਆ ਨਾ ਜੀ, ਬਹੁਤ ਸ਼ੌਕ ਕਰਨ ਵਾਸਤੇ। ਹਾਂਜੀ ਉਹ ਅਸੀਂ ਭਾਈ ਸ਼ਾਹ ਜਦੋਂ ਅਗਲੀ ਵਾਰੀ ਗਏ ਨਾ ਜੀ ਉੱਥੇ, ਹਾਂ ਉਸਤਾਦ ਦੇ ਮੁਹਤਰਮ ਨੇ ਜੋ ਕੋ ਚੰਦ ਚੀਜ਼ਾਂ ਸਾਨੂੰ ਕਹੀਆਂ ਸੀਗੀਆਂ ਅੱਛਾ। ਵੀ ਅਗਰ ਤੁਸੀਂ ਲਿਆ ਸਕਦੇ ਨਹੀਂ ਤਾਂ ਮੈਂ ਆਪ ਹੀ ਉੱਥੋਂ ਲੈ ਲੈਣਾ ਵਾ। ਅੱਛਾ ਉਹ ਬੁੱਢੇ ਸੀ, ਸ਼ੌਕ ਛੱਡ ਗਏ ਸੀਗੇ, ਅੱਛਾ ਹਜੇ ਵੀ ਸ਼ੌਕ ਨਹੀਂ ਮੇਰੇ ਉਸਤਾਦ ਕਰਦੇ, ਤੇ ਉਹਨਾਂ ਦੇ ਗਾਂ ਮੁੰਡੇ ਮਾਂਡੇ ਕਰਦੇ, ਉਹ ਆਪ ਸ਼ੌਕ ਛੱਡ ਗਏ ਆ। ਅੱਛਾ ਉਹ ਅਸੀਂ ਗਏ, ਖੈਰ ਕੋ ਚੰਦ ਚੀਜ਼ਾਂ ਅਸੀਂ ਲੈ ਗਏ, ਕੋ ਚੰਦ ਉਹਨਾਂ ਕੋਲ ਸੀਗੀਆਂ, ਉਹਨਾਂ ਨੇ ਸਾਡੇ ਸਾਹਮਣੇ ਰਗੜੀਆਂ ਜੀ। ਅੱਛਾ ਸਾਹਮਣੇ ਰਗੜ ਕੇ ਉਹਨਾਂ ਨੇ ਕਿਹਾ ਜੀ ਪੁੱਤਰ ਆਹ 2-4 ਚੀਜ਼ਾਂ ਸ਼ਿਕਾਰ ਦੇ ਵਿੱਚ ਆ, ਦੁਨੀਆ ਤੁਹਾਨੂੰ ਲੱਖ ਕਹੀ ਜਾਵੇ, ਕਰੋੜ ਕਹੀ ਜਾਵੇ, ਅੱਛਾ ਪਰਦੇ ਪਾਉਣ ਨੂੰ ਦੁਨੀਆ ਬਹੁਤ ਕੁਝ ਰੰਗਬਾਜ਼ੀ ਕਰਦੀ ਆ। ਜਿਹੜਾ ਤੂੰ ਮੇਰੇ ਵਾਲੀ ਗੱਲ ਕਰਤੀ ਵੀ 2-4 ਹੀ ਚੀਜ਼ਾਂ ਉਹਨੇ ਸਾਹਮਣੇ। ਮੈਂ ਕਹਿੰਦਾ ਜੀ ਉਹਨਾਂ ਨੇ ਕਿਹਾ ਆਹ ਸ਼ਿਕਾਰ ਆ, ਅੱਛਾ, ਜਿੱਤ ਜੋ ਹਾਰ ਜੋ ਤੁਹਾਡਾ ਨਸੀਬ, ਇੱਥੇ ਹੀ ਆ ਸਭ ਕੁਝ, ਇੱਥੇ ਹੀ ਆ ਜੀ ਸਾਰਾ ਇਹਦੇ ਕੁਝ, ਵਿੱਚ ਹੀ ਹਰ ਸ਼ੈ। ਇਹਦੇ ਵਿੱਚ ਹੀ ਆ ਜੀ ਸਾਰਾ ਕੁਝ। ਅੱਛਾ ਉਹ ਕੁਦਰਤ ਖੁਦਾ ਦੀ, ਅਸੀਂ ਕਿਹਾ ਜੀ ਜੇ ਇਹਦੇ ਵਿੱਚ ਹੀ ਆ ਨਾ ਜੀ ਸਾਰਾ ਕੁਝ, ਹਾਂ ਦਿਲ ਨਾ ਮੁਤਮਿਨ ਹੋਵੇ ਵੀ ਖਰੇ ਉਸਤਾਦ ਨੇ ਮਗਰੋਂ ਲਾਏ ਆ। ਅੱਛਾ ਹਕੀਕਤ ਗੱਲ ਦੱਸਦਾ ਪਿਆ ਵਾਂ, ਅੱਛਾ, ਵਿਚਲਾ ਫੇਰ ਨਾ ਖਲੋਵੇ। ਵਿਚਲਾ ਨਾ ਖਲੋਵੇ, ਮੁੰਡੇ ਖੁੰਡੇ ਸੀ। ਹਾਂ ਉਹ ਜੀ ਮੇਰੇ ਨਾਲ ਅਸੀਂ ਆ ਗਏ ਵਾਪਸੀ, ਅੱਛਾ 158 ਦੇ ਵਿੱਚ ਅੱਖਾਂ ਦੇ ਵਿੱਚ ਦੜਾ ਹੋਵੇ। ਅੱਛਾ ਸੈਯਦ ਬਾਦਸ਼ਾਹ ਉਹਨਾਂ ਨਾਲ ਉੱਥੇ ਨਾ ਸੀ, ਇੱਕ ਮੁੰਡਾ ਬੱਗਾ ਮੋਚੀਆਂ ਦਾ, ਅੱਛਾ ਉਹਦੇ ਵੱਲੋਂ 2 ਬੱਚੇ ਬਦਾਮ ਖਾਂਦੇ ਹੋਣ, ਅੱਛਾ 11 ਵਜੇ ਤਾਈਂ ਫਿਰਦੇ ਹੋਣ ਜੀ ਉਹ। ਹਾਂ ਉਹ ਨਾ, ਮੈਂ ਇੱਥੇ ਗੋਇਲੇ ਰੰਗ ਦਾ ਕੰਮ ਕਰਦਾ ਸੀਗਾ ਜੀ। ਅੱਛਾ ਮੇਰੇ ਮੁਰਸ਼ਿਦ ਹੋਣੀ ਮੈਨੂੰ ਮੋਟਰਸਾਈਕਲ ਤੇ ਸ਼ਾਮ ਨੂੰ ਇਹਨਾਂ ਨੇ ਲੈ ਜਾਣਾ, ਪੀਰ ਅਸਦ ਅਲੀ ਉਹਨਾਂ ਨੇ, 158 ਅੱਖਾਂ ਦੇ ਆ। ਅੱਛਾ ਉਹ ਅਸੀਂ ਬੱਗੇ ਵਾਲੋਂ ਬੱਚੇ ਛੱਡ ਦਿੱਤੇ ਜੀ ਬਣਾ ਕੇ, 2 ਅੱਛਾ, ਇਹ ਸ਼ਾਮ ਨੂੰ ਉਸਤਾਦ ਵਾਲੀ ਦਵਾਈ ਨਾਲ, ਅਸਪਤਾਲ ਵਾਲੀ ਦਵਾਈ ਨਾਲ, ਜਿਹਦੇ ਤੇ ਯਕੀਨ ਨਹੀਂ ਸੀ ਆਉਂਦਾ। ਜੇ ਤੇ ਯਕੀਨ ਨਹੀਂ ਸੀ ਹੁੰਦਾ। ਅੱਛਾ। ਅਸੀਂ ਪਹਿਲੀ ਵਾਰੀ ਜੀ ਉਹ ਦਵਾਈ ਉਸ ਤੇ ਕਬੂਤਰ ਛੱਡ ਦਿੱਤੇ ਅੱਖਾਂ ਦੇ ਵਿੱਚ। ਅੱਛਾ ਯਕੀਨ ਕਰੋ ਕਿ ਅੱਲਾਹ ਤਾਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਕਰ ਰਹੇ ਆ, ਔਨ ਰਿਕਾਰਡ ਆ, 158 ਅੱਖਾਂ ਦੇ ਵਿੱਚ ਲੋਕ ਤੁਹਾਨੂੰ ਵੀ ਜਾਣਦੇ ਆ, ਹਾਂਜੀ। ਪੁੱਛ ਵੀ ਸਕਦੇ ਹੋ। ਅੱਛਾ ਜੀ 37 ਬੱਚੇ ਉੜੇ ਜੀ ਟੋਟਲ, ਅੱਛਾ ਬੱਚੇ ਛੱਡ ਦਿੱਤੇ ਅਸੀਂ। ਹਾਂ ਬੱਚੇ ਸਾਡੇ ਮੋੜ 'ਚ ਆ ਗਏ। ਅੱਛਾ ਵੱਲਾ ਆਲਮ ਮੇਰੇ ਜ਼ਿਹਨ 'ਚ ਨਹੀਂ ਮੋੜ 'ਚ ਕਿੰਨੇ ਆਏ। ਅੱਛਾ ਝੂਠ ਨਹੀਂ ਮਾਰਨਾ, ਝੂਠ ਦਾ ਫਾਇਦਾ ਕੋਈ ਨਹੀਂ। ਹਾਂ 30 ਪੈ ਗਈ, ਹਾਂ 64 ਪੈ ਗਈ। ਦਵਾਈ ਉਹੋ ਹੀ। ਦਵਾਈ ਉਹੋ, ਉਸਤਾਦ ਨਾਲ ਫੋਨ ਤੇ ਰਾਬਤਾ। ਅੱਛਾ ਸਾਨੂੰ ਮੋੜਾਂ ਦਾ ਕੱਖ ਨਹੀਂ ਸੀ ਪਤਾ, ਅੱਛਾ ਸਿਰਫ ਫੋਨ ਤੇ ਰਾਬਤਾ। ਅੱਛਾ ਯਕੀਨ ਕਰੋ ਵੀ ਡਾਇਰੈਕਟ ਲੱਗ ਗਈਆਂ ਮੈਂ ਕਹਿੰਦਾ ਡਾਇਰੈਕਟ ਲੱਗ ਗਈਆਂ, ਅੱਛਾ। ਤੇ ਦਿਲ ਵੀ ਅੰਦਰੋਂ ਅੰਦਰ ਹੀ ਮੁਤਮਿਨ ਹੋਣ ਲੱਗ ਪਵੇ, ਵਿੱਚ ਖਲੋਣ ਡਿਆ ਪਿਆ ਵਿਚਲਾ। ਖਲਾਉਣ ਲੱਗ ਪਿਆ। ਹਾਂ। ਮੁਰਸ਼ਦ ਹੋਣੀ ਮੈਨੂੰ ਸੁਬਾਹ ਨੂੰ ਛੱਡਿਆ ਕਰਨ ਕੰਮ ਤੇ, ਹੂੰ, ਮੈਂ ਰਾਤ ਕਬੂਤਰ ਉੱਥੇ ਬਣਾਇਆ ਕਰਾਂ, ਹਾਂ। ਇਕੱਠੇ ਅਸੀਂ ਬਣਾਇਆ ਕਰੀਏ, ਹਾਂ ਤੇ ਉਸਤਾਦ ਨਾਲ ਰਾਤ ਤੇ ਸੁਬਾਹ ਨੂੰ ਮੈਂ ਚੱਲ ਜਾ ਕਰਾਂ, ਸ਼ਾਮ ਨੂੰ ਮੈਨੂੰ ਲੈ ਆਇਆ ਕਰਨਾ। ਅੱਛਾ ਕਰਦਿਆਂ ਕਰਾਉਂਦਿਆਂ ਜੀ 6ਵਾਂ ਦਿਨ ਆ ਗਿਆ। ਅੱਛਾ ਬੱਚੇ ਰਹਿ ਗਏ ਜੀ 4 ਕਿ 5। ਅੱਛਾ ਹਾਂਜੀ ਹਾਂ ਹਾਂਜੀ, ਸਾਡਾ 5ਵੇਂ ਦਿਨ ਇੱਕ ਬੱਚਾ ਲਗੜ ਮਾਰ ਗਿਆ ਜੀ। ਸਾਰੇ ਬੰਦਿਆਂ ਨੂੰ ਪਤਾ ਨੀਲਾ ਬੱਚਾ ਸੀ ਜੀ ਉਹ। ਅੱਛਾ ਲਗੜ ਪੈਲੀ 'ਚ ਮਾਰ ਕੇ ਨਾ ਉਹ ਸਿੱਟ ਕੇ ਬਚ ਗਿਆ ਬੱਚਾ, ਲੇਕਿਨ ਉਹਦੇ ਖੁੰਡ ਲੱਗ ਗਏ ਸੀ, ਡਿੱਗ ਗਿਆ ਲਗੜ ਤੋਂ ਡਰਦਾ। ਹਾਂ ਬੱਚਾ ਸਾਡਾ ਇੱਕ ਰਹਿ ਗਿਆ 6ਵੇਂ ਦਿਨ। ਅੱਛਾ 2 ਇੱਕ ਪਾਰਟੀ ਦੇ ਰਹਿ ਗਏ, ਇੱਕ ਘਰ ਦਾ ਰਹਿ ਗਿਆ, ਇੱਕ ਸਾਡਾ ਰਹਿ ਗਿਆ। ਅੱਛਾ 6ਵੇਂ ਦਿਨ ਦੀ ਇਹ ਗੱਲ ਆ। ਅੱਛਾ ਦਵਾਈ ਉਸਤਾਦ ਵਾਲੀ, ਅੱਛਾ ਉਸਤਾਦ ਸਲੀਮ ਵਾਲੀ। ਅੱਛਾ ਉਹ ਕਰਦਿਆਂ ਕਰਾਉਂਦਿਆਂ ਜੀ ਉਹ ਸਾਡਾ ਬੱਚਾ ਜੀ 6ਵੇਂ ਦਿਨ ਘਟ ਗਿਆ। 6ਵੇਂ ਦਿਨ ਘਟ ਗਿਆ। 6ਵੇਂ ਦਿਨ ਘਟ ਗਿਆ। ਸਾਨੂੰ ਉਸ ਬੱਚੇ ਦੇ ਘਟਣ ਦਾ ਦੁੱਖ ਨਹੀਂ, ਅੱਛਾ ਸਾਨੂੰ ਸਾਡੇ ਉਸਤਾਦ ਤੇ ਨਾ ਪੁਖਤਗੀ ਹੋ ਗਈ, ਹਾਂ ਯਕੀਨ ਵੱਜ ਗਿਆ, ਹਾਂ ਔਰ ਸਾਨੂੰ ਇਹ ਪਤਾ ਲੱਗ ਗਿਆ ਵੀ ਅਸੀਂ ਹਾਰਾਂਗੇ ਤੇ ਹੁਣ ਕਿਸੇ ਗੱਲ ਨਹੀਂ ਹਰਿਆ ਕਰਾਂਗੇ, ਐਂਡ ਤੇ ਹਾਰ ਜਿੱਤ ਹੋਇਆ ਕਰੇਗੀ। ਯਕੀਨ ਹੋ ਗਿਆ ਵੀ ਹੁਣ ਸਾਨੂੰ ਖਿਆ ਰਿਹਾ। ਭਾਈ ਸ਼ਾਹ ਤੁਸੀਂ ਆਪ ਸ਼ਿਕਾਰੀ ਹੋ, ਹਾਂ ਜਿਹੜਾ ਕਬੂਤਰ ਆਖਰੀ 3 ਚੋਂ 'ਚ ਹਾਰ ਜਵੇ ਉਹਨੂੰ ਹਾਰ ਨਹੀਂ ਕਹਿੰਦੇ, ਜੇ ਸ਼ਿਕਾਰ ਲਾਈਨ ਦੇਖੀਏ ਤੇ ਇੰਜੀ ਇੰਜੀ ਵੀ ਕੱਲਾ ਜਿੱਤਿਆ ਨਹੀਂ ਦੇਖਣਾ ਚਾਹੀਦਾ, ਹਾਂਜੀ ਇਹਨੂੰ ਹਾਰ ਨਹੀਂ ਕਹਿੰਦੇ। ਹਾਂਜੀ ਇਹਨੂੰ ਕਬੂਤਰਬਾਜ਼ੀ ਦੇ ਵਿੱਚ ਇਹ ਕਹਿੰਦੇ ਆ ਕਿ ਚਲੋ ਕੋਈ ਨਹੀਂ, ਗਾਂ ਅਗਲੀ ਵਾਰੀ ਹੋਰ ਤਗੜਾ ਅਗਲੀ ਕਰਾਂਗੇ। ਫੇਰ ਸਹੀ। ਉਹ ਜੀ ਭਾਈ ਸ਼ਾਹ ਅਸੀਂ ਫਿਰ ਕਰਾਉਂਦਿਆਂ ਸਾਡਾ ਸ਼ਿਕਾਰ ਉਸਤਾਦ ਤੇ ਵੀ ਦਿਲ ਮੁਤਮਿਨ ਹੋ ਗਿਆ, ਹਾਂ। ਸ਼ਿਕਾਰ ਵੀ ਕਰਨ ਲੱਗ ਪਏ। ਫਿਰ ਖੈਰ ਬਹੁਤ ਬਾਜ਼ੀਆਂ ਜਿੱਤੇ, ਅੱਛਾ ਬਹੁਤ ਹਰੇ, ਅੱਛਾ ਜਿੱਤਣ ਹਾਰ ਤੇ ਤੁਹਾਨੂੰ ਦੱਸਦੇ ਇਹ 2024 ਦੇ ਵਿੱਚ। 24 ਜਿਹੜਾ ਨਾ ਹੁਣ ਗੱਲ ਟੋਕੀ ਦੀ ਹੈ, ਜਿਹੜਾ 2024 ਜਿੱਧਰ ਬੂਰੇ ਬਾਜ਼ੀਆਂ ਉੱਡਦੀਆਂ ਰਹੀਆਂ, ਹਾਂਜੀ ਉੱਥੇ ਤੁਸੀਂ ਡਾਉਂਦੇ ਰਹੇ ਬਾਜ਼ੀ। ਹਾਂਜੀ, ਉਹਦੀ ਕੋਈ ਹਿਸਟਰੀ ਜਿਹੜੀ ਹੈ ਨਾ ਦੱਸੋ, ਉੱਥੋਂ ਸ਼ੁਰੂ ਕਰੋ। ਉਹਦੀ ਹੁਣ ਹਿਸਟਰੀ ਸੁਣ ਲਓ ਜੀ। ਅੱਗੋਂ ਫਿਰ ਆਸਤਾ ਆਸਤਾ ਦੂਸਰੀਆਂ ਦੱਸਿਓ। ਹਾਂਜੀ ਤੁਸੀਂ ਦੱਸੀ ਹਰੀਆਂ ਆਉਂਦੇ, ਕੋਈ ਜਿੱਤੀ ਵੀ ਦੱਸ ਦਿਓ। ਮੈਂ ਕਹਿੰਦਾ ਅੱਛਾ। ਜਿੱਤੀ ਵੀ ਤੁਹਾਨੂੰ ਦੱਸਦੇ ਹੁਣ ਸਟਾਰਟ ਹੋਣ ਲੱਗੇ ਜਿੱਤੀਆਂ ਵਾਲ ਨੂੰ ਵੀ। ਅੱਛਾ 2024 ਦੀਆਂ ਦੱਸਦੇ ਆ, ਪਿਛਲੀਆਂ ਸਿਆਣੇ ਕਹਿੰਦੇ ਉਹ ਮੇਰਾ ਉਸਤਾਦ ਕਹਿੰਦੇ ਹੁੰਦੇ ਸੀਗੇ ਵੀ ਹਾਂ। ਮਰੇ ਬਦਮਾਸ਼ਾਂ ਦਾ ਨਾਂ ਨਹੀਂ ਲਈਦਾ ਹੁੰਦਾ, ਹਾਂ ਵੀ ਜਿਹੜਾ ਮਰ ਗਿਆ ਉਹਦਾ ਕੀ ਨਾਂ ਲੈਣਾ, ਜਿਹੜਾ ਚੱਲਣ ਡਿਆ ਉਹਨੂੰ ਉਹਦਾ 2024 ਆ ਗਈ ਜੀ। ਅੱਛਾ ਹਜੇ ਸਾਡੀ ਉਮਰਾਂ ਦੇ ਤੁਸੀਂ ਤਗਾਦੇ ਦੇਖ ਲਓ, ਹਾਂ ਸਾਡੇ ਸ਼ੌਕ ਦੇ ਵੀ ਤੁਸੀਂ ਦੇਖ ਲੈਣੇ ਆ। ਅੱਛਾ
ਅਸੀਂ ਜੀ 165 ਕਲਾਲੀ ਦੇ ਨਾਲ ਇੱਕ ਬਸਤੀ ਆ 165 ਕਲਾਲੀ ਬੂਰੇ ਵਾਲੇ ਦੇ ਵਿੱਚ। ਬੂਰੇ ਵਾਲੇ ਦੇ ਵਿੱਚ ਅੱਛਾ। ਉੱਥੇ ਲਾਗੇ ਇੱਕ ਬਸਤੀ ਆ ਜੀ, ਉਹ ਬਸਤੀ ਦੇ ਵਿੱਚ ਜੀ ਸ਼ੌਕ ਹੋਈਆਂ ਸਾਡੀਆਂ 10 ਬਾਜ਼ੀਆਂ ਲੱਗ ਗਈਆਂ ਪੀਰ ਕਲੰਦਰ ਗਰੁੱਪ ਦੀਆਂ। ਪੀਰ ਕਲੰਦਰ ਗਰੁੱਪ ਦੀਆਂ 10 ਬਾਜ਼ੀਆਂ, ਸਾਡਾ ਗਰੁੱਪ ਆ ਜੀ ਪੀਰ ਕਲੰਦਰ ਗਰੁੱਪ। ਅੱਛਾ ਜੀ। ਉੱਥੇ ਜੀ ਮੇਰੇ ਬਹੁਤ ਅੱਛੇ ਦੋਸਤ ਵੀ ਆ, ਸੈयद ਬਾਦਸ਼ਾਹ ਕਰਕੇ ਵੀ ਮੈਂ ਉਹਨਾਂ ਦਾ ਇਹਤਰਾਮ ਕਰਦਾ। ਅੱਛਾ ਜੀ। ਪੀਰ ਮਨਸੂਰ ਸ਼ਾਹ 112 ਬਾਗਾਂ ਵਾਲੀ ਉਹਨੂੰ ਕਹਿੰਦੇ ਆ ਜੀ ਈਬੀ, ਅੱਛਾ। ਸੈयद ਬਾਦਸ਼ਾਹ ਨੇ। ਅੱਛਾ। ਉਹ ਜੀ ਉੱਥੋਂ ਦਵਾਈ, ਸਾਡਾ ਇੱਕੋ ਚੀਜ਼ ਹੀ ਹੈ ਜੀ, ਅਸੀਂ ਇਦਾਂ ਕਲੋਜ਼ ਆ। ਅੱਛਾ। ਸਾਡਾ ਜੋ ਕੁਝ ਵੀ ਉਹਨਾਂ ਦਾ ਜੋ ਕੁਝ ਵੀ ਸਾਡਾ ਇਹਤਰਾਮ ਅਸੀਂ ਉਹਨਾਂ ਦਾ ਜ਼ਿਆਦਾ ਕਰਦੇ ਹਾਂ ਜੀ, ਉਹ ਸੈयद ਬਾਦਸ਼ਾਹ ਨੇ। ਅੱਛਾ। ਉਹ ਜੀ ਉਹਨਾਂ ਨੇ ਪੀਰ ਮਨਸੂਰ ਸ਼ਾਹ ਉਹਨਾਂ ਨੇ ਜੀ ਪਹਿਲੀ ਬਾਜ਼ੀ ਛੱਡੀ, 10 ਬਾਜ਼ੀਆਂ ਸਾਡੀਆਂ ਲੱਗ ਗਈਆਂ ਜੀ। ਅੱਛਾ। ਉਹ ਜੀ 9 ਲਗਾਤਾਰ ਬਾਜ਼ੀਆਂ ਅਸੀਂ ਭਾਈ ਜਿੱਤ ਗਏ ਇੱਥੋਂ, ਲਗਾਤਾਰ ਪਹਿਲੀ ਤੋਂ ਲੈ ਕੇ 9ਵੀਂ ਤੱਕ ਲਗਾਤਾਰ ਜਿੱਤ ਗਏ ਜੀ 9 ਬਾਜ਼ੀਆਂ। ਮਾਨੀ 88 ਜਿਹੜੇ ਟੱਕ ਮਾਰੀਆਂ ਜੀ 2024 ਦੀ ਗੱਲ ਆ। ਅੱਛਾ। ਦੂਸਰੀ ਬਾਜ਼ੀ ਉੱਥੇ ਬੂਰੇ ਹੀ, ਅੱਛਾ। ਉੱਥੇ 28 ਆ ਜੀ ਈਬੀ, ਅੱਛਾ। ਉਹ ਵੀ 112 ਦੇ ਲੱਗ ਗਈ ਆ, 32 ਦੇ ਲੱਗ ਗਈ ਆ। ਅੱਛਾ ਜੀ। ਉੱਥੇ ਜੀ 3 ਡੜੇ ਹੋਏ ਟੋਟਲ, ਅੱਛਾ। ਤਿੰਨੇ ਹੀ ਅਸੀਂ ਜਿੱਤੇ, ਔਨ ਰਿਕਾਰਡ ਕਹਿ ਰਹੇ ਹਾਂ, ਲਗਾਤਾਰ ਤਿੰਨੇ ਹੀ ਜਿੱਤੇ। ਔਰ ਸਾਡੇ ਕਬੂਤਰ ਨਹੀਂ ਆ, ਨਹੀਂ ਉੱਥੇ ਕਿਸੇ ਦੜੇ ਦੇ ਵਿੱਚ ਅਸੀਂ 2 ਛੱਡਦੇ ਸੀ, ਕਿਸੇ 1 ਛੱਡਦੇ ਸੀ, ਲੇਕਿਨ ਅਸੀਂ ਜਿੱਤੇ ਲਗਾਤਾਰ, ਨਹੀਂ ਲਏ ਤਿੰਨੇ ਜਿੱਤੇ। ਔਰ ਸਾਡੇ ਕਬੂਤਰ ਵੀ ਰਾਤ ਨੂੰ ਬਹਿੰਦੇ ਰਹੇ, ਸਾਡੇ ਕੋਲ ਵੀਡੀਓ ਵੀ ਮੌਜੂਦ ਆ। ਅੱਛਾ ਜੀ। ਹਾਂਜੀ 47 48 ਟੈਂਪਰੇਚਰ ਦੀ ਮੈਂ ਗੱਲ ਕਰ ਰਿਹਾ। ਅੱਛਾ ਜੀ। ਔਨ ਰਿਕਾਰਡ। ਅੱਛਾ। ਹਾਂਜੀ। ਉਸ ਤੋਂ ਬਾਅਦ ਜੀ ਇੱਥੇ ਸਾਡੀਆਂ ਬਾਜ਼ੀਆਂ ਜੀ ਮਸੀਆਂ ਵਾਲੀ ਬਸਤੀ ਆ ਜੀ। ਹਾਂਜੀ। ਇੱਥੇ ਸਾਡੇ ਦੋਸਤ ਮੀਆਂ ਕਾਸ਼ਿਫ ਰਹਿੰਦਾ ਜੀ। ਅੱਛਾ। ਇਹ ਵੀ ਆਪਣਾ ਭਰਾ ਵਾ। ਅੱਛਾ ਜੀ। ਇੱਕ ਮੁੰਡਾ ਅੱਜੂ ਆ ਜੀ। ਅੱਛਾ ਜੀ। ਇੱਕ ਮੁੰਡਾ ਕਾਮੀ ਆ। ਇੱਥੇ ਬਸਤੀ 'ਚ 2-3 ਸਾਡੇ ਮੁਖਲਸ ਦੋਸਤ ਹੈਗੇ ਆ। ਅੱਛਾ ਜੀ। ਇਹ ਸਾਡੀਆਂ 5 ਬਾਜ਼ੀਆਂ ਲੱਗ ਗਈਆਂ ਸ਼ਾਹਪੁਰ ਪੱਠੇ। ਸ਼ਾਹਪੁਰ ਪੱਠੇ ਉਹ ਸਾਨੂੰ ਬਾਜ਼ੀਆਂ ਇਦਾਂ ਲੱਗ ਗਈਆਂ ਕਿ ਸਾਡਾ ਇੱਕ ਦੋਸਤ ਸੀ ਮੁੰਡਾ ਬਾਟਾ, ਸ਼ੌਕਤ ਬਾਟਾ। ਅੱਛਾ। ਉਹਨਾਂ ਦੀ ਆਰਾਮ ਦੇ ਵਿੱਚ ਕਿਸੇ ਸ਼ਿਕਾਰੀ ਨਾਲ ਅਣਬਣ ਹੋਈ, ਆਰਾਮ ਦੇ ਵਿੱਚ। ਉੱਥੋਂ ਬੈਠਿਆਂ ਉਹਨਾਂ ਦੀਆਂ ਬਾਜ਼ੀਆਂ ਲੱਗੀਆਂ। ਅੱਛਾ। ਉਹ ਵਜ੍ਹਾ ਬਣ ਗਈ ਕਿ ਉਹ ਇੱਥੇ ਮੌਜੂਦ ਨਹੀਂ ਸੀ, ਉਹਨਾਂ ਨੇ ਸਾਡਾ ਅੱਡਾ ਲਿਖਾਤਾ। ਅੱਛਾ। ਉਹਨਾਂ ਨੇ ਕਿਹਾ ਕਬੂਤਰ ਵੀ ਤੁਸੀਂ ਦੇਣੇ ਆ, ਹਾਂ, ਅੱਡਾ ਵੀ ਤੁਹਾਡਾ, ਡਾਉਣੀਆਂ ਵੀ ਤੁਸੀਂ ਆ, ਸਮਝ ਲਓ ਤੁਹਾਡੀਆਂ ਹੀ ਆ ਬਾਜ਼ੀਆਂ ਉਹ। ਅੱਛਾ। ਸਿਰਫ ਉਹਨਾਂ ਦੀ ਉੱਥੇ ਜਿੱਦ ਲੱਗ ਗਈ। ਅੱਛਾ। ਉਹਨਾਂ ਨੇ ਦੂਸਰਿਆਂ ਨੇ ਅੱਡਾ ਦਿੱਤਾ ਜੀ ਸ਼ਾਹਪੁਰ ਪੱਠੇ। ਅੱਛਾ। ਭਾਜੀ ਅਸੀਂ ਕਬੂਤਰ ਛੱਡ ਦਿੱਤੇ। ਹਾਂ। ਅਸੀਂ ਪਹਿਲੀ ਬਾਜ਼ੀ ਜਿਹੜੀ ਆ ਨਾ ਜੀ ਕਬੂਤਰਾਂ ਦਾ, ਉਹ ਬਾਜ਼ੀ ਦੇ ਵਿੱਚ ਇਦਾਂ ਸੀ ਕਿ ਘਰ ਬਿਠਾਉਣ ਸੀਗੇ। ਅੱਛਾ। ਠੀਕ ਆ ਜੀ। ਹਾਂ। ਪਹਿਲੀ ਬਾਜ਼ੀ ਜਿੱਤੇ ਅਸੀਂ 11 ਵਜੇ ਬਾਜ਼ੀ ਉਹ ਜਿੱਤ ਗਏ। ਅੱਛਾ। ਸ਼ਾਹਪੁਰ ਪੱਠਿਓ। ਇੱਥੋਂ ਅਸੀਂ ਇੱਥੋਂ ਆਉਂਦੇ ਸੀ, ਸਾਡਾ ਬੰਦਾ ਉੱਥੇ ਬਹਿੰਦਾ ਸੀ, ਉਹਨਾਂ ਦਾ ਇੱਥੇ ਬਹਿੰਦਾ ਸੀ। ਅੱਛਾ, ਉਹਨਾਂ ਦਾ ਬੰਦਾ ਉੱਥੇ ਬਹਿੰਦਾ ਸੀ। ਹਾਂਜੀ। ਤੁਹਾਡਾ ਮੁਨਸਬ ਇੱਥੇ ਬਹਿੰਦਾ ਸੀ, ਸਾਡਾ ਸਾਲਸ ਬੈਠੇ। ਹਾਂ, ਇੱਕ ਦੂਜੇ ਤੇ ਬੈਠੇ ਸੀਗੇ। ਅੱਛਾ। ਪ੍ਰੋਪਰ ਤਰੀਕੇ ਨਾਲ ਬਾਜ਼ੀਆਂ ਉੜੀਆਂ। ਹਾਂ। ਪਹਿਲੀ ਬਾਜ਼ੀ ਅਸੀਂ ਜੀ ਛੱਡੀ, ਸਾਡੇ ਕਬੂਤਰ 11 ਵਜੇ ਜਿੱਤ ਗਏ। ਕਬੂਤਰ ਲਾਹਦਾ ਘਰ ਬਿਠਾਉਣ ਸੀ, ਸਾਡੇ ਕਬੂਤਰ ਨਹੀਂ ਜੀ ਉਹ ਬੈਠੇ ਹੀ ਨਹੀਂ। ਜਿੱਤ ਕੇ 2024 ਦੇ ਵਿੱਚ ਔਨ ਰਿਕਾਰਡ ਗੱਲ ਕਰ ਰਹੇ ਆ। ਅੱਛਾ। ਹਾਂ, ਸਾਡੇ ਕਬੂਤਰ ਨਹੀਂ ਜੀ ਉਹ ਬੈਠੇ, ਅਸੀਂ ਉਹ ਬਾਜ਼ੀ ਹਾਰ ਗਏ। ਬਾਜ਼ੀ ਹਾਰ ਗਏ ਪਹਿਲੀ। ਅੱਛਾ। ਦੂਸਰੀ ਬਾਜ਼ੀ ਅਸੀਂ ਫਿਰ ਇਦਾਂ ਹੀ ਜਿੱਤ ਗਏ। ਅੱਛਾ। ਇਹ ਤੁਸੀਂ ਹੁਣ ਜਿੱਤ ਸਮਝ ਲਓ ਜਾਂ ਹਾਰ ਸਮਝ ਲਓ। ਦੂਸਰੀ ਵਾਰੀ ਫਿਰ ਸਾਡੇ ਕਬੂਤਰ ਨਹੀਂ ਬੈਠੇ, ਫਿਰ ਹਾਰ ਗਏ। ਹਾਂ, 5 ਬਾਜ਼ੀਆਂ ਸੀ, 2 ਹਾਰ ਗਏ। ਫਿਰ ਤੀਸਰੀ 'ਚ ਅਸੀਂ ਸੋਚਿਆ ਵੀ ਜੇ ਇਹੋ ਹੀ ਕੰਮ ਰਿਹਾ ਸੀ ਤੇ 5 ਹਾਰ ਜਾਾਂਗੇ। ਹਾਂ, ਸਾਨੂੰ ਤੇ ਟੱਕ ਪੈ ਗਈ। 2 ਕਬੂਤਰ ਸਾਡੇ ਛੱਡਣੇ ਸੀ, 2 ਅਸੀਂ ਉਹ ਛੱਡਦੇ ਸੀਗੇ। ਅੱਛਾ। ਤੀਸਰੀਆਂ ਐਂਡ ਵਾਲੀਆਂ 3 ਬਾਜ਼ੀਆਂ ਅਸੀਂ ਲਗਾਤਾਰ ਜਿੱਤੇ, ਸਾਡੇ ਕਬੂਤਰ ਵੀ ਅਸੀਂ ਫਿਰ ਬਿਠਾਏ। ਫਿਰ ਅਸੀਂ ਉਹ ਤਰੀਕਾ ਚੇਂਜ ਕਰ ਲਿਆ ਸੀ ਕਿ ਘਰ ਵੀ ਬਹਿਣ ਨਾ, ਇਹ ਨਾ ਉਹ ਜਿੱਤ ਕੇ ਹੁਣ ਜੇ ਕਬੂਤਰ ਹੀ ਨਾ ਬਹਿਣ ਤੇ ਉਹ ਜਿੱਤ ਨਹੀਂ ਆਉਂਦੀ, ਕਬੂਤਰ ਵੀ ਉੜਦੇ ਰਹਿਣ ਤੇ ਫਾਇਦਾ ਕੀ ਹੋਇਆ। ਅੱਛਾ। ਵੀ ਹਾਰ ਤੇ ਹਾਰ ਹੀ ਹੁੰਦੀ ਆ ਨਾ। ਉਹ 3 ਲਗਾਤਾਰ ਅਸੀਂ ਬਾਜ਼ੀਆਂ ਇੱਥੋਂ ਜਿੱਤੇ ਜੀ। ਅੱਛਾ। 362 ਕੋਰੀਆਂ ਦੇ ਵਿੱਚ 3 ਦੜੇ ਹੋਏ ਆ, 5 ਦੜੇ ਟੋਟਲ ਹੋਏ ਆ। 3 ਦੜਿਆਂ ਦੇ ਵਿੱਚ ਐਂਡ ਵਾਲਿਆਂ 'ਚ ਅਸੀਂ ਕਬੂਤਰ ਛੱਡਿਆ। ਔਨ ਰਿਕਾਰਡ ਕਹਿ ਰਿਹਾ ਵਾਂ, ਜਿਨ੍ਹਾਂ 'ਚ ਅਸੀਂ ਕਬੂਤਰ ਛੱਡਿਆ ਅਸੀਂ ਅੱਲਾ ਦੇ ਹੁਕਮ ਨਾਲ ਲੀਡ ਨਾਲ ਜਿੱਤੇ ਆ। ਤਿੰਨੇ ਦੜੇ ਜਿੱਤ ਲਏ। 3 ਦੜੇ ਜਿੱਤ ਲਿਆ। 362 ਕੋਰੀਆਂ ਦੀ ਗੱਲ ਆ ਜੀ। ਯਾਨੀ ਕੋਈ ਦੜੇ ਮਿੱਥਵੇਂ ਨਹੀਂ ਸੀ, ਜਦੋਂ ਮਰਜ਼ੀ ਕੋ ਛੱਡ ਲੇ। ਹਾਂਜੀ, ਉਹ ਮਿੱਥਵੇਂ ਵੀ ਸਾਡੇ ਕੋਲ ਬੰਦੇ ਆਏ ਹੀ ਉਦੋਂ ਜਦੋਂ 3 ਦੜੇ ਰਹਿ ਗਏ ਸੀ। ਉਹ ਬੰਦੇ ਸਾਡਾ ਨਵੇਂ ਅਟੈਚ ਹੋਏ ਸੀ ਬੰਦੇ। ਅੱਛਾ। ਉਹ ਅਸੀਂ 3 ਦੜੇ ਛੱਡੇ ਜੀ, ਅਲਹਮਦੁਲਿਲਾ। ਅਸੀਂ ਇੱਕੋ ਹੀ ਕਬੂਤਰੀ ਨਾਲ 3 ਦੜੇ ਮਾਰੇ ਆ ਜੀ ਉੱਥੇ। ਅੱਛਾ। ਹਾਂਜੀ। ਬਾਕੀ ਹਾਰਾਂ ਜਿੱਤਾਂ ਬੜੀਆਂ ਹੁੰਦੀਆਂ ਵਾ। ਹਾਂ। ਭਾਈ ਸ਼ਾਹ ਦੇ 2024 ਦੇ ਵਿੱਚ ਤੁਹਾਨੂੰ ਮੋਟੇ ਦੱਸਿਆ, ਇੰਡੀਆ ਦੇ ਵਿੱਚੋਂ ਅਸੀਂ ਬਹੁਤ ਦੜੇ ਜਿੱਤੇ ਆ 2024 ਦੇ ਵਿੱਚ। ਅੱਛਾ। ਉੱਥੇ ਬੜੇ ਸਾਡੇ ਮੁਖਲਸ ਦੋਸਤ ਬੈਠੇ ਆ। ਅੱਛਾ। ਚੜ੍ਹਦੇ ਪੰਜਾਬ ਦੇ ਵਿੱਚ। ਅੱਛਾ ਜੀ। ਤੇ ਮੁਖਤਲਿਫ ਜਗ੍ਹਾ ਤੇ ਬੈਠੇ ਆ, ਵੀ ਇੱਕੋ ਜਗ੍ਹਾ ਇਕੱਠੇ ਨਹੀਂ ਉਹ ਸਾਰੇ ਬੈਠੇ। ਇੰਡੀਆ 'ਚੋਂ ਬਹੁਤ ਦੜੇ ਜਿੱਤੇ ਅਸੀਂ। ਅੱਛਾ। ਫਿਰ ਸਾਡਾ ਮੇਰਾ ਇੱਕ ਮਤਲਬ ਕਿ ਸ਼ਾਗਿਰਦ ਆ 279 ਦੇ ਵਿੱਚ। ਅੱਛਾ। ਰਾਣਾ ਕਾਸ਼ੀ ਉਹਦਾ ਨਾਮ ਆ ਜੀ। ਉਹ ਸ਼ਾਗਿਰਦ ਮੇਰਾ ਐਸਾ ਵਾ ਜੀ, ਉਹ ਮਾਸ਼ਾਅੱਲਾ ਇਨਸ਼ਾਅੱਲਾ ਉਮੀਦ ਆ ਬੜੀ ਅੱਲਾ ਦੇ ਘਰ ਦੇ ਵਿੱਚ। ਇਹਨਾਂ ਨੂੰ ਤਾਂ ਮੈਂ ਕਹਿੰਦਾ ਰਹਿਣਾ ਦਵਾਈ ਬਣਾਓ, ਤੇ ਕਹਿੰਦੇ ਸਾਥ ਤੂੰ ਹੈਗਾ ਵਾ। ਅੱਛਾ। ਉਹਨੂੰ ਫਿਰ ਉਹ ਦੂਰ ਆ ਥੋੜਾ ਜਿਹਾ ਹਟਵਾ ਵਾ, ਇੱਥੋਂ ਤੇ ਇੱਕ ਦੂਜੇ ਕੋ ਚੱਲ ਜੀਦਾ ਵਾ। ਪਤਾ ਇਹਨਾਂ ਨੂੰ ਸਾਰੀ ਗੱਲ ਦਾ ਹੀ ਆ।
ਤੇ ਉਹਨੂੰ ਫਿਰ ਸਾਰਾ ਕੁਝ ਹੀ ਅੱਲਾ ਦੇ ਹੁਕਮ ਨਾਲ ਮਾਸ਼ਾਅੱਲਾ ਉਹਨੇ ਐਤਕੀ ਧਾਂਦਲੇ ਬੱਚਾ ਛੱਡਿਆ, ਹਨੇਰਿਆਂ 'ਚ ਬਹਿੰਦਾ ਰਿਹਾ, ਕਾਲਾ ਬੱਚਾ ਸੀਗਾ, ਸ਼ਹਿਰ ਛੱਡਿਆ ਉੱਥੇ ਬਸਤੀ ਦੇ ਵਿੱਚ। ਅੱਛਾ, ਉਹਦੇ ਮਾਸ਼ਾਅੱਲਾ 10-12 ਸ਼ਾਗਿਰਦ ਵੀ ਆ ਜੀ ਮੇਰੇ ਸ਼ਾਗਿਰਦ ਦੇ ਗਾਂ ਵੀ। ਹਾਂਜੀ, ਅੱਲਾਹ ਉਹਨੂੰ ਤਾਲਾ ਇਜਾਜ਼ਤ ਦਿੱਤੀ ਹੈ ਸ਼ਾਗਿਰਦ ਮੈਂ ਕੋਲ? ਕਹਿੰਦਾ ਜੀ ਉਹ ਮਾਸ਼ਾਅੱਲਾ ਅੱਲਾ ਨੇ ਐਸਾ ਬੂਟਾ ਲਾਇਆ ਵੀ ਇਨਸ਼ਾਅੱਲਾ ਗਾਂ ਆਉਣ ਵਾਲੇ ਵਕਤਾਂ ਦਾ ਹੀਰੋ ਹੋਊਗਾ, ਉਹ ਅੱਛਾ ਉਸਤਾਦ ਹੋਏਗਾ। ਅੱਲਾ ਸੋਹਣਾ ਲੰਮੀ ਜ਼ਿੰਦਗੀ ਕਰੇ। ਹਾਂਜੀ, ਅੱਛਾ, ਤੇ ਬਾਕੀ ਜਿਹੜੀ ਇਹ ਭਾਈ ਸ਼ਾਹ ਦੇ ਸ਼ਿਕਾਰ ਨਾ ਜੀ, ਹਾਂਜੀ ਇਹਦੇ ਵਿੱਚ ਜਿੱਤਾਂ ਹਾਰਾਂ ਬਣੀਆਂ ਵਾ। ਹਾਂਜੀ। ਇਹ ਕੋਈ ਲਾਜ਼ਮੀ ਨਹੀਂ ਵੀ ਇੱਕੋ ਹੀ ਬੰਦਾ ਜਿੱਤੇ ਅੱਛਾ, ਤੇ ਇੱਕੋ ਹੀ ਹਰੇ। ਹਾਂ ਬੰਦਾ ਆਖਰੀਆਂ ਕਬੂਤਰਾਂ ਨਾਲ ਹਾਰ ਜਿੱਤ ਕਰੇ ਜੀ, ਉਹ ਅੱਛਾ। ਬੰਦਾ ਸਮਝ ਲਓ ਜਿੱਤਿਆ ਹੀ ਹੁੰਦਾ ਵਾ। ਇਹ ਤਾਂ ਗੱਲ ਤੁਹਾਡੀ ਸੱਚੀ ਆ। ਹਾਰ ਜਿੱਤ ਬਣੀ, ਗਰਾਊਂਡ 'ਚ ਰਹਿਣਾ ਜ਼ਰੂਰੀ। ਹਾਰ ਜਿੱਤ ਬਣੀ ਆ, ਗਰਾਊਂਡ 'ਚ ਰਹਿਣਾ ਜ਼ਰੂਰੀ ਆ, ਹਾਂਜੀ। ਸ਼ੌਕ ਕਰਨਾ ਚਾਹੀਦਾ ਇਨਸਾਨ ਨੂੰ, ਹਾਰ ਬਰਦਾਸ਼ਤ ਕਰਨੀ ਚਾਹੀਦੀ ਆ। ਹਾਂ ਇਨਸ਼ਾਅੱਲਾ ਬੰਦਿਆਂ ਨੂੰ, ਆਹ ਜਿਹੜੇ ਨਵੇਂ ਸ਼ੌਕੀਨ ਆ, ਪੁਰਾਣਿਆਂ ਦੀ ਮੈਂ ਗੱਲ ਨਹੀਂ ਕਰਦਾ, ਹਾਂ। ਆਪਾਂ ਇਨਸ਼ਾਅੱਲਾ ਇਹਨਾਂ ਨੂੰ ਗੋਲੀ ਬਣਾਉਣੀ ਵੀ ਦੱਸਾਂਗੇ। ਅੱਛਾ ਜੀ। ਹਾਂਜੀ ਇਨਸ਼ਾਅੱਲਾ, ਫੀਸ ਅੱਛਾ। ਵੀ ਲੈ ਲਾ, ਤੁਹਾਡੇ ਚੈਨਲ ਦੇ ਤਸਲਸਲ ਨਾਲ ਗਰਮ ਕਰਨੇ ਵੀ ਛੱਡਾਂਗੇ, ਮੋੜ ਲਾਉਣੇ ਵੀ, ਕਬੂਤਰ ਜਿੱਦਾਂ ਕਬੂਤਰਾਂ ਨੂੰ ਮੋੜ ਲੱਗਦੇ ਪ੍ਰੋਪਰ, ਹਾਂ। ਕਿਸੇ ਕੋ ਪਿੰਜਰੇ ਲਿਜਾਣ ਦੀ ਲੋੜ ਨਹੀਂ, ਮੋੜ ਲਾਉਣੇ ਵੀ ਦੱਸਾਂਗੇ ਇਹਨਾਂ ਨੂੰ ਤੁਹਾਡੇ ਚੈਨਲ ਦੇ ਥਰੂ ਇਨਸ਼ਾਅੱਲਾ। ਮੈਂ ਨਾ ਇੱਕ ਤੇਰੇ ਨਾਲ ਗੱਲ ਕਰਨੀ ਚਾਹੁੰਦਾ, ਹਾਂਜੀ। ਦਿਲ ਕਰ ਪਿਆ ਗੱਲ ਕਰਨੀ ਹਾਂਜੀ, ਵੀ ਯਾਰ ਮੈਂ ਤੈਨੂੰ ਕਿਹਾ ਨੀਗਾ, ਅੱਲਾ ਦੀ ਕਸਮ ਤੁਸੀਂ ਨਹੀਂ ਮੈਨੂੰ ਮੈਂ ਨਹੀਂ ਨਾ ਤੈਨੂੰ ਕਿਹਾ, ਨਹੀਂ ਕਿਹਾ, ਕਸਮ ਖਾ ਕੇ ਗੱਲ ਤੂੰ ਕਹਿਤੀ ਹੈ ਕਿ ਹਾਂ। ਮੈਂ ਨਹੀਂ ਤੈਨੂੰ ਕਿਹਾ। ਨਹੀਂ ਕਿਹਾ। ਕਿੱਦਾਂ ਤੇਰਾ ਦਿਲ ਕੀਤਾ ਵੀ ਯਾਰ ਆਪਾਂ ਦੱਸ ਦੇਣੀ ਹਰ ਮੈਂ- ਬੰਦੇ ਬਹੁਤ ਇਸ ਗੱਲ ਤੋਂ ਬਚਦੇ ਆ। ਮੈਂ ਇਸ ਤੋਂ ਭਾਈ ਸ਼ਾਹ ਤੁਹਾਨੂੰ ਕਿਹਾ, ਹਾਂ ਯਕੀਨ ਕਰੋ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ, ਹਾਂ। ਅਸੀਂ ਮੋਟਰਸਾਈਕਲਾਂ ਦੇ ਪਤਾ ਨਹੀਂ ਕਿੰਨੀਆਂ ਜੋੜੀਆਂ, ਆ ਜਿਹੜੀਆਂ ਨਾ ਜੋੜੀਆਂ ਟਾਇਰਾਂ ਦੀਆਂ ਘਸਾਤੀਆਂ ਇਹਨਾਂ ਉਸਤਾਦਾਂ ਦੇ ਮਗਰ। ਅਸੀਂ ਉਹ ਰੁਲੇ ਹੋਏ ਬੰਦੇ ਸੀਗੇ, ਅੱਛਾ। ਤੇ ਫਿਰ ਮਾਲਕ ਦੀ ਜ਼ਾਤ ਨੇ, ਕੁਝ ਮੇਰੇ ਵਾਲਾ ਸਾਹਿਬ ਦੀਆਂ ਦੁਆਵਾਂ ਸੀਗੀਆਂ, ਹਾਂ। ਤੇ ਅਸੀਂ ਕਿਸੇ ਬੰਨੇ ਕੰਢੇ ਲੱਗ ਤੇ ਗਏ ਆ, ਅੱਛਾ। ਲੇਕਿਨ ਰੋਲੇ ਪਾਉਣਗੇ, ਰੋਲ ਤੇ ਗਏ ਆ ਪਰ ਚਾਸ ਆ ਗਈ ਆ। ਹਾਏ ਹਾਏ। ਹੈਂ ਅੱਛਾ। ਤੇ ਅਸੀਂ ਚਾਹੁੰਦੇ ਆ ਕਿ ਯਾਰ ਜਿਹੜੇ ਨਵੇਂ ਸ਼ੌਕੀਨ ਆ ਨਾ ਜੀ, ਹਾਂ। ਜਿਹਨਾਂ ਨੇ ਨਵੇਂ ਕਬੂਤਰ ਰੱਖੇ ਆ, ਅੱਛਾ। ਉਹ ਵਿਚਾਰੇ ਰੋਲਣ ਨਾ। ਅੱਛਾ। ਤੁਸੀਂ ਮੈਨੂੰ ਨਹੀਂ ਕਿਹਾ, ਹਾਂ। ਮੇਰਾ ਆਪਣਾ ਦਿਲ ਕੀਤਾ ਵੀ ਇੰਨੇ ਜੋਗੇ ਹੋ ਜਾਣ ਸ਼ਿਕਾਰੀ ਹਾਂ। ਵੀ ਯਾਰ ਕਿਸੇ ਕੋ ਪਿੰਜਰਾ, ਇਹ ਨਹੀਂ ਕਹਿੰਦੇ ਵੀ ਅਸੀਂ ਕਿਸੇ ਨੂੰ ਉਸਤਾਦ ਨਾ ਫੜੋ, ਉਸਤਾਦ ਪਹਿਲਾਂ, ਉਸਤਾਦ ਲਾਜ਼ਮੀ ਫੜੋ, ਉਸਤਾਦ ਵੀ ਫੜੋ ਔਰ ਉਹਦੀ ਕਦਰ ਵੀ ਕਰੋ, ਕਦਰ ਵੀ ਕਰੋ। ਹਾਂ। ਠੀਕ ਹੈ ਨਾ। ਅਗਰ ਤੁਸੀਂ ਅੱਛਾ ਉਸਤਾਦ ਫੜ ਲਿਆ ਫਿਰ ਤਾਂ ਤੁਸੀਂ ਭਾਵੇਂ ਮੇਰੀ ਦਵਾਈ ਦਾ ਨਾ ਵੀ ਇਸਤੇਮਾਲ ਕਰੋ, ਅਸੀਂ ਤੁਹਾਨੂੰ ਮਜਬੂਰ ਨਹੀਂ ਕਰਦੇ, ਹਾਂ। ਲੇਕਿਨ ਜਿਹੜੇ ਬੰਦੇ ਹਜੇ ਇਸ ਲਾਇਕ ਨਹੀਂ, ਹਾਂ। ਮਤਲਬ ਇੰਨਾ ਅਫੋਰਡ ਨਹੀਂ ਕਰ ਸਕਦੇ, ਹਾਂ। ਉਹ ਆਪਣਾ ਸ਼ਿਕਾਰ ਵੀ ਕਰਨਾ ਚਾਹੁੰਦੇ ਆ, ਹਾਂ। ਉਹਨਾਂ ਦੇ ਇਨਸ਼ਾਅੱਲਾ ਤਾਲਾ ਆਪਾਂ ਉਹਨਾਂ ਜੋਗਾ ਉਹਨਾਂ ਨੂੰ ਕਰ ਦਿਆਂਗੇ ਇਨਸ਼ਾਅੱਲਾ। ਜਿਹੜਾ ਗੱਲ ਇੰਜ ਅੱਜ ਦੱਸਣੀ ਆ, ਹਾਂਜੀ, ਕੈਮਰਾ ਲੱਗਾ ਵਾ, ਮੈਂ ਕਹਿੰਦਾ ਜੀ ਕੈਮਰਾ ਲੱਗਾ ਵਾ। ਇੰਜ ਦੱਸਣੀ ਆ ਹਾਂਜੀ ਕਿ ਯਾਰ ਕਬੂਤਰ ਪਹਿਲੇ ਦਿਨ ਤੋਂ ਡਾਊਨ ਤੇ ਲੈ ਕੇ ਨਾ ਹਾਂਜੀ ਮੋੜ ਵਿੱਚ ਹਰ ਸ਼ੈ ਜਿਹੜੀ ਹੈ ਨਾ ਇੰਜ ਦੱਸ ਦੇ ਕਿ ਯਾਰ ਨਾ ਇਹਨਾਂ ਵੀਰਾਂ ਨੂੰ ਵੀ ਪਤਾ ਲੱਗੇ ਵੀ ਯਾਰ ਵਾਕਿਆ ਜੱਟਾਂ ਦਾ ਚੈਨਲ ਆ ਤੇ ਜੱਟ ਗੱਲਾਂ ਖਰੀਆਂ ਕਰਦੇ ਨੇ, ਲੋਕਾਂ ਨੂੰ ਪਤਾ ਲੱਗੇ ਕਿ ਜੱਟ ਇੱਕ ਦਲੇਰ ਕੌਮ ਆ ਇਨਸ਼ਾਅੱਲਾ ਜੀ, ਔਰ ਨਾਮਜ਼ਦ ਕੌਮ ਆ, ਇਹ ਕਿਸੇ ਨੂੰ ਭੁੱਲ ਨਹੀਂ ਹੈਗੀ ਪੂਰੀ ਦੁਨੀਆ ਤੇ, ਭੁੱਲ ਨਹੀਂ ਹੈਗੀ। ਠੀਕ ਆ। ਹਾਂਜੀ। ਤੇ ਅੱਜ ਗੱਲਾਂ ਵੀ ਇੰਜ ਹੀ ਦੱਸਦੇ ਕਿ ਲੋਕ ਜਿਹੜੇ ਨਾ ਮਸਾਲਾ ਦਿੰਦੇ ਰਹਿਣ ਜੱਟਾਂ ਨੂੰ, ਮਸਾਲਾ ਹੀ ਦਿੰਦੇ ਰਹਿਣਗੇ ਜੀ ਕਈ ਚਿਰ ਤੱਕ। ਇਨਸ਼ਾਅੱਲਾ ਜੀ। ਜਿਸ ਤਰ੍ਹਾਂ ਹੁਣ ਗੁਜਰਾਤ ਵਾਲਾ ਮਿਸਾਲ ਇੱਕ ਬਣਾ ਗਿਆ ਨਾ ਵੀ ਵਾਕਿਆ ਦਲੇਰੀ ਦੀ ਮਿਸਾਲ ਦੇ ਗਿਆ। ਹਾਂਜੀ ਹਾਂਜੀ ਬਿਲਕੁਲ ਮਿਸਾਲ ਦੇ ਗਿਆ ਜੀ। ਇੰਜ ਹੀ ਇਹ ਚੀਜ਼ਾਂ ਇੰਜ ਹੀ ਦੱਸਦੇ ਕਿ ਸਾਡੀਆਂ ਲੋਕ ਮਸਾਲਾ ਦਿੰਦੇ ਰਹਿਣ। ਮੈਂ ਤੈਨੂੰ ਕਿਹਾ ਨਹੀਂ, ਤੂੰ ਆਪਣੀ ਮਰਜ਼ੀ ਨਾਲ ਕਿਹਾ ਨਾ, ਮੇਰਾ ਅੱਜ ਇਸ ਬਾਰੇ ਮੂਡ ਵੀ ਨਹੀਂ ਸੀ। ਹਾਂਜੀ, ਤੇ ਤੁਹਾਡੇ ਦਿਲ 'ਚ ਜਾਂ ਰਹਿਮ ਆਇਆ ਜਾਂ ਕੋਈ ਪਤਾ ਨਹੀਂ ਸਾਡੇ ਚੈਨਲ ਤੇ ਕੋਈ ਵੇਖ ਕੇ ਕੋਈ ਚੀਜ਼ਾਂ ਤੁਹਾਡੇ ਜ਼ਿਹਨ 'ਚ ਆਈਆਂ ਨੇ, ਹਾਂਜੀ, ਪਰ ਉਹ ਦੱਸ ਇੰਜ ਦੋ ਕਿ ਮੇਰੇ ਵੀਰਾਂ ਨੂੰ ਨਾ ਕਿਸੇ ਗੱਲ ਦੀ ਕਮੀ ਨਾ ਰਹੇ। ਮੈਂ ਨਾ ਜੀ ਇੱਕ ਬੰਦਾ ਨੇ, ਮੈਂ ਉਹਨਾਂ ਨੂੰ ਹਜੇ ਮਿਲਿਆ ਨਹੀਂ, ਹਾਂ। ਰਾਣਾ ਸਜਾਦ ਉਰਫ ਸ਼ਿੱਦੂ, ਹਾਂਜੀ। ਰਾਜਪੂਤ 301 ਗਰੁੱਪ ਵਾਲਾ, ਹਾਂਜੀ। ਉਹਨੂੰ ਮੈਂ ਟਿਕਟੋਕ ਤੇ ਵੀ ਦੇਖਿਆ ਵਾ। ਹਾਂਜੀ। ਵੀਰ ਆਪਣਾ ਯਾਰ ਤੋਂ ਗੱਲ ਕਰ, ਵੀਰ ਆ, ਭਰਾ ਆ। ਮੈਂ ਉਸ ਬੰਦੇ ਨੂੰ ਨਹੀਂ ਜਾਣਦਾ। ਅੱਛਾ। ਵਰਹਲ ਮੈਨੂੰ ਕੋਈ ਰਾਜਪੂਤ ਦਾ ਪੁੱਤ ਲੱਗਾ, ਉਹ ਹਾਂ। ਹਕੀਕਤ ਦੱਸ ਰਿਹਾ ਵਾ, ਕਿਸੇ ਰਾਜਪੂਤ ਬੰਦਾ ਯਾਰ ਮੈਨੂੰ, ਦਿਲ ਦਾ ਸਾਥ, ਔਰ ਉਹ ਇਦਾਂ ਹੀ ਲੱਗਾ ਜਿੱਦਾਂ ਅਸੀਂ ਠੇਡੇ ਠੁੱਡੇ ਖਾ ਕੇ ਪਹੁੰਚੇ ਨਾ ਕਿਸੇ ਜਗ੍ਹਾ ਤੇ, ਇਦਾਂ ਹੀ ਆ। ਇੰਜ ਹੀ ਉਹ ਬੰਦਾ ਕਿਤੇ ਸੱਜਣਾ ਦੇ ਧੋਖੇ ਧੁੱਕੇ ਖਾ ਕੇ ਕਿਤੇ ਪਹੁੰਚਿਆ ਵਾ। ਇੰਜ ਹੀ ਆ। ਤੇ ਅਸੀਂ ਤੁਹਾਡੇ ਚੈਨਲ ਦੇ ਥਰੂ ਉਹਨਾਂ ਨੂੰ ਸਲਾਮ ਵੀ ਦਿੰਦੇ ਆ ਜੀ, ਆ ਜੀ। ਤੇ ਕਿਸੇ ਰਾਜਪੂਤ ਦਾ ਪੁੱਤ ਅੱਲਾਹ ਤਾਲਾ ਨੂੰ ਹੋਰ ਇੱਜ਼ਤਾਂ ਦੇਵੇ। ਆਮੀਨ ਜੀ। ਠੀਕ ਹੈ ਨਾ ਜੀ। ਹਾਂਜੀ। ਤੇ ਬਾਕੀ ਜੱਟ ਸਾਹਿਬ ਤੁਸੀਂ ਹੁਣ ਗੱਲ ਕਰ ਹੀ ਦਿੱਤੀ ਹੈ ਸ਼ੁਰੂ, ਇਨਸ਼ਾਅੱਲਾ ਤਾਲਾ ਇਹਨਾਂ ਨੂੰ ਸਭ ਤੋਂ ਪਹਿਲਾਂ ਜੀ ਕਬੂਤਰ ਨੂੰ ਤੜਕੇ ਤੁਸੀਂ ਉੱਠਣਾ ਜੀ, ਅਸੀਂ ਤੁਹਾਨੂੰ ਪ੍ਰੋਪਰ ਤਰੀਕਾ ਦੱਸਣ ਲੱਗੇ ਆ। ਕਬੂਤਰ ਇੰਜ ਨਹੀਂ, ਕਬੂਤਰ ਵੇਖੋ ਮੈਨੂੰ ਨਾ ਆਦਤ ਬੜੀ ਬਣ ਗਈ ਜੇ ਤਾਂ ਮੈਂ ਟੋਕਣਾ ਬੰਦੇ ਨੂੰ। ਠੀਕ ਆ। ਕਬੂਤਰ ਇੰਜ ਸ਼ੁਰੂ ਕਰਨਾ ਕਿ ਫੜਕਾਂ ਤੋਂ ਸ਼ੁਰੂ ਕਰੋ ਕਿ ਕਬੂਤਰ ਜਦੋਂ ਨਵੇਂ ਕੱਢਣੇ ਨੇ, ਹਾਂਜੀ, ਕਿੱਦਾਂ ਕੱਢਣੇ, ਕਬੂਤਰਾਂ ਦੀ ਪਰ ਪਟਾਈ ਅੱਗੋਂ ਹੁਣ ਆ ਗਈ ਆ, ਪਰ ਪਟਾਈ ਆ ਹੁਣ ਕੋਈ ਕਿਸੇ ਨੇ ਵੀਰ ਨੇ ਖਿੱਚੇ ਨੇ, ਹਾਂਜੀ, ਕਿਸੇ ਨੇ ਖਿੱਚਣੇ ਨੇ। ਹਾਂਜੀ। ਜਦੋਂ ਕਬੂਤਰਾਂ ਦੀ ਪਰ ਪਟਾਈ ਆਉਣੀ ਆ, ਕਬੂਤਰਾਂ ਨੂੰ ਦਾਣਾ ਕਿਹੜਾ ਪਾਓ, ਕਬੂਤਰਾਂ ਨੂੰ ਚੌਰੀ ਸਾਹਿਬ ਜੀ ਜਲਾਬ ਕਰਾਉਣਾ ਵਾ, ਕਿੱਦਾਂ ਪੁੱਟਣੇ ਨੇ, ਕਬੂਤਰਾਂ ਨੂੰ ਕਿਹੜੇ ਮੌਸਮ 'ਚ ਪੁੱਟਣੇ ਚਾਹੀਦੇ ਆ, ਪੁੱਟ ਕੇ ਕਬੂਤਰਾਂ ਦੀ ਕੀ ਖਿਦਮਤ ਕਰਨੀ ਚਾਹੀਦੀ, ਉਹਨਾਂ ਦੇ ਰਹਿਣ ਸਹਿਣ ਦਾ ਕੀ ਤਰੀਕਾਕਾਰ ਰੱਖਣਾ ਚਾਹੀਦਾ, ਕਿਉਂਕਿ ਕਈ ਬੰਦੇ ਜਿਹੜੇ ਆ ਨਾ ਜੱਟਾ, ਜਿਹੜੇ ਕਈ ਬੰਦੇ ਸ਼ਿਕਾਰੀ ਕਬੂਤਰ ਚੰਗੇ ਵੀ ਛੱਡ ਲੈਂਦੇ ਆ। ਹਾਂਜੀ। ਉਹਨਾਂ ਨੂੰ ਵੀ ਨਹੀਂ ਸਮਝ ਆਉਂਦੀ। ਉਹਨਾਂ ਨੂੰ ਨਹੀਂ ਸਮਝ ਆਉਂਦੀ।
ਉਹਨਾਂ ਨੂੰ ਵੀ ਨਹੀਂ ਆਉਂਦੀ ਹਾਂਜੀ, ਤੇ ਕਈ ਬੰਦੇ ਇਹ ਨਾ ਤੁਸੀਂ ਮਤਲਬ ਕਿ ਲਹਿਦਾ ਪਾਰਟ ਬਣਾ ਕੇ ਲਾਓ। ਹਾਂਜੀ, ਉਹ ਮੈਂ ਬਾਤ ਲੈਵਲ ਹਾਂਜੀ, ਕੁਝ ਜਿਹੜੇ ਬੰਦੇ ਨੇ ਨਾ ਹਾਂਜੀ। ਉਹਨਾਂ ਨੂੰ ਉਸਤਾਦਾਂ ਨੇ ਇੰਜ ਰੋਲਿਆ ਵਿਚਾਰਿਆਂ ਨੂੰ, ਉਹਨਾਂ ਦਾ ਕਿਸੇ ਤੇ ਯਕੀਨ ਹੀ ਨਹੀਂ ਆ। ਯਕੀਨ ਨਹੀਂ ਆਉਂਦਾ। ਠੀਕ ਆ। ਠੀਕ ਤੇ ਆ। ਸਾਡੇ ਚੈਨਲ ਦਾ ਮਕਸਦ ਇਹ ਵਾ ਕਿ ਬੰਦਿਆਂ ਦੇ ਯਕੀਨ ਵੱਜਣ, ਹਾਂਜੀ, ਬੰਦੇ ਚੋਰੀ ਸਾਹਿਬ ਦੀ ਲੁੱਟਣ ਤੋਂ ਬਚਣ। ਇਨਸ਼ਾਅੱਲਾ ਜੀ। ਜਿਹੜੀ ਆਵਾਮ ਲੁੱਟਦੀ ਆ, ਕਈ ਬੰਦਿਆਂ ਨੂੰ ਅੱਲਾ ਦੀ ਰਹਿਮਤ ਆ, ਹਾਂਜੀ, ਖਾਸ ਕਰ ਮੈਂ ਬਹੁਤ ਸਾਰੇ ਬੰਦੇ ਵੇਖੇ ਆ ਉਂਝ ਚੋਰੀ ਲਿਖਵਾਉਂਦੇ ਆ ਹਾਂਜੀ, ਤੇ ਆ 10-20 ਹਜ਼ਾਰ ਦਾ ਚੋਰੀ ਸਾਹਿਬ ਜੀ ਕਿਸੇ ਨੂੰ ਮੋਛਾ ਪਾਉਣ ਲੱਗੇ, ਇਹ ਵੀ ਨਹੀਂ ਦਿੰਦੇ। ਮਿੰਟ ਵੀ ਨਹੀਂ ਖਾਂਦੇ ਜੀ। ਇਹ ਵੀ ਨਹੀਂ ਦਿੰਦੇ ਕਿ ਯਾਰ ਇਹ ਬੰਦੇ ਨੂੰ 10,000 ਦੀ ਠੱਗੀ ਮਾਰਾਂਗੇ, ਖਾਣ ਜੋਗਾ ਵਿਚਾਰਾ ਠੱਗੀ ਖਾ ਕੇ 10,000 ਦੀ ਬਚ ਜਾਏਗਾ। ਬਚ ਜਾਏਗਾ। ਠੀਕ ਆ। ਇਹ ਵੀ ਨਹੀਂ ਸੋਚਦੇ, ਚਲੋ ਕੋਈ ਗੱਲ ਨਹੀਂ, ਮੈਂ ਨਾ ਕਿ ਦੇਣ ਲੈਣ ਦੁਨੀਆ ਦੇ ਬਣਿਆ ਹਾਂਜੀ, ਕਿ ਯਾਰ ਮੈਂ ਅੱਗੇ ਵੀ ਇਹ ਗੱਲ ਜਟਾ ਕਰਨਾ ਵਾ ਚੈਨਲ ਤੇ, ਕੋਈ ਨਹੀਂ ਅੱਜ ਲੰਮੀ ਹੋਣ ਦੇ ਵੀਡੀਓ ਜਿੱਦੀ ਹੁੰਦੀ ਆ ਕੋਈ ਰੌਲਾ ਮੈਂ ਨਹੀਂ। ਕਰ ਲਾਂਗਾ ਪਾਠ ਹਾਂਜੀ, ਕਿ ਯਾਰ ਤੁਸੀਂ ਪੈਸੇ ਲਓ, ਕਿਸੇ ਭਰਾ ਦਾ ਕੋਈ ਸ਼ਾਗਿਰਦ ਬਾਹਰ ਆ, ਹਾਂਜੀ, ਕਿਸੇ ਦਾ ਯੂਰਪ ਆ, ਕਿਸੇ ਦਾ ਦੁਬਈ ਆ, ਕਿਸੇ ਦਾ ਫਰਾਂਸ ਆ, ਕਿਸੇ ਦਾ ਕਿਤੇ ਆ, ਹਾਂਜੀ, ਕਿ ਯਾਰ ਪੈਸੇ ਲੈਣ ਲੱਗੇ ਹਾਂਜੀ, ਇਹਨਾਂ ਤੇ ਵੇਖ ਲਿਆ ਕਰੋ ਕਿ ਯਾਰ ਆਹ ਬੰਦੇ ਕੋ ਪੈਸੇ ਲੈ ਲਾਂਗੇ, ਬਚ ਜਾਏਗਾ ਵਿਚਾਰਾ, ਬਚ ਜਾਏਗਾ। ਇਹਦੀ ਰੋਟੀ 2 ਟਾਈਮ ਦੀ ਘਰ ਪੱਕਦੀ ਨਾ। ਹਾਂਜੀ, ਇਸ ਗੱਲ ਨਾਲ ਕੋਈ ਗਰਜ ਨਹੀਂ, ਹਾਂਜੀ, ਛੁਰੀ ਫੇਰਨੀ ਆ ਛੁਰੀ ਫੇਰਨੀ ਆ। ਹੈ। ਹਾਂਜੀ, ਠੀਕ ਆ। ਇਹ ਜੱਟ ਸਾਹਿਬ ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰ ਦਵਾਂ ਹਾਂਜੀ, ਤੁਹਾਡੇ ਚੈਨਲ ਦੇ ਥਰੂ। ਠੀਕ ਹੋ ਗਿਆ ਜੀ। ਚੈਨਲ ਵੀ ਤੁਹਾਡਾ ਯਾਰ, ਹਾਂਜੀ, ਇਹ ਸਾਡਾ ਆਪਣਾ ਚੈਨਲ ਆ ਜ਼ਾਤੀ ਹਾਂਜੀ। ਤੌਰ ਤੇ। ਪਹਿਲੀ ਗੱਲ ਤੇ ਇਹ ਆ ਕਿ ਜੀ ਅਸੀਂ ਜਿੱਥੇ ਜਿੱਥੇ ਵੀ ਸ਼ੌਕ ਕਰਦੇ ਆ ਨਾ ਜੀ, ਹਾਂਜੀ, ਕੋਈ ਵੀ ਚਾਹੇ ਉਹ ਪਿੰਡ ਆ, ਹਾਂਜੀ, ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ। ਕਿਸੇ ਟਾਈਮ ਦੇ ਵਿੱਚ ਗੁੱਸਾ ਵੀ ਹੁੰਦਾ ਆ ਜਾਂਦਾ ਵਾ, ਹਾਂ, ਲੇਕਿਨ ਜਿੱਥੇ ਜਿੱਥੇ ਵੀ ਕੋਈ ਸ਼ਿਕਾਰ ਲੈਣ ਦੇ ਲਿਹਾਜ਼ ਨਾਲ ਹਾਂਜੀ, ਜੇ ਸਾਡਾ ਕੋਈ ਮੁਖਾਲਫਤ ਕਬੂਤਰਬਾਜੀ 'ਚ ਆ, ਅਸੀਂ ਉਦਾਂ ਨਾ ਹੀ ਕਿਸੇ ਨੂੰ ਮੁਖਾਲਫ ਸਮਝਦੇ ਆ। ਹਾਂਜੀ, ਅਗਲਾ ਬੰਦਾ ਨਾ ਬਣਾਈ ਜਾਵੇ, ਉਹਦੀ ਆਪਣੀ ਮੌਜ ਆ। ਹਾਂਜੀ, ਨਾ ਹੀ ਅਸੀਂ ਕਿਸੇ ਨੂੰ ਬੁਰਾ ਭਲਾ ਕਹਿੰਦੇ ਆ। ਹਾਂਜੀ, ਹਰ ਬੰਦਾ ਆਪਣੀ ਜਗ੍ਹਾ ਤੇ ਠੀਕ ਆ। ਹਾਂਜੀ, ਹਰ ਬੰਦਾ ਜਿਹੜਾ ਉਸਤਾਦ ਆ, ਅਸੀਂ ਕਿਸੇ ਦਾ ਵੀ ਉਸਤਾਦ ਆ, ਅਸੀਂ ਉਹਦਾ ਇਹਤਰਾਮ ਕਰਦੇ ਆ। ਕਿਆ ਬਾਤ ਹੈ। ਕਿਸੇ ਨੂੰ ਅਸੀਂ ਨਾ ਬੁਰਾ ਭਲਾ ਕਹਿੰਦੇ ਆ, ਹਾਂ, ਨਾ ਹੀ ਅਸੀਂ ਸਾਡਾ ਇਹੋ ਜਿਹਾ ਕੋਈ ਜ਼ੇਨ ਆ। ਅੱਛਾ, ਇਹ ਤੁਹਾਨੂੰ ਇਸ ਤੋਂ ਮੈਂ ਤੁਹਾਡੇ ਚੈਨਲ ਦੇ ਥਰੂ ਕਿਹਾ ਵਾ, ਕੋਈ ਬੰਦੇ ਸੋਚ ਆ, ਕਈਆਂ ਦੀ ਸੋਚ ਵੀ ਇਦਾਂ ਦੀ ਹੁੰਦੀ ਆ, ਹਾਂਜੀ, ਲੇਕਿਨ ਸਾਡੀ ਸੋਚ ਠੀਕ ਆ। ਹਾਂ, ਅਸੀਂ ਸਾਡੇ ਤੋਂ ਸਾਰੇ ਹੀ ਚੰਗੇ ਆ ਜੀ, ਸੀਨੀਅਰ ਨੇ ਸਾਡੇ ਤੋਂ ਸਾਡੇ ਤੋਂ ਸੀਨੀਅਰ ਆ। ਹਾਂਜੀ, ਬਹੁਤ ਦੁਨੀਆ ਭਲੀ ਤੋਂ ਭਲੀ ਪਈ ਆ। ਅੱਛਾ, ਇਹ ਸ਼ਿਕਾਰ ਦੇ ਵਿੱਚ ਭਾਈ ਸ਼ਾਹ ਤੁਹਾਡੀ ਜ਼ਿੰਦਗੀ ਗੁਜ਼ਰੀ ਆ, ਹਾਂਜੀ, ਅਸੀਂ ਤਾਂ ਕੱਲ ਦੇ ਬੱਚੇ ਆ। ਹਾਂਜੀ, ਸਾਰੀ ਜ਼ਿੰਦਗੀ ਲੋਕਾਂ ਦੀ ਗੁਜ਼ਰ ਗਈ ਆ। ਹਾਂਜੀ, ਇਹਦੇ ਵਿੱਚੋਂ ਅੱਜ ਤੱਕ ਦੁਨੀਆ ਕਿਸੇ ਨੇ ਜਿੱਤੀ ਆ ਜੀ? ਕਦੀ ਨਹੀਂ, ਕਿਸੇ ਨੇ ਨਹੀਂ ਜਿੱਤਿਆ। ਕਿਸੇ ਦੁਨੀਆ ਨੇ ਨਹੀਂ ਕੋਈ ਜਿੱਤੀ। ਬੰਦਾ ਨਹੀਂ ਇਹ ਗੱਲ ਕਹਿ ਸਕਦਾ ਕਿ ਯਾਰ ਮੈਂ ਅੱਜ ਇੱਥੋਂ ਜਿੱਤ ਗਿਆ ਤੇ ਕੱਲ ਨੂੰ ਵੀ ਉੱਥੋਂ ਜਿੱਤ ਗਿਆ। ਉੱਥੋਂ ਜਿੱਤ ਗਿਆ। ਇਹ ਤੇ ਚਲੋ ਚਲੀ ਮਾਮਾ ਭਲੀਓ ਭਲੀ ਲਾਲ ਜੰਮੇ ਨੇ ਹਾਂਜੀ, ਤੇ ਭਲੀਓ ਭਲੀ ਲੋਕਾਂ ਕੋ ਕਬੂਤਰ ਨੇ ਤੇ ਭਲੀਓ ਭਲੀ ਲੋਕਾਂ ਕੋ ਸ਼ਿਕਾਰ ਨੇ। ਲੋਕਾਂ ਕੋ ਸ਼ਿਕਾਰ ਨੇ। ਠੀਕ ਆ। ਹਾਂਜੀ, ਬਹੁਤ ਤੇ- ਸਾਰੇ ਵੀਰ ਸਾੜ ਤੋਂ ਤੇ ਬੜੀ ਅਸੀਂ ਵੀ ਸ਼ੌਕ ਤੇ ਸਾਰੀ ਜ਼ਿੰਦਗੀ ਗਲ ਗਈ ਆ ਭਰਾਵਾ, ਹਾਂਜੀ, ਲੇਕਿਨ ਮੈਂ ਗੱਲ ਕਰਨਾ ਕਿ ਗਾਂ ਤੋਂ ਗਾਂ ਦੁਨੀਆ ਹਾਂਜੀ, ਸਿਰਫ ਇੱਕ ਗੱਲ ਹੋਣੀ ਚਾਹੀਦੀ ਹੈ ਸ਼ੌਕ ਦੇ ਵਿੱਚ, ਹਾਂਜੀ। ਕਿ ਸ਼ੌਕ ਇੰਜ ਦਾ ਕਰੋ ਕਿ ਲੋਕ ਮਸਾਲਾ ਦਿੰਦੇ ਆ। ਮੈਂ ਤੁਹਾਨੂੰ ਪਹਿਲਾਂ ਵੀ ਇੱਕ ਗੱਲ ਆਫ ਰਿਕਾਰਡ ਕਹੀ ਆ ਹਾਂ, ਕਿ ਆ ਜਿਹੜੇ ਮੇਰੇ ਸੱਜਣ ਬੈਠੇ ਆ, ਹਾਂਜੀ, ਆ ਜਿਹੜੇ ਬੈਠੇ ਆ, ਹਾਂਜੀ, ਪੀਰ ਅਸਦ ਅਲੀ ਆ, ਅਰਸ਼ਦ ਜਾਟਾ ਜੀ, ਹਾਂਜੀ। ਮੀਆਂ ਕਾਸ਼ਿਫ ਆ, ਪੀਰ ਆਸਫ ਅਲੀ ਸ਼ਾਹ ਆ ਜੀ, ਹਾਂਜੀ, ਇਹ ਜਿਹੜੇ ਮੇਰੇ ਬੈਠੇ ਆ, 2-3 ਹੋਰ ਦੋਸਤ ਆ, ਹਾਂਜੀ, ਪੀਰ ਮਨਸੂਰ ਸ਼ਾਹ, ਹਾਂਜੀ, ਯਾਨੀ ਜਿਹੜੇ ਮੇਰੇ ਸੱਜਣ ਬੈਠੇ ਆ, ਮੈਂ ਨਾਂ ਅੱਗੇ ਵੀ ਲੈ ਚੁੱਕਿਆ। ਹਾਂਜੀ, ਇਹ ਬੰਦੇ ਮੇਰੇ ਨਾਲ ਉਦੋਂ ਵੀ ਖੜੇ ਸੀਗੇ ਜਦੋਂ ਮੈਨੂੰ ਕੱਖ ਨਹੀਂ ਸੀ ਪਤਾ। ਇਹ ਅੱਜ ਵੀ ਖੜੇ ਆ। ਅੱਛਾ, ਜਦੋਂ ਕਿਸੇ ਗੱਲ ਦਾ ਨਹੀਂ ਪਤਾ ਇਹ ਉਦੋਂ ਦੇ ਨਾਲ ਇਹ ਮੇਰੇ ਨਾਲ ਉਦੋਂ ਦੇ ਯਕੀਨ ਕਰੋ ਖੜੇ ਆ। ਹਾਏ ਹਾਏ। ਮੈਂ ਇਹਨਾਂ ਦੀ ਵਜ੍ਹਾ ਤੋਂ ਹੀ, ਆਪਣੇ ਵਾਲਾ ਸਾਹਿਬ ਦੀ ਦੁਆਵਾਂ ਦੀ ਵਜ੍ਹਾ ਤੋਂ, ਹਾਂ, ਆਪਣੇ ਉਸਤਾਦ ਦੀ ਮਿਹਨਤ ਦੀ ਵਜ੍ਹਾ ਤੋਂ ਹਾਂ। ਜੇ ਕਿਸੇ ਮੁਕਾਮ ਤੇ ਪਹੁੰਚਿਆ ਨਾ ਜੀ, ਹਾਂਜੀ, ਮੈਂ ਇਹ ਅੱਲਾ ਦੀ ਕਸਮ, ਜੇ ਮੈਂ ਕਿਤੇ ਹਾਰ ਜਾਂਦਾ ਸੀ ਮੈਨੂੰ ਇਹ ਹੌਸਲਾ ਦਿੰਦੇ ਸੀ ਸਾਰੇ ਵੀ ਸਾਧ ਕੋਈ ਨਹੀਂ, ਤੂੰ ਤਿਆਰ ਕਰਕੇ ਛੱਡ, ਅਗਲੀ ਵਾਰੀ ਜਿੱਤਾਂਗੇ। ਅਗਲੀ ਵਾਰੀ ਫੇਰ ਸਹੀ ਫੇਰ ਬੜੀ ਸਹੀ। ਗੱਲ ਹੈ। ਅੱਛਾ, ਤੇ ਇਹਨਾਂ ਨਾਲ ਉਸਤਾਦੀ ਸ਼ਾਗਿਰਦੀ ਤੋਂ ਇਹ ਨਹੀਂ ਸਾਡਾ ਰਿਸ਼ਤਾ, ਹਾਂ। ਸਾਡਾ ਭਰਾਵਾਂ ਵਾਲਾ ਰਿਸ਼ਤਾ ਵਾ। ਅਸੀਂ ਇੰਜ ਆ, ਅੱਛਾ, ਮੁਖਲਸ ਰੱਖ ਲਓ ਭਾਈ ਹਾਂ। ਸ਼ਾਹਦ, ਇੱਕ ਰੱਖ ਲਓ। ਉਹ ਯਾਨੀ ਇੱਜ਼ਤ ਦਾ ਕੋਈ ਫਾਇਦਾ ਨਹੀਂ। ਕਸਮ ਪੈਦਾ ਕਰਨ ਵਾਲੀ ਦੀ ਹੁਣ ਰਿਕਾਰਡ ਕਰ ਰਿਹਾ ਵਾਂ। ਹਾਂ, 50 ਬੰਦੇ ਇਕੱਠੇ ਸੁਬਾਹ ਨੂੰ ਕਰ ਲੈਣੇ ਪੱਗਾਂ ਬੰਨਣ ਵਾਲੇ, ਹਾਂ। ਮੈਂ ਪੱਗਾਂ ਬਣਾ ਦਿੰਦਾ ਜੇ ਤੁਸੀਂ ਕਹੋਗੇ। ਮੇਰੇ ਮਗਰ ਏਦਾਂ ਦੁਨੀਆ ਵੀ ਫਰੀ ਆ। ਹਾਂਜੀ, ਕੋਈ ਵਕਤ ਐਸਾ ਵੀ ਰਿਹਾ ਵਾ, ਹਾਂ, ਹੁਣ ਵੀ ਅਲਹਮਦੁਲਿਲਾ ਅਸੀਂ ਕਿਸੇ ਤੋਂ ਘੱਟ ਨਹੀਂ, ਹਾਂ। ਇਨਸ਼ਾਅੱਲਾ ਸ਼ੌਕ ਕਰਦੇ ਆ, ਸਹੀ ਕਰਦੇ ਆ। ਹਾਂ। ਲੇਕਿਨ ਗੱਲ ਕਰਨ ਦਾ ਮਕਸਦ ਸਾਡਾ ਆਪਣਾ ਜ਼ਾਤੀ ਦੇਣ ਆ ਵੀ ਸਾਡਾ ਮੁਖਲਸ ਹੀ ਰਹਿਣ ਯਾਰ। ਕੋਈ ਐਸਾ ਬੰਦਾ ਨਾ ਵਿੱਚ ਵੜੇ ਵੀ ਜਿਹੜਾ ਸਾਨੂੰ ਵੀ ਆਪਸ ਵਿੱਚ ਖਿਲਾਰ ਦੇਵੇ। ਅੱਲਾਹ ਤਾਲਾ ਇਹਨਾਂ ਨੂੰ ਸਾਡੇ ਨਾਲ ਮੁਖਲਸ ਰਹਿਣ ਦੀ ਤੇ ਸਾਨੂੰ ਇਹਨਾਂ ਨਾਲ ਮੁਖਲਸ ਰਹਿਣ ਦੀ ਤੌਫੀਕ ਦੇਵੇ ਜੀ। ਬਸ ਵੀ ਦੁਆ ਕਰੋ ਅੱਲਾਹ ਪਾਕ ਘਟੀਆ ਬੰਦਾ ਕਿਸੇ ਦੇ ਮੱਥੇ ਨਾ ਲਾਵੇ। ਮੱਥੇ ਨਾ ਲਾਵੇ। ਹਾਂ, ਬਸ ਹਾਂਜੀ। ਦੁਆ ਇਹ ਕਰੋ ਹਾਂਜੀ, ਕਿ ਸਾਰੇ ਵੀਰ ਸੁਣਦੇ ਨੇ ਸਾਡੇ, ਹਾਂਜੀ, ਤੇ ਕੁਛ ਇਹਨਾਂ ਵੀਰਾਂ ਨੂੰ ਵੀ ਸੁਣਨਾ ਚਾਹੀਦਾ, ਜਿਹੜੇ ਸਾਡੇ ਵੀਰ ਵੇਖਣ ਦੇ ਨਾ, ਹਾਂਜੀ, ਉਹਨਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਹੈ। ਕੋਸ਼ਿਸ਼ ਕਰਿਆ ਕਰੋ, ਮੁਨਾਫਿਕ ਬੰਦੇ ਤੋਂ ਬਚਿਆ ਕਰੋ। ਆਂਦੇ ਆ ਕਿ ਪੇਟੀ ਦੇ ਵਿੱਚ ਇੱਕ ਸੇਬ ਹੋਵੇ ਨਾ ਗਲਿਆ, ਹਾਂਜੀ। ਉਹ ਸਾਰੀ ਪੇਟੀ ਦਾ ਬੇੜਾ ਗਰਕ ਕਰ ਦਿੰਦਾ। ਤੇ ਮੈਂ ਤੁਹਾਡੇ ਚੈਨਲ ਦੇ ਥਰੂ ਉਹਨਾਂ ਲੋਕਾਂ ਦੀ ਮਿਹਨਤ ਕਰ ਲੈਣਾ ਵਾ, ਹਾਂਜੀ, ਜਿਹੜੇ ਬੰਦੇ ਕਿਸੇ ਗਲਤ ਬੰਦਿਆਂ ਨੂੰ ਅਟੈਚ ਨਾਲ ਕਰਕੇ ਨਾ ਜੀ, ਇੱਜ਼ਤਾਂ ਸਾਰਿਆਂ ਦੀਆਂ ਸਾਂਝੀਆਂ, ਹਾਂਜੀ। ਧੀਆਂ ਭੈਣਾਂ ਦਾ ਇੱਕ ਦੂਜੇ ਦਾ ਖਿਆਲ ਕਰਨਾ ਚਾਹੀਦਾ ਵਾ।
ਉਹ ਬੰਦਾ ਬਗੈਰਤ ਹੁੰਦਾ ਵਾ। ਜਿਹੜਾ ਬੰਦਾ ਕਿਸੇ ਨੂੰ ਇਤਮਾਦ ਨਾਲ ਯਾਰ ਆਪਣੇ ਘਰ ਜਾਂ ਆਪਣੀ ਬੈਠਕ 'ਚ ਬਿਠਾਉਂਦਾ ਨਾ ਜੀ, ਹਾਂਜੀ ਉਹਦੇ ਘਰ ਜਾਂ ਉਹਦੀ ਬੈਠਕ ਜਿਹਦੇ ਵਿੱਚ ਉਹ ਨਿਗਾਹ ਗਲਤ ਰੱਖਦਾ ਵਾ, ਹਾਂਜੀ ਉਸ ਤੋਂ ਵੱਡਾ ਚਗਲ ਬੰਦਾ ਭਾਈ ਸ਼ਾਹਦ ਕੋਈ ਨਹੀਂ। ਐਸੇ ਬੰਦਿਆਂ ਤੋਂ ਪਰਹੇਜ਼ ਬੰਦੇ ਕਰਨ। ਨਾ ਜੰਮਣਾ ਤੇ ਨਾ ਉੱਗਣਾ ਉਹਦੇ ਤੋਂ ਨਾ ਚਲੋ ਮੈਂ ਕਹਿੰਦਾ ਉਸ ਤੋਂ ਘਟੀਆ ਜਾਂ ਬੇਗੈਰਤ ਬੰਦਾ ਕੋਈ ਨਹੀਂ। ਹਾਂਜੀ ਇਨਸਾਨ ਜਿਹੜਾ ਮੁਖਲਸ ਹੈ ਉਹਨਾਂ ਅਟੈਚ ਹੋ ਜਾਣ। ਹਾਂਜੀ ਇਨਸ਼ਾਅੱਲਾ ਅੱਲਾਹ ਤਾਲਾ ਇੱਜ਼ਤ ਦਊਗਾ। ਆਪਣੇ ਉਸਤਾਦ ਦੀ ਕਦਰ ਕਰਨ, ਆਮੀਨ ਜੀ ਆਮੀਨ। ਆਪਣੇ ਮਾਪਿਓ ਦੀ ਕਦਰ ਕਰਨ। ਹਾਂਜੀ ਮੈਂ ਔਨ ਰਿਕਾਰਡ ਕਰ ਰਿਹਾ, ਮੈਂ ਆਪਣੇ ਵਾਲਿਦ ਦੀ ਕਦਰ ਜਿੱਦਣ ਵੀ ਹੱਥ ਚੁੰਮ ਕੇ ਗਿਆ, ਮੇਰੇ ਵਾਲਿਦ ਨੇ ਦੁਆ ਕੀਤੀ ਅੱਲਾ ਦੇ ਹੁਕਮ ਨਾਲ ਭਾਵੇਂ 100 ਕਬੂਤਰ ਉੜਿਆ ਮੈਂ ਜਿੱਤਿਆ ਭਾਈ ਸ਼ਾਹਦ। ਇਹ 'ਚ ਮੇਰੀ ਵੀ ਫਨਕਾਰੀ ਕੋਈ ਨਹੀਂ। ਪੀਰਾ ਯਕੀਨ ਕਰਕੇ ਜਾਣੀ ਚੈਨਲ ਤੇ ਅਸੀਂ ਬਣਾਇਆ ਹੈ ਪੀਰਾਂ ਦੀ ਖਿਦਮਤ ਵਾਸਤੇ ਆ, ਵੀਰਾਂ ਦੀ ਜਿਹੜੇ ਸਾਡੇ ਭਰਾ ਵੇਖਣ ਡਏ ਆ। ਹਾਂਜੀ ਅਕਸਰ ਅਸੀਂ ਗੱਲਾਂ ਹੀ ਉਹ ਸ਼ੇਅਰ ਕਰਨੇ ਕਿ ਜਿਹੜੀਆਂ ਕਿਸੇ ਦੇ ਕੰਮ ਆਉਣ। ਕੰਮ ਆਉਣ। ਪੀਰਾ ਮੇਰੇ ਸ਼ੌਕ, ਮੈਂ ਕਿਸੇ ਨੂੰ ਦੱਸਦਾ, ਮੇਰੇ ਜਟਾ ਸ਼ੌਕ ਦੀ ਅੱਲਾ ਦੀ ਕਸਮ ਸਭ ਤੋਂ ਵੱਡੀ ਵਜ੍ਹਾ ਮੇਰੀ ਮਾਂ ਵਾ। ਹਾਂਜੀ ਯਕੀਨ ਕਰਕੇ ਜਿੱਥੋਂ ਮੈਨੂੰ ਸ਼ੌਕ ਦਾ ਮੈਨੂੰ ਰੂਹ ਆਇਆ ਨਾ, ਹਾਂਜੀ ਮੈਂ ਚੌਧਰੀ ਸਾਹਿਬ ਦੀ ਸਾਰੀ ਰਾਤ ਸੁੱਤਾ, ਸਵੇਰੇ ਗਰਾਊਂਡ ਦੇ ਵਿੱਚ ਜਾ ਕੇ ਕਬੂਤਰ ਸਾਫ਼ ਕਰਕੇ ਛੱਡਿਆ। ਜਦੋਂ ਮੈਂ ਕਬੂਤਰ ਲੈ ਕੇ ਚੱਲਿਆ, ਮੇਰੀ ਮਾਂ ਨੇ ਆਖਿਆ ਜਾ ਤੂੰ। ਮੈਨੂੰ ਮਾਈ ਨੇ ਰਾਤ ਮਾਂ ਮੇਰੀ ਨੇ ਠਾਲਿਆ ਨਹੀਂ। ਹਾਂਜੀ ਮੈਂ ਆਪਣੀ ਮਾਂ ਨਾਲ ਗਿਲਾ ਜਿਹਾ ਕੀਤਾ, ਮੈਂ ਕਿਹਾ ਮਾਂ ਤੂੰ ਮੈਨੂੰ ਨਾ ਠਾਲਿਆ ਨਹੀਂ, ਮੈਂ ਤਾਂ ਕਬੂਤਰ ਬਾਜੀ ਛੱਡਣਾ ਹੀ, ਸਾਫ਼ ਕਰਨਾ ਹੀ। ਹਾਂਜੀ ਉਹਨੇ ਆਖਿਆ ਜਾ ਤੂੰ ਪੁੱਤ ਲੈ ਜਾ, ਤੇਰਾ ਕਬੂਤਰ ਜਿੱਤ ਜੇਗਾ। ਕਿਆ ਬਾਤ, 45 ਕਬੂਤਰ ਉੱਡੇ, ਕੱਲਾ ਕਬੂਤਰ ਮੇਰਾ ਜਿੱਤਿਆ। ਬੜੀ ਗੱਲ ਆ, ਕਿਆ ਬਾਤ। 45 ਕਬੂਤਰ ਉੱਡੇ, ਪਹਿਲਾ ਵਾਕਿਆ ਸੀ ਮੇਰਾ ਕਬੂਤਰ ਛੱਡਣ ਦਾ। ਹਾਂਜੀ ਉਹ ਘਰ ਮੈਂ ਨਾਂ ਨਹੀਂ ਲੈਣਾ, ਅੱਜ ਵੀ ਮੇਰੇ ਸਾਰੇ ਸ਼ਾਗਿਰਦ ਨੇ। ਉਹ ਘਰ ਅੱਜ ਵੀ ਉਹਨਾਂ ਦੇ ਜਿੰਨੇ ਭੈਣ, ਉਸ ਬੰਦੇ ਦੇ ਉਹ ਆਪ ਫੌਤ ਹੋ ਗਿਆ, ਅਲਮ ਜੰਦਾ ਘਰ ਕਰੇ, ਉਹਦੇ ਅੱਜ ਵੀ ਭਰਾ ਨੇ ਨਿੱਕੇ ਸਾਰੇ ਅੱਜ ਵੀ ਸਾਡੇ ਤਾਬਿਆਦਾਰ ਆ। ਤੇ 30 ਸਾਲ ਤੋਂ ਬੰਦੇ ਕਿਸੇ ਕੋਲ ਪਿੰਜਰਾ ਲੈ ਕੇ ਨਹੀਂ ਗਏ। ਉਹਨਾਂ ਆਖਿਆ ਸ਼ੌਕ ਨਾ ਕਰਨਾ ਮਨਜ਼ੂਰ ਹੈ। ਹਾਂਜੀ ਠੀਕ ਆ, ਹਾਂਜੀ ਤੁਸੀਂ ਹੀ ਛੱਡਣੇ ਨੇ ਉਸਤਾਦਾ, ਕਿਆ ਬਾਤ, ਸਾਡੇ ਕੋਈ ਛਡਾਉਂਦੇ ਆ। ਹਾਂਜੀ ਤੇ ਸ਼ੌਕ ਨੂੰ ਅੱਲਾਹ ਪਾਕ ਨੇ ਰੂਹ 'ਚ ਸਭ ਤੋਂ ਪਹਿਲਾਂ ਮੈਂ ਵੀਰਾ ਇਹ ਗੱਲ ਆਂਦਾ ਹਾਂਜੀ ਕਿ ਆਪਣੇ ਮਾਂ ਪਿਓ ਦੀ ਖਿਦਮਤ ਕਰੋ ਜੀ। ਆਪਣੇ ਮਾਂ ਪਿਓ ਨੂੰ ਜਿਹੜਾ ਸ਼ੌਕ ਨੂੰ ਸ਼ੌਕ ਦੀ ਜਗ੍ਹਾ ਰੱਖੋ। ਹਾਂਜੀ 70 ਵਲੀ ਇਕੱਠੇ ਹੋ ਗਏ, ਹਾਂਜੀ 70 ਵਲੀ ਹਾਂਜੀ ਇਕੱਠੇ ਹੋ ਗਏ, ਹਾਂਜੀ ਇੱਕ ਕਿਸੇ ਦੇ ਬੱਚੇ ਨੂੰ ਬਦਦੁਆ ਦੇਣ ਹਾਂ ਤੇ ਕੱਲੀ ਮਾਂ ਤੇ ਪਿਓ ਉਧਰ ਖੜੇ ਹੋਣ ਤੇ ਅੱਲਾਹ ਪਾਕ ਉਹ ਜਿਹੜੀ 17 ਵਲੀਆਂ ਦੀ ਬਦਦੁਆ ਬੰਦ ਕਰ ਦਿੰਦਾ ਤੇ ਉਹ ਮਾਂ ਤੇ ਪਿਓ ਦੀ ਰੱਦ ਨਹੀਂ ਕਰਦਾ। ਆਏ ਹਾਏ ਇੰਨੀ ਤਾਕਤ ਆ ਮਾਂ ਤੇ ਬਾਪ 'ਚ। ਆਏ ਹਾਏ ਤੇ ਬਿਲਕੁਲ ਆਪਣੇ ਮਾਂ ਪਿਓ ਦੀ ਪੂਜਾ ਕਰਨੀ ਚਾਹੀਦੀ ਆ ਔਰ ਇਦਾਂ ਹੀ ਮੰਨਣਾ ਚਾਹੀਦਾ ਜਿੱਦਾਂ ਅੱਲਾਹ ਔਰ ਰਸੂਲ ਦਾ ਹੁਕਮ ਆ। ਆਏ ਹਾਏ ਠੀਕ ਹੈ ਨਾ ਜੀ। ਜਿਹੜਾ ਬੰਦਾ ਆਪਣੀ ਮਾਂ ਦੇ ਕਦਮ ਦੇਖਦਾ ਹਾਂਜੀ ਉਹਨੂੰ ਉਹ ਜੰਨਤ 'ਚ ਦਾਖਲਾ ਲੈਂਦਾ। ਜਿਹੜਾ ਆਪਣੇ ਪਿਓ ਦੀ ਸੁਬਾਹ ਉੱਠ ਕੇ ਪਛਾਣੀ ਦੇਖਦਾ ਉਹ ਇੱਕ ਹੱਜ ਕਰਦਾ। ਜਿਹੜਾ 7 ਵਾਰੀ ਆਪਦੇ ਬਾਪ ਦਾ ਚਿਹਰਾ ਦੇਖਦਾ ਉਹ ਅਕਬਰੀ ਹੱਜ ਕਰਦਾ। ਇਹ ਮਕਾਮ ਆ ਅੱਲਾਹ ਪਾਕ ਨੇ ਦਿੱਤਾ ਮਾਂ ਪਿਓ ਨੂੰ। ਲੋ ਤੇ ਕਦੀ ਵੀ ਉਖੜਿਓ ਨਾ ਜ਼ਿੰਦਗੀ 'ਚ ਆਪਣੇ ਵਾਲਿਦ ਔਰ ਆਪਣੇ ਵਾਦਾ 'ਚ। ਕੀ ਬਾਤ ਹੈ। ਹਾਂ ਅੱਛਾ ਵੀਰ ਜੀ, ਅੱਛਾ ਯਾਰ ਸਾਹਿਬ, ਅਸੀਂ ਨਾ ਹੁਣ ਕਬੂਤਰ ਨੂੰ ਪ੍ਰੋਪਰ ਯਾਨੀ ਸਿਆਲਾਂ ਦੀ ਸਾਂਭ ਤੋਂ ਲੈ ਕੇ ਹਾਂਜੀ ਮੋੜ ਤੱਕ ਇਨਸ਼ਾਅੱਲਾ ਤੁਹਾਡੇ ਚੈਨਲ ਦੇ ਤਸਲਸਲ ਨਾਲ ਦੱਸ ਦੇਣਾ ਵਾ। ਅੱਜ ਗਾਂ ਵੀਰਾਂ ਦੇ ਨਸੀਬ। ਅੱਜ ਯਕੀਨ ਕਰਕੇ ਇੱਕ ਵੀਰ ਦਾ ਕਮੈਂਟ ਆਇਆ ਸੀ ਹਾਂਜੀ ਕਿ ਜੱਟ ਸਾਹਿਬ ਹੁਣ ਨਾ ਸੀਜ਼ਨ ਆਉਣ ਡਿਆ ਅੱਗੋਂ, ਹਾਂਜੀ ਕੋਈ ਇੰਜ ਦੇ ਕਬੂਤਰਾਂ ਦੇ ਵਲੋਗ ਕਰੋ ਕਿ ਜਿਹੜਾ ਨਾ ਹਾਂਜੀ ਕਵਾਮ ਨੂੰ ਕੋਈ ਨੌਲੇਜ ਹਾਸਲ ਹੋਵੇ। ਹਾਂਜੀ। ਮੈਂ ਬਹੁਤੇ ਨੂੰ ਮਸਲ ਗੁੱਡ ਕਹਿ ਦਿੰਦਾ ਵਾ, ਕੋਈ ਹਾਂਜੀ ਨਹੀਂ ਕਰਦਾ ਨਾ ਹਾਂਜੀ ਮੈਂ। ਹਾਂਜੀ ਤੇ ਮੈਂ ਉਸ ਬੰਦੇ ਨੂੰ ਨਾ ਮੋੜ ਕੇ ਯਾਨੀ ਕਿ ਕਮੈਂਟ ਕੀਤਾ ਕਿ ਮੈਂ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ, ਇਨਸ਼ਾਅੱਲਾ ਜੀ। ਪਤਾ ਨਹੀਂ ਯਾਰ ਉਹਨਾਂ ਵੀਰਾਂ ਦੀਆਂ ਦੁਆਵਾਂ ਨਾਲ ਹਾਂਜੀ ਜਾਂ ਕਿੰਜ ਕੇ ਵੇਖ ਲਓ ਕਿ ਮੈਂ ਤੁਹਾਨੂੰ ਕਿਹਾ ਵੀ ਨਹੀਂ, ਤੁਹਾਡੇ ਮੂੰਹੋਂ ਹੀ ਅੱਜ ਗੱਲਾਂ ਨਿਕਲ ਗਈਆਂ। ਹਾਂਜੀ ਨਿਕਲ ਗਈਆਂ ਜੀ। ਹਾਂਜੀ ਤੁਸੀਂ ਦੇਖੋ ਜੀ ਇੰਨਾ ਸਫ਼ਰ ਕਰਕੇ ਸਪੈਸ਼ਲ ਆਏ ਹੋ। ਜੀ ਤੁਸੀਂ ਸਾਡੇ ਭਰਾ ਹੋ, ਵੱਡੇ ਹੋ, ਤੇ ਕੋਈ ਰੌਲਾ ਨਹੀਂ। ਇਨਸਾਨ ਨੂੰ ਜਿਹੜਾ ਨਾ ਜੇ ਕੁਝ ਹੋਵੇ ਉਹਦੇ ਕੋਲ ਉਹਨੂੰ ਦੱਸਣਾ ਚਾਹੀਦਾ ਵਾ। ਹਾਂਜੀ ਬਾਕੀ ਜਿਹੜਾ ਮਾਂ ਦੇ ਪੇਟ ਚੋਂ ਕੋਈ ਨਹੀਂ ਸਿੱਖ ਹੁੰਦਾ, ਇਹਦੇ ਸਾਰੇ ਇੱਥੇ ਆਣ ਕੇ ਸਿੱਖਦੇ ਆ। ਹਾਂਜੀ ਭਾਈ ਸ਼ਾਹਦ ਕਬੂਤਰ ਨੂੰ ਜਦੋਂ ਆਪਾਂ ਸਿਆਲੇ ਸਾਂਭਣਾ ਨਾ ਜੀ, ਜੀ ਇੱਕ ਤਾਂ ਉਹਦੀ ਆਪਾਂ ਮੇਨਟੇਨ ਖੁਰਾਕ ਦਾ ਖਿਆਲ ਰੱਖਣਾ ਵਾ। ਹਾਂਜੀ ਦੂਸਰਾ ਮੈਂ ਆਪਣੇ ਵੀਰਾਂ ਨੂੰ ਇਹ ਕਹਿਣਾ ਕਿ ਕਬੂਤਰ ਨੂੰ ਨਾ ਦੇਸੀ ਘਿਓ ਦੇ ਭੋਰੇ, ਜਦੋਂ ਪਟਾਈ ਤੋਂ ਇਹ ਮਹੀਨਾ ਪਹਿਲਾਂ ਦੀ ਗੱਲ ਦੱਸਦਾ ਪਿਆ ਵਾਂ, ਅੱਛਾ ਪਟਾਈ ਤੋਂ ਪਹਿਲਾਂ ਦੀ ਗੱਲ ਦੱਸਦਾ ਪਿਆ ਵਾਂ, ਹਾਂ ਸਿਆਲਾਂ ਦੀ, ਪੁੱਟਣ ਤੋਂ ਪਹਿਲਾਂ ਸਿਆਲਾਂ ਦੇ ਵਿੱਚ, ਸਿਆਲਾਂ 'ਚ ਪੁੱਟਣ ਤੋਂ ਮਹੀਨਾ ਪਹਿਲਾਂ, ਮਹੀਨਾ ਡੇਢ ਮਹੀਨਾ ਪਹਿਲਾਂ ਹਾਂ ਕਬੂਤਰਾਂ ਨੂੰ ਪ੍ਰੋਪਰ ਦੇਸੀ ਘਿਓ ਖਾਲਸ ਕਿਤੋਂ ਲੈ ਲਓ। ਥੋੜਾ ਹਾਂਜੀ। ਬਹੁਤਾ ਅਗਰ ਗੁੰਜਾਇਸ਼ ਹੈਗੀ ਆ ਤੇ ਹਾਂ ਉਹ ਲਓ, ਸ਼ੌਕ ਜੂ ਕਰਨਾ ਵਾ ਹਾਂਜੀ। ਉਹ ਲਓ। ਰਾਤ ਦੇ ਹੁਣ ਤੇ ਆਉਂਦੀ ਹੈ ਵੀ ਜਿਹੜਾ ਗੱਲ ਟੋਕੀ ਦੀ ਆ, ਹੁਣ ਤੇ ਨਹੀਂ ਤੇ ਕਿਤੇ ਚੰਗੀ ਕੋ ਮਸਲ ਜਾ ਕੇ ਲੈ ਆਓ। ਹਾਂਜੀ ਆਇਆ ਜਿੱਥੇ ਦੁੱਧ ਸ਼ੁੱਧ ਜਾਂ ਹਾਂਜੀ, ਕੀ ਆਉਂਦੇ ਨੇ, ਡੈਰੀਆਂ ਤੋਂ ਹਾਂਜੀ ਕਿਸੇ ਵੀ ਡੈਰੀ ਤੋਂ 2-4 ਕਿਲੋ ਕਰੀਮ ਲਿਆਓ, ਹਾਂਜੀ ਉਹਦੇ ਘਿਓ ਵੀ ਜ਼ਿਆਦਾ ਬਣ ਜਾਂਦਾ ਵਾ ਘਿਓ ਵੀ ਜ਼ਿਆਦਾ ਬਣ ਤੇ ਜਾਂਦਾ, ਹੁੰਦਾ ਵੀ ਪਤਾ ਖਾਲਸ। ਖਾਲਸ ਆ। ਹਾਂਜੀ ਉਹਨੂੰ ਲਿਆਣ ਕੇ ਰੱਖ ਲਓ। ਉਹਨੂੰ ਭਾਈ ਸ਼ਾਹਦ ਤੁਸੀਂ ਰਾਤ ਦੀ ਰੋਟੀ ਰੱਖੀ ਹੋਵੇ ਜਾਂ ਹਾਂਜੀ। ਤੜਕੇ ਤਾਜ਼ੀ ਪਕਾਉਣੀ ਆ, ਥੋੜੀ ਜਿਹੀ ਮੋਟੀ ਰੱਖ ਕੇ ਨਾ ਕੱਚੀ ਭੁੰਨੀ ਰੱਖ ਲੈਣੀ ਰੋਟੀ, ਅੱਛਾ ਉਹਦੇ ਕਰ ਲੈਣੇ ਆ ਭੋਰੇ। ਅੱਛਾ ਭੋਰੇ ਕਰਕੇ ਉਹਨੂੰ ਘਿਓ ਉਹਨੂੰ ਲਾ ਲੈਣਾ ਵਾ, ਜਿੱਦਾਂ ਆਪਾਂ ਚੂਰੀ ਬਣਾਈ ਦੀ ਹੈ। ਘਿਓ ਇੰਨਾ ਕਿ ਲਾਉਣਾ ਵੀ ਚਮਚ 1.5 ਚਮਚ, ਜ਼ਿਆਦਾ ਨਹੀਂ, ਵੀ ਭਿਉਣਾ ਨਹੀਂ ਉਹਨੂੰ ਪੂਰਾ। ਤੇ ਜੇ ਨਾ ਉਹ ਜਿੱਦਾਂ ਬੰਦੇ ਖਾਂਦੇ ਉਹ ਨਹੀਂ ਹਿਸਾਬ, ਉਹ ਜਾਨਵਰਾਂ ਨੂੰ ਪਾਉਣੀ ਆਪਾਂ। ਅੱਛਾ ਜੀ ਜੇ ਉਹਨਾਂ ਨੂੰ ਨਿਹਾਰ ਤੜਕੇ ਉਹ ਭੋਰੇ ਰੱਖੋ, ਹਾਂਜੀ ਮੁੜ ਕੇ ਉਸ ਤੋਂ ਉੱਤੇ ਪਾਣੀ ਨਹੀਂ ਤੁਸੀਂ ਰੱਖਣਾ, ਕਮ ਸੋ ਕਮ 2-2.5 ਘੰਟੇ।
ਯਾਨੀ ਭੋਰੇ ਪਾ ਕੇ ਤੇ 2-2.5 ਘੰਟੇ ਕਬੂਤਰਾਂ ਨੂੰ ਪਾਣੀ ਨਾ ਰੱਖੋ, ਪਾਣੀ ਨਹੀਂ ਭੁੱਲ ਰੱਖਣਾ, ਜੋ ਕਿ ਇਹਨਾਂ ਨੂੰ ਪਾਣੀ ਪਾਉਣਾ ਹੈ। ਪਾਣੀ ਪਾਉਣਾ ਵਾ। ਹਾਂ ਉਹ ਤੁਸੀਂ ਉਹਨਾਂ ਨੂੰ 2-2.5 ਘੰਟਿਆਂ ਬਾਅਦ ਜਦੋਂ ਪਾਣੀ ਪਾਉਣਾ ਤੁਸੀਂ ਕੋਸਾ ਪਾਉਣਾ ਜੀ, ਯਾਨੀ ਉਹਨਾਂ ਨੂੰ ਠੰਡਾ ਪਾਣੀ ਨਹੀਂ ਰੱਖਣਾ। ਕੋਸਾ ਰੱਖਣਾ। ਇਹ ਤੁਹਾਨੂੰ ਗੁਰ ਦੀ ਗੱਲ ਦੱਸਣ ਲੱਗੇ ਆ। ਅੱਛਾ। ਔਰ ਜਦੋਂ ਤੁਸੀਂ ਜਟਾ 2-2.5 ਘੰਟੇ ਕਿਤੇ ਵਿੱਚੋਂ ਜਾਂਦੇ ਹੀ ਨਾ ਰਹਿਣ, ਕਿਤੇ ਭੋਰੇ ਫਸ ਕੇ ਆ ਕੇ। ਮੈਂ ਕਹਿੰਦਾ ਜੀ ਜਾਨਵਰਾਂ ਨੂੰ ਕੱਖ ਵੀ ਨਹੀਂ ਹੁੰਦਾ। ਅੱਛਾ ਜੀ। ਜੇ ਪਾਣੀ ਤੁਸੀਂ ਪਿਆ ਤਾਂ ਤੁਹਾਡੇ ਕਬੂਤਰ ਗਲੇ ਪੱਕਣੇ ਸ਼ੁਰੂ ਹੋ ਜਾਣੇ ਆ, ਗਲੇ ਖਰਾਬ ਹੋਣੇ ਸ਼ੁਰੂ ਹੋ ਜਾਣੇ ਆ, ਅੱਛਾ ਜੀ। ਤੇ ਤੁਸੀਂ ਕਹਿਣਾ ਜੀ ਜੱਟ ਨੇ ਗੱਲ ਦੱਸੀ ਸੀ 2 ਨੰਬਰ ਦੱਸਤੀ। ਅੱਛਾ ਜੀ। ਠੀਕ ਜਿਹੜੀ ਆਪਾਂ ਕਰਦੇ ਆ ਆਪਾਂ ਉਹ ਦੱਸਣੀ ਆ। ਠੀਕ ਹੋ ਗਿਆ ਜੀ। ਤੁਸੀਂ ਜੇ 2-2.5 ਘੰਟੇ ਨਹੀਂ ਕਰ ਸਕਦੇ, ਘੰਟਾ ਤੇ ਕਰ ਸਕਦੇ ਹੋ ਕਿ ਨਹੀਂ? ਕੱਢ ਸਕਦਾ ਬੰਦਾ। ਤੇ ਘੰਟੇ ਬਾਅਦ ਹੀ ਰੱਖ ਲਓ। ਅੱਛਾ। ਜਦੋਂ ਤੁਸੀਂ ਦੇਖਿਆ ਵੀ ਪੋਟਾਂ ਚੋਂ ਥੱਲੇ ਚੜ ਕੇ ਇੱਥੇ ਹੁੰਦਾ ਥਿੰਦਾ ਭਾਈ, ਹਾਂਜੀ। ਪਛਾਣ ਜੋ ਥਿੰਦਾ ਲੱਗ ਜਾਂਦਾ ਨਾ, ਤੁਸੀਂ ਆਪ ਚੌਲ ਖਾ ਕੇ ਠੰਡਾ ਪਾਣੀ ਪੀ ਕੇ ਦੇਖੋ ਤੁਹਾਡਾ ਗਲਾ ਖਰਾਬ ਹੋ ਜੂ। ਇਦਾਂ ਹੀ ਹੈ। ਇਦਾਂ ਹੀ ਗੱਲ ਹੈ ਕਿ ਨਹੀਂ? ਚਾਹ ਪੀ ਲੈਣੀ ਚਾਹੀਦੀ ਉਤੋਂ। ਇਦਾਂ ਹੀ। ਇਹ ਚੀਜ਼ ਉਹ ਜਦੋਂ ਭੋਰੇ ਪਾਉਣੇ ਨਾ ਜੀ, ਕੋਸ਼ਿਸ਼ ਕਰੋ ਅਗਰ ਤੇ ਮੁਸਲਮਾਨ ਭਰਾਵਾ ਤੇ ਦਰੂਦ ਸ਼ਰੀਫ ਪੜ੍ਹੀ ਜਾਓ ਤੇ ਆਪਣੇ ਭੋਰੇ ਬਣਾਈ ਜਾਓ, ਦਰੂਦ ਸ਼ਰੀਫ ਪੜ੍ਹੀ ਜਾਓ ਤੇ ਭੋਰੇ ਬਣਾਈ ਜਾਓ। ਅੱਛਾ। ਅੱਲਾਹ ਤਾਲਾ ਬਰਕਤ ਦਊਗਾ, ਵਜ਼ੂ ਕਰਕੇ ਬਹਿ ਜਾਓ। ਇਹਨਾਂ 'ਚ ਪਾਕ ਸਾਫ਼ ਹੋ ਕੇ ਬਹਿਣਾ ਚਾਹੀਦਾ। ਹਾਏ ਹਾਏ। ਠੀਕ ਆ। ਅੱਛਾ ਜੀ। ਅੱਛਾ, ਇਹਨੂੰ ਭੋਰੇ ਪਾ ਤੇ ਉਸ ਤੋਂ ਬਾਅਦ ਪਾਣੀ ਰੱਖ ਦਿੱਤਾ। ਹਾਂਜੀ। ਮੁੜ ਕੇ ਉਸ ਤੋਂ ਬਾਅਦ ਜਿਹੜਾ ਤੁਸੀਂ ਦਾਣਾ ਪਾਣੀ ਪਾਉਂਦੇ ਹੋ ਪ੍ਰੋਪਰ, ਉਹ ਆਪਣਾ ਉਹ ਜਦੋਂ ਹਜ਼ਮ ਹੋ ਜਾਣ ਸ਼ਾਮ ਨੂੰ ਉਹ ਆਪਣਾ ਦਾਣਾ ਪਾਣੀ ਪਾ ਲਓ। ਅੱਛਾ। ਚਣੀ ਲਾ ਲਓ ਵਿੱਚ, ਬਾਜਰਾ ਥੋੜਾ ਬਹੁਤਾ ਰਲਾਇਆ ਜਾਂ ਤਿਲੀ ਰਲਾਈ ਆ, ਜਾਂ ਤੁਸੀਂ ਸਰੋਂ ਵਿੱਚ ਰਲਾਈ ਆ। ਸਰੋਂ ਤਾਂ ਖੈਰ ਘੱਟ ਇਸਤੇਮਾਲ ਜ਼ਿਆਦਾ ਸਰਦੀ 'ਚ ਹੁੰਦੀ ਆ, ਹਾਂਜੀ। ਥੋੜੀ ਹੁੰਦੀ ਆ, ਹਾਂਜੀ। ਹੁੰਦੀ ਹੈਗੀ ਆ। ਹਾਂਜੀ। ਉਹ ਪ੍ਰੋਪਰ ਆਪਣਾ ਖੁਰਦਮ ਲੈ ਲਓ, ਉਹ ਅੱਛਾ। 4-5 ਚੀਜ਼ਾਂ ਰਲਾ ਕੇ ਵਿੱਚ ਕਣਕ ਰਲਾ ਲਓ ਡਬਲ, ਹਾਂ। ਤੇ ਉਹ ਉਹਨਾਂ ਨੂੰ ਪ੍ਰੋਪਰ ਪਾਈ ਜਾਓ। ਉਸ ਅੱਛਾ। ਤੋਂ ਬਾਅਦ ਆਪਾਂ ਜਦੋਂ ਲਾਉਣੀ ਆ ਪਟਾਈ, ਅੱਛਾ। ਅਗਰ ਤੇ ਤੁਹਾਡੇ ਕਬੂਤਰ ਸਾਰਾ, ਅੱਛਾ। ਉਹਨਾਂ ਨੂੰ ਪਟਾਈ ਲਾਉਣ ਤੋਂ ਕੋਈ ਹਫ਼ਤਾ ਪਹਿਲਾਂ ਉਹਨੂੰ ਬਾਹਰੋਂ ਕੱਟ ਲਓ, ਹਫਤਾ ਪਹਿਲੋਂ ਉਹਨਾਂ ਨੂੰ ਵਾਪਰ ਦਿਓ। ਲਾਪਰ ਦਿਓ। ਅੱਛਾ। ਉਹਦੀ ਵਜ੍ਹਾ ਇਹ ਆ ਕਿ ਜਦੋਂ ਤੁਸੀਂ ਅਗਰ ਯਕਦਮ ਪੱਟਦੇ ਨਾ ਜੀ, ਤੁਹਾਡੇ ਕਬੂਤਰ ਕੀ ਉੱਚੀਆਂ ਜਗ੍ਹਾ ਤੇ ਬਹਿੰਦੇ ਆ, ਉਹ ਡਾਰੀਆਂ ਮਾਰਨਗੇ ਤੇ ਉਹਨਾਂ ਦੇ ਗੁੱਲਿਆਂ ਥਾਣੀ ਖੂਨ ਆ ਜਾਊਗਾ। ਅੱਛਾ। ਹਾਂਜੀ। ਹਾਂ। ਉਹ ਕੱਟਣ ਦਾ ਮਕਸਦ ਹਫ਼ਤਾ ਪਹਿਲਾਂ ਇਹ ਆ ਕਿ ਅਗਰ ਤੇ ਤੁਹਾਡਾ ਵਿੱਚੋਂ ਕੋਈ ਨਵਾਂ ਫੰਗ ਵੀ ਆਉਂਦਾ ਕੱਚਾ, ਹਾਂਜੀ। ਉਹ ਬਾਹਰ ਦੂਆਂ ਪਰਾਂ ਤੋਂ ਵੱਧ ਜਾਊਗਾ। ਹਾਂਜੀ। ਤੁਹਾਨੂੰ ਇੱਕ ਤਾਂ ਇਹ ਫਾਇਦਾ ਹੋ ਜੂ, ਪਤਾ ਲੱਗ ਜੂ ਵੀ ਆ ਕੱਚਾ ਪਾਰ ਆ। ਹਾਂ। ਉਹ ਲਪੜਿਆਂ ਦਾ ਇਹ ਪਤਾ ਲੱਗ ਜੂ ਵੀ ਆ ਕੱਚਾ ਪਾਰ ਆ, ਇਹਨੂੰ ਪੱਟਣਾ ਨਹੀਂ ਹਜੇ, ਇਹਨੂੰ 2-4 ਦਿਨ ਜਦੋਂ ਪੱਕ ਜੂ ਉਦੋਂ ਪਟਾਂਗੇ। ਹਾਂ। ਦੂਸਰਾ ਇਹ ਫਾਇਦਾ ਹੋ ਜੂ ਕਿ ਉਹਨਾਂ ਨੂੰ ਥੱਲੇ ਤੁਰਨ ਫਿਰਨ ਦੀ ਆਦਤ ਪੈ ਜੂ ਜਾਨਵਰਾਂ ਨੂੰ, ਕਬੂਤਰ ਇੱਕ ਆਪਣੀ ਰੁਟੀਨ ਬਣਾ ਲੈਣ। ਰੂਟੀਨ ਬਣਾ ਲੈਣਗੇ। ਹਾਂਜੀ। ਉਹ ਜਾਨਵਰ ਫਿਰ ਤੁਹਾਡੇ ਖਰਾਬ ਨਹੀਂ ਹੋਣਗੇ। ਅੱਛਾ ਠੀਕ ਆ। ਜੀ। ਉਹਨਾਂ ਨੂੰ ਪਟਾਈ ਲਾਤੀ। ਹਾਂਜੀ। ਜਦੋਂ ਤੁਸੀਂ ਉਹਨਾਂ ਨੂੰ ਪਟਾਈ ਲਾਤੀ ਪ੍ਰੋਪਰ, ਅਸੀਂ ਭਾਈ ਸਾਹਿਬ ਅਸੀਂ ਆਪਣੀ ਜ਼ਾਤੀ ਗੱਲ ਕਰਦੇ ਹਾਂ, ਅਸੀਂ ਕਿਸੇ ਦੀ ਨਹੀਂ ਕਰਦੇ। ਹਾਂਜੀ। ਅਸੀਂ ਕਬੂਤਰਾਂ ਨੂੰ ਪਟਾਈ ਤੋਂ 8 ਹਫ਼ਤਿਆਂ ਦੇ ਜਦੋਂ ਤੁਸੀਂ ਬਾਹਰੋਂ ਲੱਪੜ ਦੇਣੇ ਆ, ਉਦੋਂ ਹੀ ਤੁਸੀਂ ਕਬੂਤਰਾਂ ਨੂੰ ਜ਼ਿਆਦਾ ਸਰੋਂ ਇਸਤੇਮਾਲ ਅਸੀਂ ਕਰਾਉਣੀ ਸ਼ੁਰੂ ਕਰ ਦਈਦੀ ਆ, ਜਦੋਂ ਧੁੱਪਾਂ ਲੱਗਣ ਲੱਗ ਪੈਣੀਆਂ। ਅੱਛਾ। ਹੁਣ ਗਾਂ ਹਜੇ ਹੋਣੇ ਆ ਨਾ, ਮਤਲਬ ਪਟਾਈ ਹੋਣੀ ਆ, ਹਾਂਜੀ। ਅਸੀਂ ਜ਼ਿਆਦਾ ਸਰੋਂ ਦਾ ਇਸਤੇਮਾਲ ਕਰਦੇ ਹਾਂ। ਅੱਛਾ ਜੀ। ਜੇ ਇਸ ਕਬੂਤਰ ਨੇ ਪਟਾਈ ਦੇ 40 ਦਿਨ ਵੀ 40 ਦਿਨ ਉਹਨੇ ਸਰੋਂ ਖਾ ਲਈ, ਹਾਂ। ਅੱਲਾ ਦੇ ਹੁਕਮ ਨਾਲ ਉਹਨੂੰ ਅੱਧਾ ਕਿਲੋ ਬਦਾਮ ਪਾਉਣ ਦੀ ਲੋੜ ਆ, ਜ਼ਿਆਦਾ ਬਦਾਮ ਪਾਉਣ ਦੀ ਵੀ ਲੋੜ ਨਹੀਂ। ਹਾਏ ਹਾਏ ਹਾਏ। ਤੁਹਾਨੂੰ ਗਰੰਟੀ ਨਾਲ ਕਹਿਣ ਡਿਆ, ਇਹ ਗੱਲਾਂ ਗੁਰਦੀਆਂ ਵਾ। ਅੱਛਾ ਜੀ। ਹਾਂਜੀ। ਅੱਛਾ। ਜੇ ਇਸ ਕਬੂਤਰ ਨੇ ਪ੍ਰੋਪਰ ਸਰੋਂ ਰੱਜ ਕੇ ਖਾ ਲਈ ਨਾ ਜੀ, ਹਾਂ। ਉਹ ਕਬੂਤਰ ਨੂੰ ਤੁਹਾਨੂੰ ਬਦਾਮ ਜ਼ਿਆਦਾ ਪਾਉਣ ਦੀ ਵੀ ਲੋੜ ਨਹੀਂ। ਕਈ ਅਕਸਰ ਭਰਾ ਸਾਡੇ ਜੱਟਾ ਜਦੋਂ ਬਾਜ਼ੀਆਂ ਦਿੰਦੇ ਆ, ਪਾਈਆ ਪਾਏ ਤੇ ਛੱਡਤਾ ਬਾਜੀ, ਕਿਤੇ ਇਹ ਹੀ ਵਜ੍ਹਾ ਤੇ ਨਹੀਂ ਗੀ। ਮੈਂ ਕਹਿੰਦਾ ਜੀ ਇਹੋ ਹੀ ਵਜ੍ਹਾ ਵਾ, ਉਹਨਾਂ ਦੇ ਕਬੂਤਰਾਂ ਦੇ ਅੰਦਰ ਥਿੰਦਾ ਹੋ ਜਾਂਦਾ ਮਾੜਾ ਚੰਗਾ। ਹਾਂਜੀ। ਉਹ ਫਿਰ ਕਬੂਤਰ ਨੂੰ ਉਹ ਅਸੀਂ 2-3 ਸਿਰਪ ਲਿਆਣ ਕੇ ਰੱਖ ਲਈਦੇ ਆ। ਅੱਛਾ। ਇੱਕ ਤਾਂ ਅਸੀਂ ਸਿਰਪ ਲੈ ਆਈਦਾ ਜੀ ਫਲੈਜਲ ਦਾ, ਅੱਛਾ। ਇੱਕ ਸੈਪਟਰ ਕੁੱਟਿਆਂ ਕਬੂਤਰਾਂ ਵਾਸਤੇ। ਜਦੋਂ ਹਾਂਜੀ ਪੁੱਟ ਦੇਈਦੇ ਆ। ਅੱਛਾ। ਉਹ ਫਿਰ ਕਬੂਤਰ ਜਦੋਂ ਪਟਾਈ ਦੇਈਦੀ ਆ ਨਾ ਜੀ, ਉਹ ਕਬੂਤਰ ਅਕਸਰ ਬਿਮਾਰ ਵੀ ਹੋ ਜਾਂਦੇ ਆ। ਹਾਂਜੀ। ਜਿੰਨਾਂ ਤੁਸੀਂ ਕਬੂਤਰ ਪਟਣੇ ਆ ਉਦੋਂ ਕੋਸ਼ਿਸ਼ ਕਰੋ ਕਿ ਕਬੂਤਰ ਰਾਤ ਨੂੰ ਹਲਕੇ ਮੱਠੇ ਕੋਈ ਕਾੜਾ ਕੋਈ ਵੀ ਬਣਾ ਕੇ ਹਾਂ। ਉਹਨਾਂ ਨੂੰ 10-10 ਸੀਸੀ ਕਾੜਾ ਦੇ ਦਿਓ। ਅੱਛਾ। ਉਹ ਕਬੂਤਰ ਥੋੜੇ ਜਿਹੇ ਹੀਟ 'ਚ ਹੋ ਜਾਣਗੇ। ਕਬੂਤਰ ਨੂੰ ਮਹਿਸੂਸ ਨਹੀਂ ਹੋਊਗਾ ਵੀ ਸਾਨੂੰ ਪਟਾਈ ਹੋਰ ਲੱਗਦਾ ਨਾ ਜਾਨਵਰ ਦਾ। ਹਾਂਜੀ ਹਾਂਜੀ। ਠੀਕ ਹੈ ਨਾ ਜੀ। ਇਹ ਆਖਰ ਉਹਦੀ ਚੀਜ਼ ਖਿੱਚ ਹੋਣੀ ਬਿਲਕੁਲ ਆ। ਬਿਲਕੁਲ। ਉਹਨੂੰ ਪ੍ਰੋਪਰ ਮੁੜ ਕੇ ਤਰੀਕੇ ਨਾਲ ਖੁਰਾਕ ਪਾਉਣੀ, ਸਰੋਂ ਪਾਉਣੀ ਸ਼ੁਰੂ ਕਰ ਦਿਓ। ਅੱਛਾ। ਇਹ ਜਿਹੜੇ ਸਿਰਪ ਨਾ ਜੀ, ਸੈਫਟਰਾਨ, ਫਲੈਜਲ ਹਾਂ। ਤੇ ਬਰੂਫਨ ਦਾ, ਹਾਂਜੀ। ਇਹ 3 ਸਿਰਫ ਇੱਕ ਢੱਕਣ ਹਫ਼ਤੇ ਬਾਅਦ 15 ਦਿਨ ਤੁਸੀਂ ਕਬੂਤਰਾਂ ਨੂੰ ਪਾਉਂਦੇ ਰਹਿਣਾ, ਅੱਛਾ। ਤਾਂ ਕਿ ਤੁਹਾਡੇ ਕਬੂਤਰ ਫਰੈਸ਼ ਰਹਿਣ। ਠੀਕ ਹੈ ਨਾ। ਜਿਹੜਾ ਗੱਲ ਪਟਾਈ ਦੀ ਸ਼ੁਰੂ ਹੋਣ ਡਈ ਆ, ਹਾਂਜੀ। ਹੋਈ ਆ, ਚੱਲਣ ਡਈ ਆ। ਹਾਂਜੀ ਅੱਛਾ, ਕਬੂਤਰ ਜਦੋਂ ਪੁੱਟਣੇ ਚਾਹੀਦੇ ਨੇ, ਹਾਂਜੀ ਕਈ ਕਬੂਤਰ ਮਸਲ ਹੁਣ ਜਿਹੜੇ ਨਾ, ਕਈਆਂ ਕਬੂਤਰਾਂ ਨੇ 8ਵੀਂ ਕੰਨੀ ਸੁੱਟੀ ਆ ਪੱਠਿਆਂ ਨੇ, ਕਈਆਂ ਨੇ 10ਵੀਂ ਸੁੱਟੀ ਆ, ਹਾਂਜੀ। ਉਹਨਾਂ ਦੇ ਬਾਰੇ ਕੀ ਤੁਹਾਡੀ ਰਾਏ ਹੈ? ਉਹਨਾਂ ਦੇ ਅਸੀਂ ਜਿਹੜਾ ਕੰਮ ਕਰਦੇ ਹਾਂ ਨਾ, ਗੱਲ ਜਿਹੜੀ ਮੇਰੇ ਭਰਾਵਾਂ ਨੂੰ ਪਤਾ ਲੱਗੀ। ਜਿਹੜਾ ਅਸੀਂ ਕੰਮ ਕਰਦੇ ਹਾਂ ਜੀ, ਹਾਂਜੀ, ਉਹ ਦੱਸੋ। ਅਸੀਂ ਜਿਹੜੇ ਉਹਦੇ ਜੀ ਪਹਿਲੀ ਕਲੀ ਤੋਂ ਜੇ 5ਵੀਂ ਕਲੀ 'ਚ ਚਲਾ ਗਿਆ ਨਾ, ਉਹ ਜਿਹੜੇ 5 ਪਾਰਾ ਅਸੀਂ ਉਹ ਨਹੀਂ ਜੀ ਪੱਟਦੇ। ਨਹੀਂ ਪੁੱਟਣੇ। ਅਸੀਂ ਉਹ ਨਵੇਂ ਆਏ ਜਿਹੜੇ ਉਹ ਨਹੀਂ ਪੱਟਦੇ। ਉਹ ਨਹੀਂ ਪੁੱਟਣੇ। ਨਹੀਂ ਜੀ। ਜਿਹੜੇ ਅਗਲੇ ਰਹਿ ਗਏ ਉਹ ਪੁੱਟਣੇ। ਉਹ ਸਾਲ ਕੱਢ ਜਾਂਦੇ ਆ ਜੀ, ਤੁਸੀਂ ਤਜਰਬਾ ਕਰ ਲਿਓ। ਉਹ ਅੱਛਾ। ਕੁਦਰਤ ਵਾਲਾ ਦਾ ਨਿਜ਼ਾਮ ਆ। ਅੱਛਾ। ਜਦੋਂ 5 ਪਾਰ ਜਿਹੜੇ ਆ ਨਾ ਜੀ, ਉਹ ਅਸੀਂ ਛੱਡ ਦੇਣੇ ਆ। ਹਾਂ। ਜਿਹੜੇ ਪਾਰ ਇਧਰੋਂ ਪੁਰਾਣੇ ਉਹ ਪੱਟ ਦੇਣੇ ਬਗਲਾਂ, ਹਾਂ। ਤੇ ਜਿਹੜੇ ਇੱਧਰ ਰਹਿੰਦੇ ਆ 4 ਲਾ ਲਓ ਜੀ, 6ਵੀਂ ਕਲੀ ਚਲਾ ਗਿਆ 4 ਆ ਗਈਆਂ, 4 ਖਿੱਚ ਦੇਣੀਆਂ। ਅੱਛਾ। ਠੀਕ ਹੈ ਨਾ ਜੀ। ਹਾਂਜੀ। ਤੇ ਉਸ ਤੋਂ ਨਾਲ ਹੀ ਪੂਛਾਂ ਖਿੱਚ ਦੇਣੀਆਂ ਅਸੀਂ। ਅੱਛਾ। ਉਹ ਫਿਰ ਜਾਨਵਰ ਆਪਣੇ ਪ੍ਰੋਪਰ ਰੁਟੀਨ ਨਾਲ ਸਾਰਾ ਜਾਂਦੇ ਆ। ਅੱਛਾ। ਠੀਕ ਹੋ ਗਿਆ ਜੀ। ਹਾਂਜੀ। ਇਹ ਜੇ ਤਰੀਕਾ ਅਗਰ ਜੀ। ਮਸਲ 10ਵੇਂ ਪਾਰਟੀ ਚ ਚੱਲ ਗਿਆ ਵਾ ਤੇ
ਅਗਰ ਉਹ ਉਹਦੇ 10 10 ਹੀ ਛੱਡ ਦੋ। ਉਹ ਹਾਂਜੀ ਉਹ 10 ਤੁਸੀਂ ਛੱਡ ਦਿਓ, ਤੁਸੀਂ ਤਜਰਬਾ ਕਰ ਲਿਓ। ਅਗਰ ਤੁਹਾਨੂੰ ਉਹਦੇ ਵਿੱਚ ਕੋਈ ਮੈਲੀ ਕਚਾਈ ਲੱਗੇ, ਕੋਈ ਹਾਂ। ਖਾਦੀ ਹੈ, ਕੋਈ ਮਤਲਬ ਸੁਣੀਆਂ ਸਾਣੀਆਂ ਵੀ ਖਾ ਲੈਂਦੀਆਂ ਜਾਨਵਰਾਂ ਦੇ ਪਰ, ਅਗਰ ਤੁਹਾਨੂੰ ਕੋਈ ਪਰ ਐਸਾ ਲੱਗੇ ਹਾਂ ਉਹਨੂੰ ਖਿੱਚ ਦਿਓ, ਹਾਂ ਉਹਨੂੰ ਉਦਾਂ ਹੀ ਰਹਿਣ ਦਿਓ। ਅੱਲਾ ਦੇ ਹੁਣ ਤੁਹਾਡਾ ਸੀਜ਼ਨ 'ਚ ਉਹ ਕਬੂਤਰ ਉੜੇਗਾ ਔਰ ਉਹ ਝਾੜੇ ਨਹੀਂ ਪਏਗਾ। ਬੜੀ ਗੱਲ ਹੈ। ਹਾਂਜੀ ਉਹਦੀਆਂ ਕੋਸ਼ਿਸ਼ ਕਰੋ ਕਿ ਜਿਹੜੀਆਂ ਉਤਰੀਆਂ ਪਰੀਆਂ ਆ ਨਾ ਜੀ, ਹਾਂ ਪਰੀਆਂ ਤੇ ਬਹੁਤ ਜ਼ਿਆਦਾ ਲੋਕ ਪਰੀਆਂ ਨਹੀਂ ਖਿੱਚਦੇ। ਉਹ ਅੱਛਾ। ਜਦੋਂ ਸੀਜ਼ਨ 'ਚ ਕਹਿੰਦੇ ਯਾਰ ਆਹ ਕਬੂਤਰ ਸਾਡਾ ਰਗੜ ਆ, ਉਹ ਉੱਥੇ ਬਹਿ ਗਿਆ। ਹਾਂ ਇਹ ਕੁਦਰਤ ਨੇ ਜਿਹੜਾ ਨਿੱਕੇ ਤੋਂ ਲੈ ਕੇ ਵੱਡੇ ਪਰ ਤੱਕ ਪਾਲ ਲਾਇਆ ਨਾ ਜਾਨਵਰ ਨੂੰ, ਹਾਂਜੀ। ਇਹਦਾ ਕੋਈ ਮਕਸਦ ਆ। ਬਿਲਕੁਲ। ਠੀਕ ਹੈ ਨਾ ਜੀ। ਹਾਂਜੀ ਅਸੀਂ ਆ 10 ਪਰ ਦੇਖ ਲੈਂਦੇ ਆ, ਉਤਲੀਆਂ ਪਰੀਆਂ ਤੇ ਗੌਰ ਨਹੀਂ ਕਰਦੇ। ਹਾਂ ਉਹ ਪਰੀਆਂ ਜਾਨਵਰ ਅਕਸਰ ਬੱਚੇ ਜਿਹੜੇ ਆ ਨਾ 8ਵੀਂ ਕਰੀ 'ਚ ਗਏ ਤੇ ਉਹ ਨਾਲ 8ਵੀਂ ਉਹਨਾਂ ਨੇ ਪਰੀ ਵੀ ਝਾੜੀ ਹੁੰਦੀ ਹੈ ਵੱਡੀ, ਉਹ ਵੀ ਛੁੱਟੀ ਆਉਂਦੀ। ਉਹ ਵੀ ਸਿੱਟੀ ਆਉਂਦੇ ਆ। ਉਹ ਪਰਾਂ 'ਚ ਆ ਜਾਂਦਾ ਥੋੜਾ ਜਿਹਾ ਖਲਾ ਹਵਾ ਜਾਂਦੀ ਆ। ਹਾਂ ਉਹ ਜਾਨਵਰ ਅਕਸਰ ਉਹਨਾਂ ਚ ਉਹ ਪਰੀਆਂ ਦਾ ਕਰਕੇ ਵੀ ਘੱਟ ਉੱਡਦੇ ਆ। ਅੱਛਾ ਅੱਛਾ ਉਹ 4-4 ਪਰੀਆਂ ਵੀ ਖਿੱਚ ਦੇਣੀਆਂ ਚਾਹੀਦੀਆਂ ਜਿਹੜੀਆਂ ਪੱਕੀਆਂ ਵਾ। ਅੱਛਾ ਠੀਕ ਹੈ ਨਾ ਜੀ। ਹਾਂ ਉਹ ਤਰੀਕੇ ਨਾਲ ਮਤਲਬ ਇਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਲੈਸ ਕਰੀਦਾ ਜੀ। ਹਾਂ ਜਿੱਦਾਂ ਤੁਹਾਨੂੰ ਦੱਸਿਆ ਵੀ ਕੱਟ ਕੇ ਅਸੀਂ ਲੈਸ ਕਰਦੇ ਹਾਂ, ਹਫ਼ਤਾ ਪਹਿਲਾਂ ਕਬੂਤਰਾਂ ਨੂੰ ਅਸੀਂ ਪ੍ਰੋਪਰ ਕੱਟ ਦਿੰਦੇ ਹਾਂ। ਅੱਛਾ ਜੀ। ਹਾਂਜੀ ਹਾਂ ਤੇ ਉਸ ਤੋਂ ਬਾਅਦ ਜੋ ਕਬੂਤਰ ਲੈਸ ਆ ਗਏ, ਸਾਡੇ ਸਾਰ ਆ ਗਏ ਕਬੂਤਰ, ਹਾਂਜੀ। ਅਸੀਂ ਉਸ ਤੋਂ ਬਾਅਦ ਜੀ ਇੱਕ ਕਾੜਾ ਬਣਾਉਂਦੇ ਆ ਜਦੋਂ ਪੂਰੇ ਲੈਸ ਆ ਜਾਣ ਕਬੂਤਰ, ਜਦੋਂ ਪੂਰੇ ਸਾਰ ਹੋ ਜਾਣ ਕਬੂਤਰ। ਪੂਰੇ ਸਾਰ ਹੋ ਜਾਣ ਕਬੂਤਰ, ਅੱਛਾ ਅਸੀਂ ਉਹ ਕਾੜਾ ਬਣਾਉਂਦੇ ਆ ਜੀ। ਇੱਕ ਤ੍ਰਿਫਲਾ ਤ੍ਰਿਫਲਾ ਕਹਿਤਾ, ਇੱਕ ਲੈਣਾ ਅਸੀਂ ਜਲਵਤਰੀ। ਜਲਵਤਰੀ ਲੈਣੀ ਆ ਜੀ, 2 ਅਦਦ ਲੈ ਲਓ ਜਲਵਤਰੀ। ਅੱਛਾ। ਜੈਫਲ ਦੇ 2 ਦਾਣੇ, ਜਾਫਲ ਦੇ 2 ਦਾਣੇ। ਅੱਛਾ ਉਹਦੀ ਗਿਰੀ ਕੁੱਟ ਲੈਣੀ ਆ। ਅੱਛਾ ਜਲਵਤਰੀ ਵੀ ਥੋੜੀ ਜਿਹੀ ਦਾਦਰ ਫਾਦਰ ਕਰ ਲੈਣੀ ਆ। ਅੱਛਾ ਉਹਦੇ ਵਿੱਚ 2 ਲੌਂਗ, ਅੱਛਾ 4 ਕਾਲੀਆਂ ਮਿਰਚਾਂ, ਅੱਛਾ 1 ਲੀਟਰ ਪਾਣੀ 'ਚ ਪਕਾ ਲੈਣੇ ਆ। ਜਦੋਂ ਅੱਧਾ ਰਹਿ ਗਿਆ ਨਾ ਜੀ, ਹਾਂ ਉਹ ਅਸੀਂ 1 ਲੀਟਰ ਜਦੋਂ ਅੱਧਾ ਲੀਟਰ ਰਹਿ ਗਿਆ, ਉਹ ਅਸੀਂ ਰਾਤ ਨੂੰ 5-5 ਸੀਸੀ ਕਬੂਤਰਾਂ ਨੂੰ ਦੇ ਦੇਣਾ। ਅੱਛਾ ਉਹਦੀ ਵਜ੍ਹਾ ਕਿ ਇੱਕ ਤਾਂ ਤੁਸੀਂ ਸਰੋਂ ਦਿੱਤੀ ਆ, ਦੂਸਰਾ ਕੋਈ ਤਾਕਤ ਵਾਲੀਆਂ ਚੀਜ਼ਾਂ ਦਿੱਤੀਆਂ ਵਾ ਜਾਨਵਰ ਨੂੰ। ਅੱਛਾ ਜਾਨਵਰ ਬੈਠੇ ਨਾ ਜੀ ਬਾਦੀ ਥੋੜਾ ਬਹੁਤਾ ਰੇਸ਼ਾ ਕੁੰਦਿਆਂ ਛੁੰਦਿਆਂ 'ਚ ਉਹ ਫਿੱਟ ਹੋ ਜਾਂਦੇ, ਫਿਰ ਜਾਨਵਰ ਬਾਹਰ ਨਹੀਂ ਪ੍ਰਾਪਰ ਡਿੱਗਦੇ। ਜਦੋਂ ਤੁਸੀਂ ਡਾਉਂਦੇ ਨਾ ਜੀ, ਹਾਂਜੀ। ਅਕਸਰ ਕਬੂਤਰ ਦੇਖੋ ਡੱਕ ਕੇ ਤੇ ਬਾਹਰ ਬਹਿ ਗਿਆ। ਹਾਂ ਇਹ ਜਾਨਵਰ ਆਹ ਕਾੜਾ ਦਿੱਤਾ ਹੋਵੇ ਨਾ ਜੀ, ਬਾਹਰ ਨਹੀਂ ਬਹਿਣਗੇ ਅੱਲਾ ਦੇ ਹੁਕਮ ਨਾਲ। ਹਾਏ ਹਾਏ ਜਟਾ ਅੱਜ ਖੀਰ ਹੀ ਕਰ ਗਿਆ ਹਾਂ। ਜਿਹੜੀ ਤੂੰ ਮੈਂ ਕਹਿੰਦਾ ਜੀ ਜੋ ਤੁਹਾਨੂੰ ਦੱਸਿਆ ਨਾ ਜੀ ਤੁਹਾਡੇ ਇਹ ਗੱਲਾਂ ਕੋਈ ਨਹੀਂ ਦੱਸੇਗਾ। ਅਖੀਰ ਤੈਨੂੰ ਦੱਸਿਆ ਹੀ ਕਰ ਗਿਆ। ਹਾਂਜੀ। ਜਿਹੜੀ ਗੱਲ ਤੂੰ ਦੱਸ ਗਿਆ ਅੱਜ ਤੱਕ ਨਹੀਂ ਇਹ ਵੀ ਕਿਸੇ ਨੇ ਦੱਸੀ। ਚੈਨਲ ਤੇ ਕਿਸੇ ਨੇ ਨਹੀਂ ਇਹ ਗੱਲ ਦੱਸੀ ਹੋਏਗੀ। ਅੱਛਾ। ਉਸ ਤੋਂ ਬਾਅਦ ਜੀ ਤੁਸੀਂ ਸਾਡੇ ਸਾਹ ਹੋ ਗਏ। ਨਹੀਂ ਮੈਨੂੰ ਫੋਨ ਵਿੱਚ ਆ ਗਿਆ ਨਾ, ਮੈਂ ਸ਼ਾਇਦ ਫੋਨ ਕੱਟਿਆ ਗਿਆ ਤੇ ਮਗਰੋਂ ਦੇਖੋ ਤੇ ਇੱਕ ਵਾਰੀ ਆਪ ਉੱਥੇ ਦੇਖ ਲਾ। ਹੈ ਨਹੀਂ ਚੱਲਣ ਚੱਲਣ ਦੇ ਜੀ। ਅੱਛਾ ਕੋਈ ਗੱਲ ਉਹਨੇ ਵੀ ਕੱਟ ਲਾ। ਰੱਖੋ ਨਾ, ਕੋਈ ਨਹੀਂ ਕੱਟ ਲਾ। ਅੱਛਾ ਇਹ ਤੁਸੀਂ ਕਾੜਾ ਦੇ ਦੇਣਾ ਜੀ। ਹਾਂ ਕਾੜਾ ਦੇਣ ਤੋਂ ਬਾਅਦ 2 ਦਿਨ ਤੁਸੀਂ ਕਬੂਤਰ ਧੁੱਪਾਂ ਧਾਪਾਂ ਦੇ ਲਵਾਉਣੀਆਂ। ਜਦੋਂ ਸਾਰ ਆ ਗਏ ਅੱਛਾ ਧੁੱਪਾਂ ਦੇ ਪ੍ਰਾਪਰ ਲਵਾਉਣੀ, ਹਰ ਬੰਦਾ ਹੀ ਲਵਾਉਂਦਾ ਵਾ। ਹਾਂਜੀ। ਇਹਨਾਂ ਦੇ ਹਰ ਬੰਦੇ ਨੂੰ ਪਤਾ ਵਾ। ਹਾਂ ਉਸ ਤੋਂ ਬਾਅਦ ਤੁਸੀਂ ਇੱਕ ਕੰਮ ਕਰਨਾ ਜੀ, ਜੀ ਕਬੂਤਰਾਂ ਨੂੰ 2 ਦਿਨ ਹਲਕੀਆਂ ਜਿਹੜੀਆਂ ਛੇੜੀਆਂ ਮਰਵਾ ਕੇ ਨਾ ਜੀ, ਹਾਂ ਹਲਕੀਆਂ ਆਡੇ ਉੱਡੇ ਤੇ ਲਾ ਕੇ। ਹਾਂ ਉਸ ਤੋਂ ਬਾਅਦ ਤੁਸੀਂ ਕਰਨਾ ਹੈ ਕਿ ਇੱਕ ਕਬੂਤਰ ਦੇ 7 ਦਾਣੇ ਅਨਾਰਦਾਣੇ ਦੇ, ਅੱਛਾ। 1 ਕਾਲੀ ਮਿਰਚ। ਜਦੋਂ ਸਾਰੇ ਕਬੂਤਰ ਗੇੜ ਕੇ ਤੁਸੀਂ ਘਰ ਬਹਾ ਲਏ ਨੇ ਜਾਂ ਜਿੰਨੇ ਕੁ ਗੇੜ ਕੇ ਬਹਾ ਲਏ ਆ, ਹਾਂਜੀ ਜਿੰਨੇ ਕੁ ਜਿਨ੍ਹਾਂ ਨੂੰ ਗਜਾ ਲਿਆ ਵਾ। ਗਜਾ ਲਿਆ, ਅੱਛਾ 7 ਦਾਣੇ ਅਨਾਰਦਾਣੇ ਦੇ, ਅੱਛਾ 1 ਕਾਲੀ ਮਿਰਚ। 1 ਕਬੂਤਰ ਦੀ ਇਹ ਮਕਦਾਰ ਆ। 7 ਦਾਣੇ ਅਨਾਰ ਦਾਣੇ ਦੇ, 1 ਕਾਲੀ ਮਿਰਚ। 1 ਕਾਲੀ ਮਿਰਚ, 1 ਕਬੂਤਰ ਦੀ ਜਿੰਨੇ ਮਕਦਾਰ। ਤੁਹਾਡੇ ਕਬੂਤਰ ਉਸ ਹਿਸਾਬ ਨਾਲ ਇਹ ਸਮਾਨ ਪਾ ਲੈਣਾ। ਅੱਛਾ 30 ਕਬੂਤਰ 10 ਸੀਸੀ ਦੇ ਹਿਸਾਬ ਨਾਲ ਪਾਣੀ। ਪਹਿਲਾਂ ਇਹਨਾਂ ਨੂੰ ਰਗੜਾਈ ਮਾਰ ਲੈਣੀ, ਇਹਨੂੰ ਮੁਲਾਇਮ ਕਰ ਲੈਣਾ ਰਗੜ ਕੇ। ਅੱਛਾ ਉਹ ਪਾਣੀ ਪਾ ਕੇ ਤੇ ਤੁਸੀਂ ਉਹ ਨਿਚੋੜ ਲੈਣਾ ਜੀ। ਅੱਛਾ ਉਹ ਤੁਸੀਂ ਕਿਸੇ ਕੱਪੜੇ ਥਾਣੀ ਨਾਲ ਡਬਲ ਕਰਕੇ ਉਹਨੂੰ ਨਿਚੋੜ ਲੈਣਾ, ਕੱਪੜ ਛਾਣ ਕਰ ਲੈਣਾ ਉਹਨੂੰ। ਅੱਛਾ ਕਰਕੇ ਉਹ ਕਬੂਤਰਾਂ ਨੂੰ ਤੁਸੀਂ 10-10 ਸੀਸੀ ਨਿਹਾਰ ਮੂੰਹ ਦੇ ਕੇ ਨਾ ਕਬੂਤਰਾਂ ਨੂੰ ਧੁੱਪੇ ਛੱਡ ਦੇਣਾ। 2-2 3-3 ਘੰਟੇ ਦੀ ਧੁੱਪ ਲਵਾਉਣੀ ਆ। 7 ਦਾਣੇ ਅਨਾਰ ਦਾਣੇ ਦੇ, 1 ਕਾਲੀ ਮਿਰਚ। 1 ਕਾਲੀ ਮਿਰਚ। ਹਾਂਜੀ ਇਹਨੂੰ ਘੋਟਾ ਲਾਉਣਾ, ਹਾਂਜੀ ਉਬਾਲਣਾ ਨਹੀਂ, ਹਾਂਜੀ ਘੋਟਾ ਲਾਉਣਾ। ਇਹਨੂੰ ਘੋਟਾ ਲਾਉਣਾ ਤੁਸੀਂ, ਅੱਛਾ ਰਗੜਨਾ। ਅੱਛਾ ਰਗੜ ਕੇ ਫਿਰ ਇਹ ਚ 10 ਸੀਸੀ 1 ਕਬੂਤਰ ਦੀ ਮਕਦਾਰ ਆ ਜੀ। ਕਬੂਤਰ ਆਪਣੇ ਗਿਣ ਲੈਣੇ ਆ, ਹਾਂ ਉਸ ਹਿਸਾਬ ਨਾਲ ਇਹ ਚ ਪਾਣੀ ਪਾ ਲੈਣਾ ਉਹਨਾਂ ਵਿੱਚ ਪਾਣੀ ਪਾ ਲੈਣਾ ਤਾਜ਼ਾ। ਤਾਜ਼ਾ ਹਾਂ। ਪਾਣੀ ਪਾ ਕੇ ਇਹਨੂੰ ਨਿਚੋੜ ਲੈਣਾ ਜੀ। ਅੱਛਾ ਉਹ ਜਿਹੜਾ ਉਹਦਾ ਮਤਲਬ ਫੂਕ ਆ ਉੱਤੇ ਆ ਜਾਣਾ ਵਾ, ਹਾਂ ਉਹ ਪਾਣੀ ਇਕੱਲਾ ਰਹਿ ਜਾਣਾ ਵਾ। ਹਾਂ ਉਹਨੂੰ ਮਤਲਬ ਕਿ 30 ਕਬੂਤਰ ਨੂੰ ਜਦੋਂ ਦੇਖਿਆ ਖਾਲੀ ਪੋਟ ਆ ਸੁਬਾਹ ਨੂੰ ਨਿਹਾਰ ਹਾਂ ਵੀ 9 ਵਜੇ ਤੋਂ ਪੂਰੀ ਨਿਕਲੀ ਹੋਵੇ, ਹਾਂ। ਉਹਨੂੰ 10-10 ਸੀਸੀ ਦੇ ਕੇ ਧੁੱਪੇ ਛੱਡ ਦੇਣਾ। ਆਏ ਹਾਏ। ਅੱਛਾ ਤੁਹਾਡੇ ਕਬੂਤਰਾਂ ਦਾ ਹਾਜ਼ਮਾ ਵੀ ਸੈੱਟ ਹੋ ਜਾਏਗਾ। ਹਾਂ। ਤੁਹਾਡੇ ਕਬੂਤਰਾਂ ਦੀ ਬਾਦੀ ਐ ਬਿਲਕੁਲ ਫਿਟਨੈਸ 'ਚ ਹੋ ਜਾਣਗੇ। ਅੱਛਾ ਠੀਕ ਹੋ ਗਿਆ ਠੀਕ ਬਰਾਬਰ, ਕਿਉਂਕਿ ਤੁਸੀਂ ਉਹ ਜਦੋਂ ਕਬੂਤਰ ਆਪਾਂ ਪੱਟ ਦਿੰਦੇ ਆ ਨਾ ਜੀ, ਹਾਂ ਅਡਾਉਣ ਤੋਂ ਅਸੀਂ 10 ਦਿਨ ਪਹਿਲਾਂ ਨਾ ਜੀ ਜੋ ਕਬੂਤਰ ਪੂਰੇ ਸਾਰਿਆਂ ਦੇ ਅਸੀਂ ਭਿੱਜੇ ਦਾਣੇ ਪਾਉਂਦੇ ਆ ਅਕਸਰ। ਅੱਛਾ
ਹਰ ਸ਼ਿਕਾਰੀ ਤਕਰੀਬਨ ਇਦਾਂ ਅਗਰ ਪਤਾ ਹੁੰਦਾ ਸ਼ਿਕਾਰੀਆਂ ਨੂੰ ਹਾਂਜੀ ਫਿਰ ਸਰੋਂ ਬੰਦ ਕਰ ਦਿੱਤੀ ਆ ਨਾ ਜੀ। ਅੱਛਾ ਫਿਰ ਹੁਣ ਜਦੋਂ ਡਾਉਣੇ ਨੇ ਹਾਂਜੀ ਸ਼ੁਰੂ ਕਰਨੇ ਸਰੋਂ ਬੰਦ ਕਰ ਦੇਣੇ। ਹਾਂਜੀ ਉਦੋਂ ਭਿੱਜੇ ਦਾਣੇ ਸ਼ੁਰੂ ਕਰ ਦੇਣੇ ਆ। ਅੱਛਾ ਜੀ ਠੀਕ ਹੈ ਨਾ ਜੀ। ਹਾਂਜੀ ਉਦੋਂ ਜਦੋਂ ਤੁਸੀਂ ਉਹ ਕਾੜਾ ਵੀ ਦੇ ਦਿੱਤਾ ਨਾਲ ਆ ਵੀ ਦੇ ਦਿੱਤੀ, ਹਾਂ ਤੁਹਾਡੇ ਕਬੂਤਰ ਇਨਸ਼ਾਅੱਲਾ ਤੁਸੀਂ ਜਦੋਂ ਉਡਾਓਗੇ ਨਾ ਜੀ ਜੀ ਤੁਹਾਨੂੰ ਦੱਸਣਗੇ ਵੀ ਸਾਨੂੰ ਕਿੰਨੇ ਸਾਂਭ ਕੇ ਛੱਡਣਾ ਸ਼ੁਰੂ ਕਰ ਦਿੱਤਾ ਵਾ। ਅੱਛਾ ਹਾਂ ਫਿਰ ਤੁਸੀਂ ਪ੍ਰੋਪਰ ਇੱਕ ਗੁੜ ਬਣਾਉਣਾ ਜੀ। ਅੱਛਾ ਉਹ ਗੁੜ ਤੁਹਾਨੂੰ ਮੈਂ ਦੱਸ ਦਿੰਦਾ ਵਾ। ਅੱਛਾ ਮੈਂ ਨਾ ਜੀ ਇਹ ਗੁੜ ਤੁਸੀਂ ਦ੍ਰਿਸ਼ਕ ਅੱਛਾ 1 ਤੋਲਾ ਲੈ ਲੈਣੀ ਆ। ਮਲੱਠੀ ਬੇਸ਼ੱਕ 1 ਤੋਲਾ 1 ਤੋਲਾ, ਅੱਛਾ ਮਲੱਠੀ 1 ਤੋਲਾ। ਅੱਛਾ ਮਲੱਠੀ 1 ਤੋਲਾ ਹਾਂਜੀ ਬੰਦ ਕਰ ਇਹਨਾਂ ਵਿੱਚੋਂ ਕੱਢ ਦੁਆਰ ਤੋਂ ਸ਼ੁਰੂ ਕਰ ਲਾਂਗੇ। ਸਭ ਤੋਂ ਪਹਿਲਾਂ ਰੱਬ ਦੀ ਲਾਜ਼ਮੀ ਹੈ।